ਮੁੰਡਾ ਸੁਸਾਈਡ ਕਰ ਗਿਆ ਜਦੋਂ ਇੰਗੇਜਮੈਂਟ ਹੋਈ, ਬਾਲਗ ਨਹੀਂ ਸੀਗਾ ਉਹ, ਨਾਬਾਲਗ। ਕਿ ਇੰਨੇ ਕਾਲੇ ਅਸੀਂ ਪੰਜਾਬੀ ਪੈ ਗਏ ਆ ਕਿ ਇੱਕ ਨਾਬਾਲਗ ਬੱਚੇ ਨੂੰ ਵਿਆਹ ਕਰਨ ਬਾਰੇ ਸੋਚਿਆ ਕਿਉਂਕਿ ਉਹ ਕੈਨੇਡਾ ਚਲਾ ਜਾ, ਕਿ ਕੋਈ ਸੌਦੇਬਾਜ਼ੀ ਤੇ ਵਿਆਹ ਹੋ ਜੇ ਔਰ ਫਿਰ ਕੁੜੀ ਦਾ ਉੱਥੇ ਜਾ ਕੇ ਮਨ ਬਦਲ ਜੇ। ਕੁੜੀ ਨਹੀਂ ਚਾਹੁੰਦੀ ਮੁੰਡੇ ਨੂੰ ਬੁਲਾਉਣਾ, ਪਰ 30 ਲੱਖ ਰੁਪਏ ਮੁੰਡੇ ਦੇ ਪਰਿਵਾਰ ਨੇ ਲਾਤਾ ਸੀ। ਕਿ ਉਹਨੂੰ ਇਹ ਲਿਬਰਟੀ ਹੋਣੀ ਚਾਹੀਦੀ ਹੈ ਕਿ ਉਸ ਤੋਂ ਬਾਅਦ ਉਹ ਜਵਾਬ ਦੇ ਦੇ ਔਰ ਆਪਣੀ ਜ਼ਿੰਦਗੀ ਅਲੱਗ ਤੋਂ ਜੀ ਲੇ। ਹਾਈ ਕਮਿਸ਼ਨ ਹੈ, ਅੰਬੈਸੀ ਹੈ, ਉਹ ਇਹ ਮੰਗਦੀ ਹੈ ਕਿ ਮੀਆਂ ਬੀਬੀ ਤੁਹਾਡਾ ਜੈਨੂਇਨ ਰਿਸ਼ਤਾ ਹੈਗਾ ਕਿ ਨਹੀਂ ਹੈਗਾ। ਜੈਨੂਇਨ ਰਿਸ਼ਤੇ ਤੋਂ ਉਹਨਾਂ ਦਾ ਮਤਲਬ ਤੁਹਾਡੀ ਅਖਬਾਰਾਂ ਦੀਆਂ ਉਹ ਕਟਿੰਗਾਂ, ਤੁਹਾਡਾ ਮੈਰਿਜ ਸਰਟੀਫਿਕੇਟ, ਤੁਹਾਡਾ ਤਹਿਸੀਲਦਾਰ ਦਾ ਸਰਟੀਫਿਕੇਟ, ਤੁਹਾਡੀਆਂ ਫੋਟੋਆਂ ਨਹੀਂ ਹੈ। ਉਹਦਾ ਮਤਲਬ ਇਹ ਹੈ ਕਿ ਮੀਆਂ ਬੀਬੀ ਇੱਕੋ ਕਮਰੇ 'ਚ ਇੱਕੋ ਛੱਤ ਥੱਲੇ ਸੁੱਤੇ ਆ। ਤੇ ਭੂਆ ਦੇ ਬੇਟੇ ਵਾਲਾ ਮੈਟਰ ਕੀ ਆ? ਕਿਉਂਕਿ ਲਵਪ੍ਰੀਤ ਜਿਹੜੀ ਬੇਅੰਤ ਕੌਰ ਆ ਉਹ ਬੋਲਦੀ ਆ ਇੰਟਰਵਿਊ ਦੇ ਵਿੱਚ ਕਿ ਜੀ ਮੈਂ ਕਿਸੇ ਦੇ ਬੱਚੇ ਨੂੰ ਬਲੀ ਦਾ ਉਹ ਬੱਕਰਾ ਬਣਾ ਕਰਕੇ ਉੱਥੇ ਗਈ ਆ ਤੇ ਉੱਥੇ ਜਾ ਕਰਕੇ ਮੈਂ ਰੁਪਈਆ 30 ਲੱਖ ਕਿਸੇ ਦਾ ਲਵਾ ਕੇ ਪੂਰੀ ਜ਼ਮੀਨ ਗਹਿਣੇ ਪਵਾ ਕੇ ਵੇਚ ਕੇ ਉੱਥੇ ਪਹੁੰਚ ਗਈ ਆ ਐਂਡ ਮੇਰੀ ਜੈਨੂਇਨ ਮੈਰਿਜ ਸੀ ਤੇ ਕਿਸੇ ਮਾਂ ਦਾ ਪੁੱਤ ਮੈਂ ਉੱਥੇ ਮਰਨੇ ਲਾਤਾ। ਮੇਰਾ ਜ਼ਮੀਰ ਇਸ ਚੀਜ਼ ਦਾ ਮੈਨੂੰ ਇਜਾਜ਼ਤ ਬਿਲਕੁਲ ਨਹੀਂ ਦਿੰਦਾ। ਹਾਲ ਸੀ ਕਿ ਜੇ ਸੌਦਾ ਹੋ ਗਿਆ ਵਿਆਹ ਦਾ, ਕੁੜੀ ਕੈਨੇਡਾ ਚਲੀ ਗਈ, ਉੱਥੇ ਜਾ ਕੇ ਉਹਦਾ ਕਿਸੇ ਹੋਰ ਨਾਲ ਗੱਲਬਾਤ ਹੋ ਜਾਂਦੀ ਹੈ, ਉਹਦਾ ਦਿਲ ਕਿਤੇ ਆ ਜਾਂਦਾ ਹੈ, ਕਿਸੇ ਨਾਲ ਅਫੇਅਰ ਹੋ ਜਾਂਦਾ ਹੈ, ਕੀ ਉਹਨੂੰ ਇਹ ਰਾਈਟ ਹੁੰਦਾ ਹੈ ਕਿ ਉਹ ਪਿੱਛੇ ਆਪਦਾ ਰਿਸ਼ਤਾ ਤੋੜ ਦੇ? ਜਾਂ ਮੋਰੈਲਿਟੀ ਕਹਿੰਦੀ ਹੈ ਕਿ ਜਿਹਨੇ 30 ਲੱਖ ਲਾ ਕੇ ਭੇਜਿਆ ਸੀ ਉਹਨੂੰ ਐਟਲੀਸਟ ਕੈਨੇਡਾ ਬੁਲਾਵੇ? ਉਹ ਕਿ ਇਹਨਾਂ ਕੇਸਸ ਦੇ ਵਿੱਚ ਰਾਈਟ ਜਾਂ ਰੋਂਗ ਦਾ ਫੈਸਲਾ ਕਿਵੇਂ ਹੋਊਗਾ? ਮੁੰਡੇ ਦੀ ਗੱਲ ਜਦੋਂ ਸੁਣ ਰਹੇ ਆ ਤਾਂ ਮੁੰਡਾ ਬਿਲਕੁਲ ਠੀਕ ਲੱਗ ਰਿਹਾ ਹੈ। ਕੁੜੀ ਦੇ ਪੁਆਇੰਟ ਆਫ ਵਿਊ ਤੇ ਸਿਮਰਨ ਗਿੱਲ ਹੋਣਾ ਨੇ ਵੀ ਦੱਸਿਆ ਕਿ ਬਹੁਤ ਪ੍ਰੈਸ਼ਰ ਉੱਥੇ ਵੀ ਹੁੰਦੇ ਆ ਔਰ ਇੱਕ ਜਾਨ ਚਲੀ ਗਈ, ਸੁਸਾਈਡ ਕਰ ਗਿਆ, ਤਾਂ ਰਾਈਟ ਜਾਂ ਰੋਂਗ ਦਾ ਫੈਸਲਾ ਕਿਵੇਂ ਕਰਾਂਗੇ? ਸਤਿ ਸ਼੍ਰੀ ਅਕਾਲ, ਔਨ 에ਅਰ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਰਮਨ ਤੂਰ। ਕੁਝ ਦਿਨ ਪਹਿਲਾਂ ਹੀ ਇੱਕ ਵਾਕਿਆ ਜਿਹੜਾ ਸੁਣਨ ਨੂੰ ਮਿਲਿਆ ਸੀ ਜਿਹਦੇ ਵਿੱਚ ਕੈਨੇਡਾ ਦੇ ਵਿੱਚੋਂ ਇੱਕ ਕੁੜੀ ਜਿਹੜੀ ਆ ਉਹਦੇ ਨਾਲ ਇੱਕ ਮੁੰਡਾ ਜਿਹੜਾ ਵਿਆਹ ਕਰਾਉਂਦਾ ਔਰ ਵਿਆਹ ਇਸ ਤਰਜ਼ ਦੇ ਉੱਤੇ ਹੁੰਦਾ ਹੈ ਕਿ ਪੈਸੇ ਜਿਹੜੇ ਆ ਫੀਸ ਜਿਹੜੀ ਆ ਕੁੜੀ ਦੀ ਉਹ ਮੁੰਡੇ ਵਾਲੇ ਭਰਨਗੇ ਤੇ ਕੁੜੀ ਉਸ ਤੋਂ ਬਾਅਦ ਕੈਨੇਡਾ ਜਾ ਕੇ ਉਸ ਮੁੰਡੇ ਨੂੰ ਕੈਨੇਡਾ ਬੁਲਾਊਗੀ। ਇਹ ਚਰਚਾ ਜਿਹੜੀ ਆ ਆਮ ਹੀ ਸੁਣਨ ਨੂੰ ਮਿਲਦੀ ਆ ਔਰ ਅੱਜ ਕੱਲ੍ਹ ਜਿਹੜੇ ਵਿਆਹ ਹੈਗੇ ਆ ਖਾਸ ਤੌਰ 'ਤੇ ਇਸੇ ਤਰਜ਼ ਦੇ ਉੱਤੇ ਨੇਪਰੇ ਚੜ੍ਹਦੇ ਆ, ਪਰ ਇਹਨਾਂ ਦੇ ਨਤੀਜੇ ਜਿਹੜੇ ਆ ਕਈ ਵਾਰੀ ਬੇਹੱਦ ਘਾਤਕ ਸਾਬਤ ਹੁੰਦੇ ਆ। ਬਹੁਤ ਸਾਰੇ ਕਾਰਨ ਇਹਦੇ ਵਿੱਚ ਹੁੰਦੇ ਆ, ਦੋਨਾਂ ਜੀਆਂ ਦੀ ਉਮਰ ਘੱਟ ਹੋਣੀ ਔਰ ਉਸ ਤੋਂ ਬਾਅਦ ਹੋਰ ਬਹੁਤ ਸਾਰੇ ਵਿਸ਼ੇ ਹੈਗੇ ਆ ਜਿਨ੍ਹਾਂ ਦੇ ਉੱਤੇ ਇਸ ਚੀਜ਼ ਨੂੰ ਲੈ ਕੇ ਜਿਹੜੀ ਆ ਲਗਾਤਾਰ ਪ੍ਰੋਬਲਮ ਖੜੀ ਹੁੰਦੀ ਆ। ਸੋ ਇਸ ਵੇਲੇ ਅੱਜ ਇਹਨਾਂ ਚੀਜ਼ਾਂ ਦੇ ਉੱਤੇ ਚਰਚਾ ਕਰਾਂਗੇ ਕਿਉਂਕਿ ਪੂਰੇ ਦਾ ਪੂਰਾ ਦੋਸ਼ ਕਈ ਵਾਰੀ ਮੁੰਡੇ ਦੇ ਉੱਤੇ ਮੜ ਦਿੱਤਾ ਜਾਂਦਾ ਤੇ ਜਾਂ ਕੁੜੀ ਦੇ ਉੱਤੇ ਮੜ ਦਿੱਤਾ ਜਾਂਦਾ। ਔਰ ਇਸ ਪੂਰੇ ਮਾਮਲੇ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਧਨੌਲਾ ਪਿੰਡ ਦੇ ਲਵਪ੍ਰੀਤ ਸਿੰਘ ਦਾ ਵਿਆਹ ਬੇਅੰਤ ਕੌਰ ਨਾਮੀ ਇੱਕ ਕੁੜੀ ਦੇ ਨਾਲ ਹੁੰਦਾ ਹੈ ਤੇ ਉਸ ਤੋਂ ਬਾਅਦ ਉਹ ਕੈਨੇਡਾ ਚਲੀ ਜਾਂਦੀ ਆ। ਕੁਝ ਦਿਨ ਪਹਿਲਾਂ ਲਵਪ੍ਰੀਤ ਸੁਸਾਈਡ ਕਰ ਲੈਂਦਾ ਤੇ ਉਸ ਤੋਂ ਬਾਅਦ ਉਹਨਾਂ ਦੀ ਫੈਮਿਲੀ ਜਿਹੜੀ ਆ ਉਹ ਕੁੜੀ ਦੇ ਉੱਤੇ ਦੋਸ਼ ਲਾਉਂਦੀ ਆ ਔਰ ਬੇਹੱਦ ਗੰਭੀਰ ਦੋਸ਼ ਨੇ ਕਿ ਉਹਨਾਂ ਦਾ ਜਿਹੜੀ ਵਿਆਹਕ ਜੀਵਨ ਆ ਉਹ ਬਹੁਤਾ ਵਧੀਆ ਨਹੀਂ ਸੀ, ਕੁੜੀ ਠੀਕ ਤਰ੍ਹਾਂ ਗੱਲ ਨਹੀਂ ਸੀ ਕਰਦੀ, ਪਰ ਤਕਰੀਬਨ 30-40 ਲੱਖ ਰੁਪਈਆ ਜਿਹੜਾ ਮੁੰਡੇ ਵਾਲੇ ਕੁੜੀ ਨੂੰ ਭੇਜ ਚੁੱਕੇ ਸੀ ਫੀਸਾਂ ਦੇ ਰੂਪ ਤੇ ਹੋਰ ਖਰਚਿਆਂ ਦੇ ਰੂਪ 'ਚ। ਸੋ ਅੱਜ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਚਰਚਾ ਕਰਨ ਲਈ ਤੁਹਾਨੂੰ ਦੱਸ ਦੇਵਾਂ ਕਿ ਜਿੱਥੇ ਲਵਪ੍ਰੀਤ ਜਿਹੜੇ ਕਿ ਇਸ ਦੁਨੀਆ ਤੋਂ ਜਾ ਚੁੱਕੇ ਹੋਏ ਨੇ, ਲਵਪ੍ਰੀਤ ਦੇ ਚਾਚਾ ਜੀ ਹਰਵਿੰਦਰ ਸਿੰਘ ਸਾਡੇ ਨਾਲ ਮੌਜੂਦ ਨੇ ਤੇ ਉੱਥੇ ਹੀ ਐਡਵੋਕੇਟ GS ਘੁੰਮਣ, ਐਡਵੋਕੇਟ ਸਿਮਰਜੀਤ ਕੌਰ ਗਿੱਲ ਤੋਂ ਬਿਨਾਂ ਇਮੀਗ੍ਰੇਸ਼ਨ ਸੈਂਟਰ ਤੋਂ ਗੁਰਿੰਦਰ ਭੱਟੀ ਜਿਹੜੇ ਆ ਸਾਡੇ ਨਾਲ ਮੌਜੂਦ ਰਹਿਣਗੇ। ਸੋ ਅਸੀਂ ਗੁਰਿੰਦਰ ਭੱਟੀ ਤੋਂ ਗੱਲ ਸ਼ੁਰੂ ਕਰਦੇ ਹਾਂ, ਉਹਨਾਂ ਤੋਂ ਜਾਣਦੇ ਹਾਂ ਕਿਉਂਕਿ ਇਮੀਗ੍ਰੇਸ਼ਨ ਸੈਂਟਰ ਇਹੋ ਜਿਹੀਆਂ ਚੀਜ਼ਾਂ ਨੇ ਜਿੱਥੇ ਸਭ ਤੋਂ ਪਹਿਲਾਂ ਇਹ ਲੋਕ ਪਹੁੰਚਦੇ ਨੇ ਔਰ ਬਹੁਤ ਸਾਰੀਆਂ ਚੀਜ਼ਾਂ, ਬਹੁਤ ਸਾਰੀਆਂ ਸ਼ਰਤਾਂ ਖੁੱਲ੍ਹ ਕੇ ਇਹਨਾਂ ਲੋਕਾਂ ਦੇ ਸਾਹਮਣੇ ਦੱਸ ਦਿੰਦੇ ਨੇ ਕਿ ਅਸੀਂ ਕਿਸ ਪਰਪਸ ਨੂੰ ਵਿਆਹ ਕਰ ਰਹੇ ਹਾਂ ਔਰ ਕਿਸ ਤਰੀਕੇ ਦੇ ਨਾਲ ਇੱਕ ਬੰਦਾ ਕੈਨੇਡਾ ਜਾਊਗਾ ਤੇ ਦੂਜਾ ਉਹਦੇ ਜ਼ਰੀਏ ਪਹੁੰਚੂਗਾ। ਗੁਰਿੰਦਰ ਜੀ ਤੁਹਾਡਾ ਬਹੁਤ-ਬਹੁਤ ਸਵਾਗਤ। ਤੁਹਾਡੇ ਤੋਂ ਜਾਣਨਾ ਚਾਹੁੰਦੇ ਆ ਕਿ ਕੀ ਹੁੰਦਾ ਹੈ ਇਹੋ ਜਿਹੀਆਂ ਚੀਜ਼ਾਂ ਦੇ ਵਿੱਚ, ਕਿਉਂਕਿ ਆਮ ਤੌਰ ਦੇ ਉੱਤੇ ਹੀ ਲੋਕ ਪਹੁੰਚਦੇ ਆ। ਪਹਿਲਾਂ ਹੁੰਦਾ ਸੀ ਕਿ ਵਿਦਿਆਰਥੀ ਜਿਹੜੇ ਆ ਪੜ੍ਹਨ ਜਾਣਾ ਚਾਹੁੰਦੇ ਆ ਜਾਂ ਪਹਿਲਾਂ ਹੁੰਦਾ ਸੀ ਕਿ ਮੁੰਡੇ ਵਾਲੇ ਕੁੜੀ ਦੇ ਨਾਲ ਵਿਆਹ ਕਰਾਉਂਦੇ ਆ, ਦਹੇਜ ਦੇ ਰੂਪ 'ਚ ਬਹੁਤ ਸਾਰਾ ਪੈਸਾ ਲੈ ਜਾਂਦੇ ਤੇ ਉਸ ਤੋਂ ਬਾਅਦ ਵਿਆਹ ਸਿਰੇ ਨਹੀਂ ਚੜ੍ਹਦਾ। ਹੁਣ ਕੁਝ ਉਲਟਾ ਹੁੰਦਾ ਨਜ਼ਰ ਆ ਰਿਹਾ। ਕਿਸ ਤਰੀਕੇ ਦੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਦੇਖਣ ਨੂੰ ਮਿਲਦੀਆਂ? ਅੱਜ ਦੀ ਡੇਟ ਦੇ ਵਿੱਚ ਜਦੋਂ ਪਹਿਲਾਂ ਇੱਕ ਟਾਈਮ ਹੁੰਦਾ ਸੀ ਜਦੋਂ ਇਹ ਕਿਹਾ ਜਾਂਦਾ ਸੀ ਕਿ ਵੀ ਜੀ ਜੋੜੀਆਂ ਜਿਹੜੀਆਂ ਮੈਂ ਉੱਤੋਂ ਬਣ ਕੇ ਆਉਂਦੀਆਂ, ਸੁਰਗਾਂ ਤੋਂ ਬਣ ਕੇ ਆਉਂਦੀਆਂ ਐਂਡ ਇੱਥੇ ਆ ਕਰਕੇ ਇਸ ਧਰਤੀ ਤੇ ਸਾਨੂੰ ਨਿਭਾਉਣੀਆਂ ਪੈਂਦੀਆਂ। ਐਂਡ ਅੱਜ ਦਾ ਟਾਈਮ ਇਹ ਆ ਗਿਆ ਵਾ ਕਿ ਵੀ ਪਹਿਲੇ ਪੰਜਾਬ ਦੇ ਵਿੱਚ ਕਿਤੇ ਵੀ ਅਸੀਂ ਧੀ ਪੁੱਤ ਦਾ ਰਿਸ਼ਤਾ ਕਰਨਾ ਹੁੰਦਾ ਸੀ ਤਾਂ ਬਹੁਤ ਚੀਜ਼ਾਂ ਨੂੰ ਦੇਖਿਆ ਪੜਤਾਲਿਆ ਜਾਂਦਾ ਸੀ ਕਿ ਵੀ ਪਰਿਵਾਰ ਕਿਵੇਂ ਦਾ ਵਾ, ਕੁੜੀ ਕਿੱਦਾਂ ਦੀ ਹੈ, ਮੁੰਡਾ ਕਿੱਦਾਂ ਦਾ ਵਾ, ਕਿ ਕੋਈ ਨਸ਼ੇ ਤੇ ਨਹੀਂ ਹੈ, ਕੋਈ ਐਬ ਤੇ ਨਹੀਂ ਹੈ, ਕਿ ਮਤਲਬ ਕੁੜੀ ਸੁਖੀ ਰਹੇਗੀ ਕਿ ਨਹੀਂ ਰਹੇਗੀ।
ਅੱਜ ਦੀ ਡੇਟ ਦੇ ਵਿੱਚ ਜਿਹੜਾ ਵਾ ਸਭ ਤੋਂ ਪਹਿਲੀ ਚੀਜ਼ ਦੇਖੀ ਜਾਂਦੀ ਹੈ ਕਿ ਕੁੜੀ ਦੇ ਆਇਲਸ ਦੇ ਬੈਂਡ ਕਿੰਨੇ ਹੈ ਜਾਂ ਮੁੰਡੇ ਦੇ ਆਇਲਸ ਦੇ ਬੈਂਡ ਕਿੰਨੇ ਹੈ, ਕਿਉਂਕਿ ਸਾਡੇ ਕੋਲ ਰੋਜ਼ ਦੀ ਮੈਂ ਕਹਾਂਗਾ ਕਿ 4-5 ਇਦਾਂ ਦੇ ਕੇਸਿਸ ਆ ਹੀ ਜਾਂਦੇ ਆ ਦਫ਼ਤਰ ਦੇ ਵਿੱਚ ਕਿ ਜਿਹੜੇ ਆ ਕਰਕੇ ਪਹਿਲਾ ਸਵਾਲ ਇਹ ਪੁੱਛਦੇ ਕਿ ਭਾਜੀ ਆ ਕੁੜੀ ਦੇ ਕਾਗਜ਼ ਹੈਗੇ, ਇਹਦਾ ਵੀਜ਼ਾ ਲੱਗ ਜੂਗਾ। ਅਸੀਂ ਸਵਾਲ ਪਹਿਲਾਂ ਪੁੱਛਣਾ ਹੁੰਦਾ ਕਿ ਓਕੇ ਤੁਸੀਂ ਇਹ ਦੱਸੋ ਕਿ ਇਹ ਤੁਹਾਡੇ ਕੀ ਲੱਗਦੇ ਆ? ਇਹ ਜੀ ਮੇਰੇ ਫਿਆਂਸੇ ਹੈਗੇ। ਅੱਛਾ ਫਿਆਂਸੇ, ਤੁਹਾਡੀ ਕੋਈ ਮੰਗਣੀ ਹੋਈ ਹੋਏਗੀ, ਕੋਈ ਫੋਟੋ ਨਹੀਂ ਜੀ, ਅਜੇ ਘਰ ਦੇ ਕੁੜੀ ਦੇਖਦੇ ਪਏ ਆ ਕਿ ਵੀ ਜੇ ਤੁਸੀਂ ਕਹੋਗੇ ਕਿ ਇਹਦਾ ਵੀਜ਼ਾ ਲੱਗ ਜੂਗਾ ਫਿਰ ਇਹੀ ਵਿਆਹ ਕਰਾਵਾਂਗੇ। ਇਹ ਸਾਡੀ ਕੰਟਰੈਕਟ ਮੈਰਿਜ ਨਹੀਂ, ਇਹ ਸਾਡਾ ਪੱਕਾ ਹੀ ਵਿਆਹ ਹੈ। ਕਿ ਯਾਰ ਜਦੋਂ ਦਿਲ ਦੇ ਵਿੱਚ ਮਨਸ਼ਾ ਹੀ ਇਹ ਹੈ ਕਿ ਜੀ ਅਸੀਂ ਬਾਹਰ ਜਾਣ ਨੂੰ ਵਿਆਹ ਕਰਾਉਣਾ ਹੈ ਜਾਂ ਵਿਆਹ ਹੀ ਤਦ ਕਰਾਉਣਾ ਜੇਕਰ ਇੱਕ ਕੰਸਲਟੈਂਟ ਹਾਂ ਕਰੇਗਾ। ਸੋ ਇੱਕ ਕੰਟਰੈਕਟ ਹੈ ਜਾਂ ਜੈਨੂਇਨ ਹੈ, ਇੰਟੈਂਸ਼ਨ ਤੇ ਕਲੀਅਰ ਹੋ ਰਹੀ ਹੈ ਨਾ ਕਿ ਜੀ ਬਾਹਰ ਜਾਣ ਨੂੰ ਵਿਆਹ ਕਰਾਉਣਾ। ਸੋ ਇਹ ਬੜੀ ਮੱਦਭਾਗੀ ਚੀਜ਼ ਹੈ ਜੀ ਕਿ ਵੀ ਉਹ ਪਿੰਡਾਂ ਦੇ ਵਿੱਚ ਕਹਿ ਲਓ, ਅੱਜ ਸ਼ਹਿਰਾਂ ਦੇ ਵਿੱਚ ਵੀ ਚੱਲ ਪਿਆ, ਹਰ ਜਗ੍ਹਾ ਇਹ ਕਲਚਰ ਹੀ ਮੈਂ ਕਹਿੰਦਾ ਅਪਣਾਇਆ ਜਾ ਰਿਹਾ ਜਾਂ ਦੇਖਣ ਨੂੰ ਮਿਲ ਰਿਹਾ ਕਿ ਇੱਕ ਬੰਦਾ ਪੈਸੇ ਲਾ ਰਿਹਾ ਤੇ ਦੂਜਾ ਬੰਦਾ ਜਿਹੜਾ ਵਾ ਪੜ੍ਹਾਈ ਲਿਖਾਈ ਦੇ ਮੁੱਲ ਦੇ ਉੱਤੇ ਬਾਹਰ ਜਾਂਦਾ ਪਿਆ ਵਾ। ਮੈਰਿਜ ਜੈਨੂਇਨ ਹੀ ਕਹਾਈ ਜਾਂਦੀ ਹੈ ਕਿਉਂਕਿ ਜੀ ਮੈਰਿਜ ਜੈਨੂਇਨ ਹੈ, ਕੁੜੀ ਮੁੰਡੇ ਨੇ ਇਕੱਠੇ ਰਹਿਣਾ। ਬਟ ਆਉਣ ਵਾਲਾ ਜਿਹੜਾ ਇਸ ਵੇਲੇ ਸਮਾਂ ਚੱਲ ਰਿਹਾ ਵਾ ਉੱਥੇ ਜਾ ਕਰਕੇ ਕੁੜੀ ਵੀ ਜਾਂ ਮੁੰਡਾ ਵੀ ਜਾਂ ਮੇਨ ਐਪਲੀਕੈਂਟ ਵੀ ਹੈ, ਉਹਨਾਂ ਦੇ ਸਿਚੁਏਸ਼ਨ ਕਹਿ ਲਓ, ਸਰਕਮਸਟੈਂਸਸ ਕਹਿ ਲਓ। ਸੋ ਕਿਸੇ ਇੱਕ ਬੰਦੇ ਬਾਰੇ ਟਿੱਪਣੀ ਨਾ ਕਰਕੇ ਓਵਰਆਲ ਹੈ ਕਿ ਹਾਲਾਤ ਐਂਡ ਪ੍ਰਾਇੋਰਟੀਜ਼ ਚੇਂਜ ਹੁੰਦੀਆਂ, ਹਰ ਇਨਸਾਨ ਦੀਆਂ ਚੇਂਜ ਹੁੰਦੀਆਂ। ਸੋ ਉਹ ਜਦੋਂ ਚੇਂਜ ਹੁੰਦੀਆਂ, ਇੱਥੇ ਬੈਠਾ ਜਿਹੜਾ ਬੰਦਾ ਹੈਗਾ ਵਾ ਉਹਨੂੰ ਇਹ ਸਭ ਤੋਂ ਜ਼ਿਆਦਾ ਸੇਕਾ ਲੱਗਦਾ, ਚਾਹੇ ਉਹ ਮੁੰਡਾ ਹੈ ਚਾਹੇ ਉਹ ਕੁੜੀ ਹੈ। ਸੋ ਅੱਜ ਦਾ ਹਾਲਾਤ ਜਿਹੜਾ ਵਾ ਇਹ ਹੋ ਗਿਆ ਕਿ ਆਮ ਤੌਰ ਦੇ ਉੱਤੇ ਸਰਟੀਫਿਕੇਟਾਂ ਨੂੰ ਲੈ ਕਰਕੇ ਜਾ ਕਰਕੇ ਪੁੱਛਿਆ ਜਾਂਦਾ। ਸੋ ਕਿੰਨੀਆਂ ਹੀ ਵੀਡੀਓਜ਼, ਕਿੰਨੀਆਂ ਹੀ ਮੈਸੇजेस ਇਸ ਚੀਜ਼ ਦੇ ਦੇ ਚੁੱਕੇ ਹੋਏ ਆ ਕਿ ਜੇ ਬਾਹਰ ਜਾਣ ਦੀ ਮਨਸ਼ਾ ਹੈਗੀ ਹੈ ਤੇ ਬਿਲਕੁਲ ਮਤਲਬ ਵਿਆਹਾਂ ਦੇ ਧੀਆਂ ਪੁੱਤਾਂ ਦੇ ਸੌਦੇ ਨਾ ਕਰੋ। ਇਸ ਤਰ੍ਹਾਂ ਦਾ ਜਿਹੜਾ ਇੱਕ ਕੇਸ ਆਇਆ, ਇਹ ਕੇਸ ਆਉਣ ਤੋਂ ਬਾਅਦ ਹੋਰ ਕਿੰਨੀਆਂ ਹੀ ਸਾਰੀਆਂ ਚੀਜ਼ਾਂ ਤੁਸੀਂ ਖੁਦ ਵੀ ਦੇਖੀਆਂ ਹੋਣਗੀਆਂ, ਸੋਸ਼ਲ ਮੀਡੀਆ ਦੇ ਉੱਤੇ ਵੀ ਇਹ ਚੀਜ਼ਾਂ ਦਾ ਜ਼ਿਕਰ ਆਉਣ ਲੱਗ ਪਿਆ ਕਿ ਹਾਂਜੀ ਫਲਾਨੀ ਜਗ੍ਹਾ ਤੋਂ ਵੀ ਇਦਾਂ ਹੋਇਆ ਹੈ ਕਿ ਮੁੰਡੇ ਵਾਲਿਆਂ ਨੇ ਇੰਨੀ ਵੱਡੀ ਫੀਸ ਭਰ ਦਿੱਤੀ ਔਰ ਕੁੜੀ ਨੇ ਜਾ ਕੇ ਬੁਲਾਇਆ ਨਹੀਂ ਆ ਜਾਂ ਗੱਲਬਾਤ ਨਹੀਂ ਕੀਤੀ। ਇਹ ਚੀਜ਼ਾਂ ਦੇ ਅਸਲ ਦੇ ਵਿੱਚ ਕਾਰਨ ਕੀ ਲੱਗਦੇ ਆ? ਕਿਉਂਕਿ ਕੁੜੀ ਵਾਲਿਆਂ ਦਾ ਵੀ ਇਹ ਪੱਖ ਆ ਜਾਂਦਾ ਕਿ ਬਾਰ-ਬਾਰ ਜਿਹੜਾ ਇੱਥੋਂ ਫੋਨ ਕਾਲਸ ਜਾਂਦੀਆਂ ਔਰ ਬੜੇ ਤਰੀਕੇ ਦਾ ਪ੍ਰੈਸ਼ਰ ਬਿਲਡਅਪ ਕੀਤਾ ਜਾਂਦਾ ਔਰ ਉੱਥੇ ਦਾ ਜਿਹੜਾ ਮਾਹੌਲ ਹੈਗਾ, ਉੱਥੋਂ ਦੇ ਹਾਲਾਤ ਹੈਗੇ ਕਿ ਕੰਮ ਦਾ ਪ੍ਰੈਸ਼ਰ ਹੁੰਦਾ ਔਰ ਉੱਤੋਂ ਪਿਛਲੀਆਂ ਜ਼ਿੰਮੇਵਾਰੀਆਂ ਔਰ ਉੱਤੋਂ ਪੜ੍ਹਾਈ ਦਾ ਪ੍ਰੈਸ਼ਰ। ਕੀ ਲੱਗਦਾ ਹੈ ਕਿ ਦੋਨੋਂ ਪੱਖਾਂ ਦੇ ਵਿੱਚੋਂ ਵਾਕਈ ਇੱਕ ਪੱਖ ਹੀ ਕਸੂਰਵਾਰ ਹੁੰਦਾ ਜਾਂ ਦੋਨੋਂ ਪੱਖ ਹੀ ਬਰਾਬਰ ਮੰਨੇ ਜਾ ਸਕਦੇ ਇਸ ਚੀਜ਼ ਕਸੂਰਵਾਰ? ਦੇਖੋ ਜੀ, ਤਾੜੀ ਦੋ ਹੱਥਾਂ ਨਾਲ ਵੱਜਦੀ ਹੈ, ਇੱਕ ਹੱਥਾਂ ਨਾਲ ਨਹੀਂ ਵੱਜਦੀ। ਜੇ ਅਸੀਂ ਕਹਿ ਦਈਏ ਕਿ ਵੀ ਕੱਲੀ ਕੁੜੀ ਕਸੂਰਵਾਰ ਹੈ, ਕੱਲਾ ਮੁੰਡਾ ਕਸੂਰਵਾਰ ਨਹੀਂ, ਜਾਂ ਮੁੰਡਾ ਕਸੂਰਵਾਰ ਹੈ ਕੁੜੀ ਕਸੂਰਵਾਰ ਨਹੀਂ, ਇਹ ਗੱਲ ਸਮਝ ਨਹੀਂ ਆਉਂਦੀ। ਬਟ ਜਿਸ ਜਿਹੜਾ ਬੱਚਾ ਜਿਸ ਕਿਸੇ ਮਾਂ ਦਾ ਪੁੱਤ ਜਦੋਂ ਚਲਾ ਜਾਂਦਾ ਹੈ ਜਾਂ ਕਿਸੇ ਦੀ ਧੀ ਚਲੀ ਜਾਂਦੀ ਹੈ, ਉਹ ਪਰਿਵਾਰ ਦਾ ਘਰ ਦਾ ਜੀ ਦਾ ਘਾਟਾ ਕੋਈ ਨਹੀਂ ਪੂਰਾ ਕਰ ਸਕਦਾ। ਸੋ ਉੱਥੇ ਕਿਹੜੀ ਗਲਤੀ ਹੈ ਕਿਹੜੀ ਗਲਤੀ ਨਹੀਂ ਹੈ, ਅਸੀਂ ਉਹ ਕੋਈ ਨਹੀਂ ਹੁੰਦੇ ਉਸ ਚੀਜ਼ ਦੇ ਉੱਤੇ ਟਿੱਪਣੀ ਕਰਨ ਵਾਲੇ। ਬਟ ਹਾਂ, ਇਹ ਚੀਜ਼ ਜ਼ਰੂਰ ਹੈ ਕਿ ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ, ਦੋਵਾਂ ਨਾਲ ਵੱਜਦੀ ਹੈ। ਜਦੋਂ ਕਿਸੇ ਵੀ ਰਿਸ਼ਤੇ ਦੀ ਬੁਨਿਆਦ ਕਿਸੇ ਲਾਲਚ ਦੇ ਉੱਤੇ ਟਿਕੀ ਹੋਈ ਹੈ, ਉਹਦਾ ਅੰਤ ਕੋਈ ਵਧੀਆ ਨਹੀਂ ਹੋ ਸਕਦਾ। ਬਹੁਤ ਸਿੰਪਲ ਜੀ ਚੀਜ਼ ਹੈ। ਸੋ ਇਹ ਜਿਹੜੇ ਕਹਿ ਲਓ ਕੁੜੀਆਂ ਦਾ ਜਿਹੜਾ ਬੰਦਾ ਉੱਥੇ ਬੈਠਾ ਉਹਨਾਂ ਦੇ ਆਪਣੇ ਪੱਖ ਹੈ, ਜਿਹੜੇ ਇੱਥੇ ਬੈਠੇ ਹੋਏ ਉਹਨਾਂ ਦੇ ਆਪਣੇ ਪੱਖ ਹੈ। ਉਹ ਕਹਿੰਦੇ ਨੇ ਸਾਡੀ ਕਹਾਵਤ ਸਾਨੂੰ ਛੋਟੇ ਹੁੰਦਿਆਂ ਤੋਂ ਸਿਖਾਈ ਗਈ ਹੈ ਕਿ ਯਾਰ ਨੀਤਾਂ ਨੂੰ ਮੁਰਾਦਾ ਹੈ। ਜਦੋਂ ਤੁਹਾਡੀਆਂ ਇੰਟੈਂਸ਼ਨਸ ਕਲੀਅਰ ਹੈ, ਤੁਹਾਡੀ ਮਹਾਰਾਜ ਆਪਣੇ ਆਪ ਨੇੜੇ ਹੋ ਕੇ ਸੁਣਦਾ। ਜਦੋਂ ਤੁਹਾਡੀ ਇੰਟੈਂਸ਼ਨ ਦੇ ਵਿੱਚ ਕਿਤੇ ਨਾ ਕਿਤੇ ਖੋਟ ਹੈ ਕਿ ਦਿਲ ਦਿਮਾਗ 'ਚ ਕੁਛ ਹੈ ਔਰ ਜ਼ੁਬਾਨ ਤੇ ਕੁਛ ਹੈ, ਤੇ ਤੁਹਾਨੂੰ ਅੱਗੇ ਉਹਦੇ ਰਿਜ਼ਲਟ ਵੀ ਉਸ ਤਰੀਕੇ ਮਿਲਣੇ ਆ। ਮੈਂ ਇੱਕ ਛੋਟੀ ਜਿਹੀ ਤੇ 1 ਸੈਕਿੰਡ ਦੇ ਵਿੱਚ ਐਗਜ਼ਾਮਪਲ ਦਵਾਂਗਾ। ਐਮਬੈਸੀ ਦੀ ਇੱਕ ਸਟੱਡੀ ਆਈ, ਕੇਸ ਸਟੱਡੀ ਹੈ ਸਾਡੇ ਕੋਲ। ਔਰ ਚਾਹ ਜੀ ਕੁੜੀ ਦਾ ਵੀਜ਼ਾ 18 ਤਰੀਕ ਨੂੰ ਲੱਗ ਕੇ ਆ ਗਿਆ। ਕੁੜੀ ਨੇ ਐਪਲੀਕੇਸ਼ਨ ਫਾਰਮ 'ਚ ਕਿਹਾ ਕਿ ਆਈ ਐਮ ਸਿੰਗਲ। ਕੁੜੀ ਦਾ 18 ਨੂੰ ਵੀਜ਼ਾ ਲੱਗ ਕੇ ਆ ਰਿਹਾ, 25 ਨੂੰ ਕੁੜੀ ਉੱਥੇ ਕੈਨੇਡਾ ਪਹੁੰਚ ਗਈ ਔਰ ਸਟੱਡੀ ਪਰਮਿਟ ਇਸ਼ੂ ਹੋ ਗਿਆ। ਸੋ ਵਿੱਚ ਵਕਫਾ ਸੀ ਸਿਰਫ 7 ਦਿਨ ਦਾ। ਮੁੰਡੇ ਨੇ ਆਪਣਾ ਵੀਜ਼ਾ ਅਪਲਾਈ ਕੀਤਾ। ਅਪਲਾਈ ਕਰਨ ਤੋਂ ਬਾਅਦ ਉਹਨੂੰ ਕਿਹਾ ਜੀ ਮੈਂ ਇਸ ਕੁੜੀ ਨਾਲ ਵਿਆਹ ਆ। ਉਹਨੂੰ ਪੁੱਛਿਆ ਕਿ ਤੇਰੀ ਡੇਟ ਜਿਹੜੀ ਵਿਆਹ ਦੀ ਕਿਰੀ, ਉਹ ਕਹਿੰਦਾ ਜੀ 20 ਤਰੀਕ ਨੂੰ ਮੇਰਾ ਵਿਆਹ ਆ। ਉਹਨਾਂ ਨੇ ਕਿਹਾ ਜੀ 18 ਤਰੀਕ ਨੂੰ ਤੇਰਾ ਵੀਜ਼ਾ ਲੱਗਾ, 20 ਤਰੀਕ ਨੂੰ ਤੇਰਾ ਵਿਆਹ ਹੋ ਗਿਆ ਔਰ 25 ਤਰੀਕ ਨੂੰ ਤੁਸੀਂ ਕੈਨੇਡਾ ਪਹੁੰਚ ਵੀ ਗਏ। ਸੋ ਦੈਟ ਮੀਨਸ 24 ਨੂੰ ਟਰੈਵਲ ਕੀਤਾ। ਮੁੰਡੇ ਦਾ ਵੀਜ਼ਾ ਰਿਜੈਕਟ ਕਰਤਾ ਉਹਨਾਂ ਨੇ, ਓਪਨ ਵਰਕ ਪਰਮਿਟ ਇਸ ਚੀਜ਼ ਕਰਕੇ। ਇੱਕੋ ਲਾਈਨ ਲਿਖੀ that we don't think that the relationship has been developed between husband and wife. So that means ਤੁਸੀਂ ਉਹ 'ਚ ਕੀ ਕਾਗਜ਼ ਲਗਾ ਲੋਗੇ ਜਾਂ ਕੀ ਕਰ ਲੋਗੇ ਕਿ ਵੀ ਐਕਚੁਅਲ ਕੀ ਜੈਨੂਇਨ ਪੰਜਾਬ ਦੇ ਵਿੱਚ ਜਾਂ ਕਿਤੇ ਵੀ ਕੀ ਹੈ ਕਿ ਵੀ ਮੇਰਾ ਵਿਆਹ ਹੋਇਆ, ਮੇਰੀ ਵਾਈਫ ਘਰੇ ਆਈ ਹੈ, ਮੇਰੇ ਮਾਪਿਆਂ ਦੇ ਚਾਮਲਾਰ ਹੈ, ਉਹ 5 ਦਿਨਾਂ ਬਾਅਦ ਕੁੜੀ ਨੂੰ ਬਾਹਰ ਨਹੀਂ ਤੋੜ ਦੇਣਗੇ। ਇਹਦੇ ਪਿੱਛੇ ਕੋਈ ਨਾ ਕੋਈ ਪਲੈਨਿੰਗ ਹੋਏਗੀ, ਇੰਟੈਂਸ਼ਨਸ ਹੋਣਗੇ।
ਗੁਰਿੰਦਰ ਜੀ, ਮੈਂ ਤੁਹਾਡੇ ਤੱਕ ਵਾਪਸ ਆਉਣੀ ਆ। ਉਸ ਤੋਂ ਪਹਿਲਾਂ ਮੈਂ ਲਵਪ੍ਰੀਤ ਦੇ ਚਾਚਾ ਜੀ ਨਾਲ ਵੀ ਗੱਲ ਕਰਦੇ ਆ, ਪਰ ਸਿਮਰਜੀਤ ਕੌਰ ਗਿੱਲ ਐਡਵੋਕੇਟ ਮੇਰੇ ਨਾਲ ਮੌਜੂਦ ਨੇ, ਉਹਨਾਂ ਤੋਂ ਵੀ ਜਾਣਦੇ ਆ। ਸਿਮਰਜੀਤ, ਹਮੇਸ਼ਾ ਇਹ ਹੁੰਦਾ ਹੈ ਕਿ ਜਿਵੇਂ ਹੁਣ ਪਹਿਲਾਂ ਇਹ ਆਮ ਹੀ ਸੁਣਨ ਨੂੰ ਮਿਲਦਾ ਸੀ ਵੀ ਕੁੜੀਆਂ ਦੇ ਨਾਲ ਠੱਗੀ ਵੱਜਦੀ ਆ, ਹੈ ਨਾ। ਕੁੜੀਆਂ ਕਿੰਨੇ ਸਾਲ ਵਿਆਹ ਤੋਂ ਬਾਅਦ ਉਡੀਕਦੀਆਂ ਰਹਿ ਜਾਂਦੀਆਂ ਤੇ ਪਿੱਛੇ ਸਹੁਰਿਆਂ ਦੀ ਸੇਵਾ ਦੇ ਵਿੱਚ ਲਾ ਕੇ ਤੇ ਕਹਿੰਦੇ ਵੀ ਮੁੰਡੇ ਵਾਪਸ ਨਹੀਂ ਸੀ ਮੁੜਦੇ। ਹੁਣ ਇਹ ਚੀਜ਼ ਆਇਆ ਇੱਕ, ਤੇ ਉਹ ਚੀਜ਼ ਬੜਾ ਨੈਗੇਟਿਵ ਚੀਜ਼ ਹੈ, ਇਹਨੂੰ ਵੀ ਮੰਨਦੇ ਆ ਕਿਉਂਕਿ ਦੋਨੋਂ ਚੀਜ਼ਾਂ ਦੇ ਵਿੱਚ ਹੀ ਗਲਤ ਹੈ। ਪਰ ਇਹ ਜਿਹੜੀਆਂ ਚੀਜ਼ਾਂ ਦੇ ਵਿੱਚ ਕੁੜੀ ਜਿਹੜੀ ਆ ਪੂਰੇ ਤਰੀਕੇ ਨਾਲ ਦੋਸ਼ੀ ਦਿਖਾ ਦਿੱਤੀ ਜਾਂਦੀ, ਔਰ ਇਸ ਮਾਮਲੇ ਦੇ ਵਿੱਚ ਵੀ ਜਿਹੜੀ ਕੁੜੀ ਹੈਗੀ ਆ ਬੇਅੰਤ ਕੌਰ, ਉਹ ਇੱਕ ਇੰਟਰਵਿਊ ਦੇ ਵਿੱਚ ਦੱਸਦੀ ਹੈ ਕਿ ਮੈਨੂੰ ਮਾਈਗ੍ਰੇਨ ਦੀ ਪ੍ਰੋਬਲਮ ਸੀ, ਮੇਰੇ ਤੇ ਪ੍ਰੈਸ਼ਰ ਬਿਲਡਅਪ ਕੀਤਾ ਜਾਂਦਾ ਸੀ ਕਿ ਪੈਸੇ ਭੇਜ, ਨਵਾਂ ਫੋਨ ਭੇਜ, ਬੜੀਆਂ ਚੀਜ਼ਾਂ। ਕੀ ਲੱਗਦਾ ਕਿ ਕੁੜੀ ਦੇ ਪੱਖ ਦੇ ਵਿੱਚ ਵੀ ਇੰਨਾ ਜਿਹੜਾ ਕਸੂਰ ਨਹੀਂ ਹੋ ਸਕਦਾ ਜਿੰਨਾ ਹੁਣ ਦਿਖਾਇਆ ਜਾ ਰਿਹਾ ਹੈ? ਦੇਖੋ, ਬਹੁਤ ਸਾਰੀਆਂ ਗੱਲਾਂ ਹੈਗੀਆਂ ਇਹਦੇ ਵਿੱਚ, ਕਿਉਂਕਿ ਆਪਾਂ ਕੱਲੇ ਇਹਨਾਂ ਵਾਲਾ ਕੇਸ ਨਾ ਲਈਏ, ਮੇਰੇ ਕੋਲ ਇਹੋ ਜਿਹੇ ਕਿੱਸੇ ਆਉਂਦੇ ਰਹਿੰਦੇ ਨੇ। ਮੈਂ ਇੱਥੇ ਇੱਕ ਕੇਸ ਤੁਹਾਡੇ ਸਾਹਮਣੇ ਰੱਖੂੰਗੀ। ਇੱਕ ਕੁੜੀ ਸੀਗੀ ਅੰਮ੍ਰਿਤਸਰ ਏਰੀਏ ਦੀ, ਤੇ ਉਹਨੂੰ ਪਿੱਛੇ ਜੇ ਰੈਸਕਿਊ ਵੀ ਕਰਾ ਕੇ ਲਿਆਂਦਾ ਸੀਗਾ, ਤੇ ਤੁਹਾਡੇ ਚੈਨਲ ਵਾਲਿਆਂ ਨੂੰ ਪਤਾ ਵੀ ਹੈਗਾ ਆ ਉਹਦੇ ਬਾਰੇ। ਉਹ ਕੁੜੀ ਨੂੰ ਉਹਦੇ ਸਹੁਰਿਆਂ ਨੇ ਜ਼ਬਰਦਸਤੀ, ਜਦੋਂ ਪ੍ਰੈਗਨੈਂਟ ਸੀਗੀ, ਉਹਨੂੰ ਉਹਦੀ ਲਵ ਮੈਰਿਜ ਹੋਈ ਸੀਗੀ, ਤੇ ਉਹਨੂੰ ਜ਼ਬਰਦਸਤੀ ਆਈਲੈਟਸ ਕਰਾ ਕੇ ਉਹਨੂੰ ਯੂਕੇ ਭੇਜਿਆ। ਉੱਥੋਂ ਜਾ ਕੇ ਉਹਨੇ ਆਪਣੇ ਹਸਬੈਂਡ ਦਾ ਵੀਜ਼ਾ ਅਪਲਾਈ ਕੀਤਾ, ਤੇ ਉਹਦੇ ਹਸਬੈਂਡ ਦਾ 2 ਵਾਰ ਵੀਜ਼ਾ ਰਿਜੈਕਟ ਹੋ ਗਿਆ, ਤੇ ਉਹਦਾ ਬੱਚਾ ਥੋੜਾ ਜਿੱਥੇ ਸੀ, ਉਹ ਮਾਂ ਨੂੰ ਮਜਬੂਰ ਕੀਤਾ ਗਿਆ ਕਿ ਉਹ ਆਪਣੇ ਨਿੱਕੇ ਬੱਚੇ ਨੂੰ ਛੱਡ ਕੇ ਉੱਥੇ ਜਾਵੇ। ਤੇ ਉਹ ਉੱਥੇ ਚਲੀ ਗਈ, ਤੇ ਜਦੋਂ ਚਲੀ ਗਈ ਵੀਜ਼ਾ ਰਿਜੈਕਟ ਹੋ ਗਿਆ, ਤੇ ਫਿਰ ਉਹਨੂੰ ਪ੍ਰੈਸ਼ਰਾਈਜ਼ ਕਰਨਾ ਸ਼ੁਰੂ ਕਰਤਾ ਕਿ ਤੂੰ ਵਾਪਸ ਆ ਜਾ। ਹੁਣ ਉਹ ਪੜ੍ਹ ਰਹੀ ਸੀ, ਓਬਵੀਅਸਲੀ ਗੱਲ ਉਹ ਕਿਸੇ ਦੀ ਕਠਪੁਤਲੀ ਤਾਂ ਹੈ ਨੀ ਗੀ, ਉਹ ਪੜ੍ਹ ਰਹੀ ਸੀਗੀ, ਤੇ ਉੱਥੋਂ ਉਹਨੂੰ ਕਹਿ ਦਿੱਤਾ ਕਿ ਵਾਪਸ ਆ ਜਾ, ਤੇ ਉਹਨੇ ਵਾਪਸ ਆਉਣ ਤੋਂ ਮਨਾ ਕਰਦਾ। ਥੋੜਾ ਜਿਹਾ ਉਹ ਮਿਸਅੰਡਰਸਟੈਂਡਿੰਗ ਕਰਕੇ ਉਹਨੇ ਗੱਲ ਕਰਨੀ ਬੰਦ ਕਰਤੀ। ਤੇ ਇੱਥੇ ਮੁੰਡੇ ਵਾਲਿਆਂ ਨੇ ਕੀ ਕੀਤਾ ਕਿ ਪੂਰੀ ਪਰਿਵਾਰ ਦੇ ਉੱਤੇ, ਇਨਕਲੂਡਿੰਗ ਉਹਦੀ 9ਵੀਂ ਕਲਾਸ ਚ ਪੜ੍ਹਦੀ ਮਾਈਨਰ ਸਿਸਟਰ ਦੇ ਉੱਤੇ ਵੀ FIR ਦਰਜ ਕਰਤੀ 420 ਦੀ, ਜਦ ਕਿਸੇ ਵੀ ਐਂਗਲ ਤੋਂ ਬਣਦੀ ਨਹੀਂ ਸੀਗੀ। ਤੇ ਕੁੜੀ ਨੂੰ ਫੋਰਸਫੁਲੀ ਇੱਥੇ ਬੁਲਾ ਲਿਆ ਵਾਪਸ। FIR ਦੇ ਚੱਕਰ 'ਚ ਜਦੋਂ ਭੈਣ ਭਰਾਵਾਂ ਤੇ FIR ਹੋ ਗਈ, ਤੇ ਮਾਪਿਆਂ ਦੇ ਉੱਤੇ FIR ਹੋ ਗਈ, 9 ਜਾਣਿਆਂ ਦੇ ਉੱਤੇ, ਤੇ ਉਹ ਵਾਪਸ ਆ ਗਈ। ਜਦੋਂ ਵਾਪਸ ਆ ਗਈ, ਤੇ ਹਸਬੈਂਡ ਨੇ ਉਹਨੂੰ ਪੇਸ਼ ਕਰਾਉਣ ਦੀ ਜਗ੍ਹਾ ਤੇ FIR ਦਾ ਫਾਇਦਾ ਚੱਕ ਕੇ ਹਸਬੈਂਡ ਦੇ ਸਾਰਾ ਪਰਿਵਾਰ ਨੇ ਉਹਦੇ ਨਾਲ ਗਲਤ ਬਿਹੇਵ ਕਰਨਾ ਸ਼ੁਰੂ ਕਰਤਾ। ਸੋ ਉਹਦੇ ਨਾਲ ਅਨਨੈਚੁਰਲ ਜਿਹੜਾ ਹੈਗਾ ਮੈਰੀਟਲ ਰੇਪ ਉਹਦਾ ਹੁੰਦਾ ਰਿਹਾ ਉੱਥੇ। ਜਦੋਂ ਫਿਰ ਕੁੜੀ, ਹੁਣ ਤੁਸੀਂ ਦੇਖੋ ਵੀ ਇਹ ਵੀ ਇੱਕ ਆਸਪੈਕਟ ਹੈਗਾ ਆ। ਇਹੋ ਜਿਹੇ ਇੰਨੇ ਕੁ ਕੇਸਿਸ ਹੈਗੇ ਨੇ ਜਿਹੜੇ ਮਤਲਬ ਮੈਂ ਕਰੰਟਲੀ ਵੀ 5-7 ਇਹੋ ਜਿਹੇ ਕੇਸਿਸ ਆ ਜਿਨ੍ਹਾਂ ਦੇ ਵਿੱਚ ਮੁੰਡੇ ਵਾਲਿਆਂ ਨੇ ਪੈਸੇ ਲਾ ਕੇ ਭੇਜਿਆ, ਕੁੜੀ ਨੇ ਵੀਜ਼ਾ ਅਪਲਾਈ ਕੀਤਾ, ਮੁੰਡੇ ਨੂੰ ਬੁਲਾ ਵੀ ਲਿਆ, ਉਦੋਂ ਬਾਅਦ ਵਿੱਚ ਕੁੜੀ ਪ੍ਰੈਗਨੈਂਟ ਹੋ ਗਈ, ਤੇ ਮੁੰਡੇ ਨੇ ਕੁੜੀ ਨੂੰ ਛੱਡਤਾ। ਸੋ ਇਹ ਆਪਾਂ ਇਹ ਕਹਿ ਦਈਏ, ਇਹਦੇ ਵਿੱਚ ਉਹੀ ਗੱਲ ਹੈ ਬੋਲੀ ਸੀ ਕਿ ਨੀਤਾਂ ਨੂੰ ਵਟਾਦਾ, ਜਿਹਦੀ ਜਿਹੋ ਜਿਹੀ ਸੋਚ ਹੋਗੀ ਉਹਨੂੰ ਉਹ ਜਿਹਾ ਕੁਛ ਮਿਲ ਜਾਂਦਾ ਆ। ਨਾ ਹੀ ਇਹਦੇ ਵਿੱਚ ਆਪਾਂ ਕਿਸੇ ਵੀ ਕੁੜੀ ਨੂੰ ਪੂਰੀ ਤਰ੍ਹਾਂ ਗਲਤ ਕਹਿ ਸਕਦੇ ਹਾਂ, ਨਾ ਹੀ ਪੂਰਾ ਮੁੰਡੇ ਨੂੰ ਗਲਤ ਕਹਿ ਸਕਦੇ ਹਾਂ। ਇਹ ਕੇਸ ਟੂ ਕੇਸ ਚੀਜ਼ਾਂ ਵੈਰੀ ਕਰਦੀਆਂ ਨੇ, ਇਨਸਾਨ ਟੂ ਇਨਸਾਨ ਚੀਜ਼ਾਂ ਵੈਰੀ ਕਰਦੀਆਂ ਨੇ। ਇਹ ਸਪੈਸੀਫਿਕ ਕੇਸ ਦੀ ਜੇ ਗੱਲ ਕਰੀਏ ਰਮਨ, ਮੈਂ ਚਾਹੁੰਦਾ ਕਿ ਇੱਕ ਵਾਰ ਤੁਸੀਂ ਇਹਦੇ ਚਾਚਾ ਜੀ ਦੇ ਨਾਲ ਗੱਲ ਕਰਕੇ ਇਸ ਕੇਸ ਨੂੰ ਪਹਿਲਾਂ ਥੋੜਾ ਜਿਹਾ ਬਰੀਫ ਕਰੋ ਕਿ ਇਹਨਾਂ ਦੇ ਨਾਲ ਕੀ ਹੋਇਆ। ਇਹ ਬਹੁਤ ਇੰਪੋਰਟੈਂਟ ਹੈ ਕਿ ਇਸ ਕੇਸ ਦੇ ਵਿੱਚ ਆਪਾਂ ਇਸ ਕੇਸ ਨੂੰ ਇੱਕ ਐਗਜ਼ਾਮਪਲ ਦੇ ਤੌਰ ਤੇ ਲਈਏ। ਸੋ ਇਹ ਚਾਚਾ ਜੀ ਤੋਂ ਜ਼ਰੂਰ ਜਾਣੀਏ। ਫਿਰ ਜਿਸ ਤਰ੍ਹਾਂ ਸਿਮਰਨਜੀਤ ਗਿੱਲ ਨੇ ਬਹੁਤ ਸੋਹਣੀ ਗੱਲ ਕੀਤੀ ਹੈ ਕਿ ਹਰੇਕ ਕੇਸ 'ਚ ਮੁੰਡਾ ਵੀ ਗਲਤ ਨਹੀਂ ਹੁੰਦਾ, ਹਰੇਕ 'ਚ ਕੁੜੀ ਗਲਤ ਨਹੀਂ ਹੁੰਦੀ। ਪਰ ਇਸ ਕੇਸ ਬਾਰੇ ਇੱਕ ਵਾਰੀ ਸ਼ੁਰੂਆਤ ਕਰਦੇ ਹਾਂ, ਫਿਰ ਭੱਟੀ ਸਾਹਿਬ ਤੋਂ ਵੀ ਰਿਐਕਸ਼ਨ ਲਵਾਂਗੇ ਇਹਦੇ ਤੇ। ਬਿਲਕੁਲ, ਲਵਪ੍ਰੀਤ ਦੇ ਚਾਚਾ ਜੀ ਹਰਵਿੰਦਰ ਸਿੰਘ ਵੀ ਸਾਡੇ ਨਾਲ ਮੌਜੂਦ ਨੇ, ਈਵਨ ਕਿ ਉਹ ਆਪਣੇ ਪੂਰੇ ਪਰਿਵਾਰ ਦੇ ਨਾਲ, ਲਵਪ੍ਰੀਤ ਦੀ ਪੂਰੀ ਫੈਮਿਲੀ ਦੇ ਨਾਲ ਮੌਜੂਦ ਨੇ। ਉਹਨਾਂ ਤੋਂ ਜਾਣਦੇ ਆ ਕਿ ਕਿਵੇਂ ਜਿਹੜੀ ਇਹ ਕਹਾਣੀ ਸ਼ੁਰੂ ਹੁੰਦੀ ਹੈ, ਕਿਉਂਕਿ ਵਿਆਹ ਦਾ ਜਿਹੜਾ ਕਿਹਾ ਗਿਆ ਕਿ ਪਰਿਵਾਰਾਂ ਦੇ ਦੋਨਾਂ ਦੇ ਵੱਲੋਂ ਸੋਚ ਕੇ ਇਹ ਵਿਆਹ ਕੀਤਾ ਗਿਆ ਸੀ, ਤੇ ਉਸ ਤੋਂ ਬਾਅਦ ਕਹਾਣੀ ਵਿਗੜਦੀ ਕਿੱਥੋਂ ਆ। ਹਰਵਿੰਦਰ ਜੀ, ਬਹੁਤ ਬਹੁਤ ਸਵਾਗਤ ਤੁਹਾਡਾ। ਤੁਸੀਂ ਸਾਨੂੰ ਜ਼ਰੂਰ ਇਹ ਪੂਰੀ ਗੱਲਬਾਤ ਦੱਸੋ, ਕਿਉਂਕਿ ਹੁਣ ਤੱਕ ਖਬਰਾਂ ਦੇ ਜ਼ਰੀਏ ਜਿਹੜੀ ਇੱਕ ਸੰਖੇਪ ਜੀ ਜਾਣਕਾਰੀ ਪਹੁੰਚਦੀ ਰਹੀ ਹੈ ਕਿ ਇੱਕ ਮੁੰਡਾ ਕੁੜੀ ਦਾ ਵਿਆਹ ਹੁੰਦਾ, ਕੁੜੀ ਕੈਨੇਡਾ ਚਲੀ ਜਾਂਦੀ ਆ, ਮੁੰਡੇ ਵਾਲੇ ਫੀਸ ਭਰਦੇ ਆ, ਤੇ ਕੁੜੀ ਉਸ ਤੋਂ ਬਾਅਦ ਗੱਲ ਨਹੀਂ ਕਰਦੀ, ਤੇ ਫਿਰ ਮੁੰਡਾ ਸੁਸਾਈਡ ਕਰ ਲੈਂਦਾ। ਅਸਲ 'ਚ ਕਹਾਣੀ ਕੀ ਸੀ ਹਰਵਿੰਦਰ ਜੀ? ਪਹਿਲਾਂ ਤਾਂ ਤੁਸੀਂ ਸਾਰੇ ਸਤਿ ਸ੍ਰੀ ਅਕਾਲ ਸਾਰੇ ਮੇਰੇ ਭਰਾ ਨੂੰ ਜਿਹੜੇ ਸੀਨੀਅਰ ਬੈਠੇ ਨੇ। ਮੈਂ ਬਹੁਤ ਛੋਟਾ ਜਿਹਾ ਇੱਕ ਮਾੜਾ ਜਿਹਾ, ਨਾ ਤਾਂ ਮੈਂ ਕੋਈ ਪੱਤਰਕਾਰ ਆ, ਤੇ ਮੈਂ ਤਾਂ ਦਰਜਾ ਖੜਾ ਕਰਕੇ ਤੁਹਾਡੇ ਸਟੂਡੀਓ 'ਚ ਬੈਠਾ ਅੱਜ। ਮੈਨੂੰ ਇੰਨਾ ਲਾਈਵ 'ਚ ਮੈਂ ਕਦੇ ਬੈਠਾ ਨਹੀਂ ਹੈਗਾ। ਚਲੋ ਫਿਰ ਇਹ ਜਿਹੜੀ ਮੈਰਿਜ ਹੋਈ ਸੀ ਦੀਦੀ, ਇਹ ਪੱਕੇ ਤੌਰ ਤੇ ਹੋਈ ਸੀ। ਮੈਂ ਕੁੜੀ ਦੇ ਬੈਂਡ ਆਏ ਹੋਏ ਸੀਗੇ ਵੀ ਜੇ ਕਿਸੇ ਕਾਰਨ ਕਰਕੇ ਫਾਈਲ ਨਹੀਂ ਲੱਗਦੀ ਤਾਂ ਸਾਡੇ ਉਹਦੇ ਕੁੜੀ ਦੇ ਡੈਡੀ ਨੇ ਵੀ ਇਹ ਗੱਲ ਮੰਨੀ ਹੈ, ਅਸੀਂ ਵੀ ਇਹ ਗੱਲ ਮੰਨਦੇ ਹਾਂ, ਕੋਡ ਕਰਦੇ ਹਾਂ ਵੀ ਅਸੀਂ ਕੁੜੀ ਸਾਡੇ ਘਰ ਦੀ ਨੂੰਹ ਬਣਾ ਕੇ ਰੱਖਣੀ ਸੀ। ਬੈਂਡ ਆਏ ਹੋਏ ਸੀ, ਫੀਸ ਭਰਨ ਤੋਂ ਪਹਿਲਾਂ ਜਦੋਂ ਗੱਲ ਹੋਈ ਹੈ, ਪੱਕੀ ਮੈਰਿਜ ਹੋਈ ਸੀ ਵੀ ਜੇ ਫਾਈਲ ਨਹੀਂ ਲੱਗਦੀ ਤਾਂ ਇਹ ਕੁੜੀ ਸਾਡੇ ਘਰ ਦੀ ਬਹੂ ਬਣ ਕੇ ਰਹੂਗੀ। ਇਹ ਗੱਲ ਕਲੀਅਰ ਹੈ। ਇਹ ਉਹ ਮਾਂ ਪਿਓ ਵੀ ਕਹਿੰਦੇ ਕੁੜੀ ਦੇ ਇੰਟਰਵਿਊ 'ਚ ਕਹਿ ਕੇ ਗਏ ਆ, ਤੇ ਮੈਂ ਵੀ ਇਹ ਗੱਲ ਨੂੰ ਮੰਨਦਾਗਾ।
ਕੀ ਇਹ ਸੌਦੇਬਾਜ਼ੀ ਹੋਈ ਕਿ ਪੈਸੇ ਤੁਸੀਂ ਲਾਓਗੇ ਔਰ ਕੁੜੀ ਬਾਹਰ ਜਾ ਕੇ ਫਿਰ ਮੁੰਡੇ ਨੂੰ ਬੁਲਾ ਲੂਗੀ? ਜੀ ਬਾਈ ਜੀ, ਇਹ ਗੱਲ ਹੋਈ ਸੀ ਵੀ ਸਾਡੇ ਕੋਲੇ ਲੈਣ ਦੇਣ ਨੂੰ ਕੁੜੀ ਵਾਲੇ ਕਹਿੰਦੇ ਵੀ ਕੱਖ ਨਹੀਂ ਹੈਗਾ। ਉਹ ਕੱਲ ਵਾਲੀ ਇੰਟਰਵਿਊ 'ਚ ਵੀ ਡੈਡੀ ਕਹਿ ਕੇ ਗਏ ਮੇਰੇ ਕੋਲ 1.5 ਏਕੜ ਜ਼ਮੀਨ ਹੈ ਤੇ ਉਹ ਗਹਿਣੇ ਪਈ ਹੈ। ਇਹ ਤੋਂ ਲੈ ਕੇ ਜੈਡ ਤੱਕ ਵੀਰੇ 24 ਤੋਂ 25 ਲੱਖ ਰੁਪਏ ਸਾਡਾ ਲੱਗਿਆਗਾ। 1 ਸਾਲ ਕੁੜੀ ਮੰਗੀ ਰਹੀ ਹੈ, ਸਾਲ ਬਾਅਦ ਉਹ ਇੰਡੀਆ ਆਈ ਸੀਗੀ ਵਿਆਹ ਕਰਾਉਣ, ਸਿਰਫ ਉਹ 10 ਦਿਨ ਆਈ ਸੀ, ਜਦ ਕਿ ਅਸੀਂ ਉਹਨੂੰ ਵੱਧ ਦਿਨ ਰਹਿ ਪਈ ਭਾਈ ਵੀ ਤੇਰੇ ਪਾਸਪੋਰਟ ਤੇ ਵੀ ਨਾਂ ਚੜ ਜਾਊਗਾ, ਤੇਰਾ ਸਾਡੇ ਘਰ 'ਚ ਮੋਹ ਵੀ ਪੈ ਜਾਊਗਾ। ਉਹ ਕਹਿੰਦੀ ਮੈਨੂੰ ਕੰਮ ਦਾ ਚੱਕਰ ਹੈ ਵੀ ਮੈਨੂੰ ਛੁੱਟੀ ਹੋਈ ਸਿਰਫ 10 ਦਿਨ ਦੀ ਮਿਲਣੀ। ਇਕੱਠੇ ਕਿੰਨੀ ਦੇਰ ਰਹੇ ਦੋਨੋਂ, ਵਿਆਹ ਤੋਂ ਬਾਅਦ ਜਾਂ ਵਿਆਹ ਤੋਂ ਪਹਿਲਾਂ? ਨਹੀਂ, ਵਿਆਹ ਤੋਂ ਪਹਿਲਾਂ ਤਾਂ ਵੀਰੇ ਅੰਗੇਜਮੈਂਟ ਕਰੀ, ਫੀਸ ਭਰਤੀ, ਕੁੜੀ ਚਾਹ ਚੜ ਗਈ, ਸਾਲ ਬਾਅਦ ਇਹ ਕੁੜੀ ਬਾਲਕ ਹੋ ਗਈ, ਇਹਦਾ ਵਿਆਹ ਕਰਤਾ। ਇਹ ਆਈ ਜਦੋਂ ਆਪੇ ਇੱਕੇ ਗਈ ਸੀ, ਹੋ ਸਕਦਾ ਕਿ ਚਲੋ ਸਮਾਨ ਸਮੂਨ ਲਿਆਈ ਉਹਦੇ ਭੈਣ ਭਰਾਵਾਂ ਨੂੰ ਛੱਡ ਕੇ ਇਹਨੂੰ ਅਸੀਂ ਆਇਆ ਦੁਬਾਰੇ। ਜਦੋਂ ਵਿਆਹ ਹੋਇਆ ਬਾਲਕ ਸੀਗੇ ਦੋਨੋਂ? ਨਹੀਂ, ਅੰਗੇਜਮੈਂਟ ਵੇਲੇ ਨਾ ਬਾਲਕ ਸੀ, ਜਦੋਂ ਵਿਆਹ ਹੋਇਆ ਉਦੋਂ ਬਾਲਕ ਸੀ। ਉਸ ਤੋਂ ਬਾਅਦ ਕੁੜੀ ਚਲੀ ਗਈ, ਕਿੰਨੀ ਦੇਰ ਕੈਨੇਡਾ ਰਹੀ ਕੁੜੀ ਜਾ ਕੇ? ਕੁੜੀ ਨੂੰ ਵੀਰੇ ਨੀਅਰ ਅਬਾਊਟ 2 ਸਾਲ ਹੋਣ ਵਾਲੇ ਆ, ਥੋੜਾ ਜਿਹਾ ਘੱਟ ਆ 2 ਸਾਲ ਤੋਂ। PR ਹੋ ਗਈ ਕੁੜੀ ਦੀ? ਨਹੀਂ ਵੀਰੇ, ਉਹ ਵਰਕ ਪਰਮਿਟ ਦੇ ਆ। ਤਾਂ ਫਿਰ ਆਪਣੇ ਮੁੰਡੇ ਨੇ ਏਡਾ ਵੱਡਾ ਸਟੈਪ ਕਿਉਂ ਲਿਆ ਜੇ ਹਾਲੇ ਉਹ PR ਨਹੀਂ ਹੋਈ ਸੀ? ਮੱਕਰ ਭਰਾ, ਮੈਂ ਤੈਨੂੰ ਚੈਟ ਭੇਜੀ ਸੀ, ਤੁਸੀਂ ਪੜ੍ਹ ਲਈ ਹੋਊਗੀ। PR ਨਹੀਂ ਸੀ ਹੋਈ। ਗੱਲ ਇਹ ਚੱਕਰ ਹੈ ਵੀ ਜਿੰਨੇ ਉਹਦੇ ਫਰੈਂਡ ਸੀ ਨਾਲ ਦੇ, ਕਿਸੇ ਦਾ ਵਿਆਹ ਕਰਾਇਆ ਸੀ, ਸਭ ਦੀਆਂ ਫਾਈਲਾਂ ਲੱਗੀਆਂ, ਉਹਨੇ ਵੀਰੇ ਸਾਨੂੰ ਇੱਕ ਸਿੰਗਲ ਡਾਕੂਮੈਂਟ ਨਹੀਂ ਭੇਜਿਆ ਵੀ ਆਹ ਲਓ ਮੈਂ ਇੱਥੇ ਕੰਮ ਕਰਦੀ ਆ। ਕੋਈ ਉਹਨੇ ਸਾਨੂੰ ਕਦੇ ਐਡਰੈਸ ਨਹੀਂ ਦੱਸਿਆ ਮੈਂ ਕਿੱਥੇ ਆਂਗੀ। ਜਿਸ ਦਿਨ ਲਾਡੀ ਦੀ ਡੈਥ ਹੋਈ ਆ, ਅਸੀਂ ਉਹਨੂੰ ਕਿਹਾ ਵੀ ਸਾਡੇ ਇੱਥੇ ਰਿਸ਼ਤੇਦਾਰ ਨੇ, ਵੀ ਤੂੰ ਕੱਲੀ ਆ, ਸਾਡੇ ਕੋਲ ਤਾਂ ਬਹੁਤ ਨੇ ਹੋ ਰਹੇ ਹਨਾ, ਵੀ ਸੱਟ ਤੈਨੂੰ ਵੀ ਉੱਡੀ ਲੱਗੀ ਆ, ਰਿਕਾਰਡਿੰਗ ਪਈ ਆ ਮੇਰੇ ਕੋਲ, ਮੇਰੀ ਭਤੀਜੀ ਦਾ ਉਹਦੀ ਗੱਲ ਹੋਈ ਹੈ ਜਿਹੜੀ। ਉਹ ਕਹਿੰਦੀ ਨਹੀਂ ਜੀ ਸਾਡੇ ਰਿਸ਼ਤੇਦਾਰ ਆ ਰਹੇ ਨੇ ਉਹ ਮੇਰੇ ਕੋਲ। ਜਦੋਂ ਅਸੀਂ ਉਹ ਰਿਸ਼ਤੇਦਾਰਾਂ ਨੂੰ ਕਾਲ ਕੀਤੀ, ਉਹ ਕਹਿੰਦੀ ਨਹੀਂ ਅਸੀਂ ਤਾਂ ਆਪਦੇ ਘਰੇ ਬੈਠਾਂਗੇ। ਲਾਡੀ ਦੇ ਮਰਨ ਤੋਂ ਬਾਅਦ ਵੀ ਉਹ ਕੁੜੀ ਨੇ ਸਾਨੂੰ ਝੂਠ ਬੋਲਿਆ। ਭੱਟੀ ਸਾਹਿਬ, ਤੁਸੀਂ ਕੁਝ ਐਡ ਕਰਨਾ ਚਾਹ ਰਹੇ ਹੋ? ਤੁਹਾਡਾ ਸ਼ਾਇਦ ਕੋਈ ਕੁਐਸਚਨ ਹੈ। ਹਾਂ ਕਰੋ ਵੀਰ ਕਰੋ। ਮੇਰਾ ਕੁਐਸਚਨ ਇਹ ਹੈ ਆਪਣਾ ਹਰਵਿੰਦਰ ਭਾਜੀ ਨੂੰ ਕਿ ਦੈਟ ਇਜ਼ ਕਿ ਵੀ ਜਿੱਦਨ ਵਿਆਹ ਹੋਇਆ ਸੀ ਉਦੋਂ ਮੁੰਡੇ ਦੀ ਏਜ ਕੀ ਸੀਗੀ? ਭਾਜੀ ਤੁਸੀਂ ਇਸ ਹਿਸਾਬ ਲਾ ਲਓ, ਪੌਣੇ 2 ਸਾਲ ਹੋ ਗਏ ਲਾਡੀ ਨੂੰ। 24 ਫਾਈਲ ਲਾਈ ਨਹੀਂ ਵੀਰੇ ਉਹਨੇ, ਜੇ ਫਾਈਲ ਲਾਊਗੀ ਤਾਂ ਲੱਗੂਗੀ ਨਾ। ਬਟ ਫਾਈਲ ਲਗਾਉਣ ਤਾਂ ਤੁਸੀਂ ਇੱਥੇ ਆਪਣੀ ਆਨਲਾਈਨ ਵੀਰੇ ਜੇ ਡਾਕੂਮੈਂਟ ਭੇਜੂਗੀ, ਕੁਝ ਭੇਜੂ, ਅਸੀਂ ਫੇਰ ਹੀ ਫਾਈਲ ਲਾਵਾਂਗੇ। ਹਾਂਜੀ ਠੀਕ ਹੈ ਹੁਣ ਉਹਨੇ ਡਾਕੂਮੈਂਟ ਨਹੀਂ ਭੇਜਿਆ, ਜੇ ਉਹਨੇ ਭੇਜਿਆ ਉਹ ਪ੍ਰੂਫ ਦੇ ਦੇ। ਓਕੇ, ਨਹੀਂ ਜੀ, ਮੈਂ ਤੇ ਉਹ ਜਿਹੜਾ ਸੀ ਤੇ ਜਨਰਲੀ ਕੁਐਸਚਨ ਮੇਰੇ ਜ਼ਿਹਨ ਦੇ ਵਿੱਚ ਆਇਆ ਸੀ, ਮੈਂ ਉਹ ਤੁਹਾਡੇ ਕੋਲੋਂ ਕੁਐਸਚਨ ਪੁੱਛਿਆ ਸੀਗਾ। ਚੰਗੀ ਗੱਲ ਹੈ ਵੀਰੇ, ਕੁਐਸਚਨ ਕਰੋ, ਫੇਰ ਹੀ ਗੱਲ ਨਿਕਲ ਕੇ ਬਾਹਰ ਆਊਗੀ। ਹਰਵਿੰਦਰ ਮੈਂ ਘੁੰਮਣ ਸਾਹਿਬ ਵੀ ਨਾਲ ਜੁੜੇ ਵੀ। ਅਮਨ ਆਪਾਂ ਇੱਕ ਵਾਰ ਸਿਮਰਨਜੀਤ ਕੌਰ ਗਿੱਲ ਕੋਲੇ ਜਾਣਾ ਚਾਹਨਾ। ਸਿਮਰਨ, ਤੁਹਾਨੂੰ ਲੱਗਦਾ ਨੈਤਿਕ ਤੌਰ ਤੇ ਇਸ ਕੇਸ ਨੂੰ ਲਈਏ, ਮੁੰਡਾ ਸੁਸਾਈਡ ਕਰ ਗਿਆ, ਜਦੋਂ ਇੰਗੇਜਮੈਂਟ ਹੋਈ ਬਾਲਗ ਨਹੀਂ ਸੀਗਾ, ਉਹ ਨਾਬਾਲਗ ਕਿ ਇੰਨੇ ਕਾਲੇ ਅਸੀਂ ਪੰਜਾਬੀ ਪੈ ਗਏ ਆ ਕਿ ਇੱਕ ਨਾਬਾਲਗ ਬੱਚੇ ਨੂੰ ਵਿਆਹ ਕਰਨ ਬਾਰੇ ਸੋਚਿਆ ਕਿਉਂਕਿ ਉਹ ਕੈਨੇਡਾ ਚਲਾ ਜਾਵੇ, ਔਰ ਫਿਰ ਉਸ ਤੋਂ ਬਾਅਦ ਕਨਸੀਕੁਐਂਸਸ ਆਏ। ਅੱਜ ਮਾਂ ਦਾ ਪੁੱਤ ਵਿਛੜ ਗਿਆ, ਸੁਸਾਈਡ ਕਰ ਗਿਆ ਉਹ, ਔਰ ਅੱਜ ਕੁੜੀ ਤੇ ਵੀ ਸਵਾਲ ਅਸੀਂ ਕਰ ਰਹੇ ਹਾਂ ਕਿ ਕੁੜੀ ਨੇ ਚੰਗਾ ਨਹੀਂ ਕੀਤਾ। ਦੇਖੋ ਇਹਦੇ ਵਿੱਚ ਨਾ ਬਹੁਤ ਸਾਰੀਆਂ ਚੀਜ਼ਾਂ ਆਉਂਦੀਆਂ ਨੇ। ਮੈਂ ਸੌਰੀ ਹੈ ਨਾ, ਫੈਮਿਲੀ ਨੂੰ ਬੁਰਾ ਵੀ ਲੱਗੂਗਾ, ਮੈਂ ਟੁੱਟੀ ਕੁੜੀ ਨੂੰ ਰੰਗ ਨਹੀਂ ਲਾਉਂਗੀ ਇਹਦੇ ਵਿੱਚ, ਕਿਉਂਕਿ ਉਹਦੀ ਉਮਰ ਦੇਖੋ ਕਿੰਨੀ ਹੈ ਹਨਾ। ਉਹਦੇ ਵਿੱਚ ਦੋਨੋਂ ਪਰਿਵਾਰ ਗਲਤ ਨੇ, ਨਾ ਮੁੰਡਾ ਗਲਤ ਆ ਨਾ ਕੁੜੀ ਗਲਤ ਆ। ਮੇਰੇ ਕੋਲ ਹਜੇ ਮੈਨੂੰ ਮੁੰਡੇ ਦੀ ਇਸ ਤਾਂ ਪਤਾ ਨਹੀਂ, ਇਹ ਚ ਦੋਨੋਂ ਪਰਿਵਾਰ ਗਲਤ ਆ। ਪਹਿਲਾਂ ਗੱਲ ਕਿ ਸਾਡੇ ਗੁਰੂ ਸਾਹਿਬ ਨੇ ਕਹਿ ਲਓ ਹਨਾ, ਸਾਡੇ ਦੀਦੀ ਮੁੰਡੇ ਨੂੰ 24ਵਾਂ ਸਾਲ ਲੱਗਿਆ ਹੋਇਆ। ਹਾਂਜੀ, ਮੁੰਡੇ ਦਾ 24ਵਾਂ ਸਾਲ, ਕੁੜੀ ਫਿਰ ਉਹ ਤੋਂ ਕਾਫੀ ਛੋਟੀ ਸੀ, ਮਾਈਨਰ ਨੂੰ ਤਾਂ ਹਾਲੇ ਸਮਝ ਹੀ ਨਹੀਂ ਹੁੰਦੀ ਹੈਗੀ ਇਹਨਾਂ ਚੀਜ਼ਾਂ ਦੀ। ਆਪਾਂ ਦੇਖੀਏ, ਮੈਂ ਸੋਚ ਰਹੀ ਹਾਂ ਕਿ ਸਮਝ ਹੀ ਨਹੀਂ ਹੁੰਦੀ ਵੀ ਵਿਆਹ ਆ, ਰਿਸ਼ਤਾ ਕੀ ਹੁੰਦਾ ਜਾਂ ਕਿਹੜੀਆਂ ਚੀਜ਼ਾਂ ਹੈਗੀਆਂ। ਉਹ ਕਿਸੇ ਨੂੰ ਵੀ ਕਰੀਅਰ ਸੈੱਟ ਕਰਨਾ ਚਾਹੀਦਾ। ਇੱਥੇ ਦੋਨੋਂ ਪਰਿਵਾਰਾਂ ਦੀ ਗਲਤੀ ਹੈ ਕਿ ਇੱਕ ਦੂਜੇ ਨੂੰ ਪ੍ਰੈਸ਼ਰਾਈਜ਼ ਕਰਕੇ ਜਦੋਂ ਇਹੋ ਜਿਹੇ ਵਿਆਹ ਦੇ ਡਿਸੀਜਨ ਲੈਣ ਲੱਗ ਜਾਂਦੇ ਆ। ਦੂਜੀ ਗੱਲ ਮੈਂ ਇਹਦੇ ਵਿੱਚ ਜਿਹੜੀ ਕਰਨਾ ਚਾਹੁੰਦੀ ਆ, ਇਹਦੇ ਵਿੱਚ ਵੈਸੇ ਗੱਲ ਕਰਨਾ ਚਾਹੁੰਦੀ ਕਿ ਪਰਿਵਾਰ ਮਤਲਬ ਵਿਆਹ ਇੱਕ ਬਸ ਸੈਕਰਡ ਜਿਹਾ ਜਿਹੜਾ ਹੈਗਾ ਰਿਲੇਸ਼ਨ ਹੁੰਦਾ ਆ। ਤੇ ਮਤਲਬ ਅਸੀਂ ਜਦੋਂ ਲਾਅ ਪੜ੍ਹਦੇ ਸੀਗੇ ਉਦੋਂ ਵੀ ਆਉਂਦਾ ਸੀ ਕਿ ਇਹ ਸੈਕਰਡ ਰਿਲੇਸ਼ਨ ਹੈਗਾ ਕਿ ਨਹੀਂ ਹੈਗਾ। ਬਿਲਕੁਲ ਇੱਕ ਪਵਿੱਤਰ ਜਿਹਾ ਰਿਲੇਸ਼ਨ ਹੁੰਦਾ ਆ ਵਿਆਹ, ਤੇ ਇਹਨੂੰ ਤੁਸੀਂ ਇੱਕ ਕੰਟਰੈਕਟ ਬਣਾ ਦਿੰਦੇ ਹੋ। ਮਤਲਬ ਵਿਆਹ ਕੁਆਲਿਟੀਜ਼ ਦੇਖ ਕੇ ਹੁੰਦਾ ਆ, ਅੰਡਰਸਟੈਂਡਿੰਗ ਦੇਖ ਕੇ ਹੁੰਦਾ ਆ, ਤਾਂ ਕਿ ਇਹਨੂੰ ਅੱਗੇ ਨਿਭਾਇਆ ਜਾ ਸਕੇ। ਜਦੋਂ ਜਿਹੜੀ ਚੀਜ਼ ਦਾ ਬੇਸਿਕ ਕੰਟਰੈਕਟ ਹੁੰਦਾ ਆ, ਸਿਰਫ ਇੱਕ ਮਤਲਬ ਹੁੰਦਾ, ਇੰਟੈਂਸ਼ਨ ਹੀ ਆ, ਤਾਂ ਉਹਨਾਂ ਚੀਜ਼ਾਂ ਦੇ ਵਿੱਚ ਆਪਾਂ ਕੋਈ ਗਰੰਟੀ ਦੇ ਸਕਦੇ ਇਹ ਚੀਜ਼ਾਂ ਨਹੀਂ ਪੇ ਚੱਲਣਗੀਆਂ ਕਿ ਨਹੀਂ ਚੱਲਣਗੀਆਂ, ਕਿਉਂਕਿ ਇਹੋ ਜਿਹੇ
ਹੁਣ ਤੱਕ ਤਾਂ ਕਿੰਨੇ ਕੇਸ ਆ ਚੁੱਕੇ ਆ, ਜਿਵੇਂ ਪਹਿਲਾਂ ਜੇ ਕਬੂਤਰਬਾਜ਼ੀਆਂ ਹੁੰਦੀਆਂ ਸੀਗੀਆਂ, ਉਦੋਂ ਬਾਅਦ ਕੁੜੀਆਂ ਨੂੰ ਪਿੱਛੇ ਹਸਬੈਂਡ ਛੱਡ ਕੇ ਚਲੇ ਜਾਂਦੇ ਸੀਗੇ, ਮਤਲਬ ਉਹ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਕਿ ਹਨੀਮੂਨ ਮੈਰਿਜਸ ਹੁੰਦੀਆਂ ਸੀਗੀਆਂ। ਤੇ ਹੁਣ ਜਦੋਂ ਮੁੰਡੇ ਸਾਡੇ ਆਪ ਪੜ੍ਹਦੇ ਨਹੀਂਗੇ ਤੇ ਕੁੜੀਆਂ ਥੋੜ੍ਹੀਆਂ ਪੜ੍ਹ ਲਿਖ ਜ਼ਿਆਦਾ ਜਾਂਦੀਆਂ ਨੇ ਤੇ ਉਹ ਇੰਟੈਲੀਜੈਂਟ ਹੁੰਦੀਆਂ ਨੇ, ਬੈਂਡ ਜ਼ਿਆਦਾ ਲੈ ਜਾਂਦੀਆਂ ਨੇ, ਜੋ ਆਪਣੇ ਟ੍ਰੈਂਡ ਚੱਲਦੇ ਆ। ਫਿਰ ਉਦੋਂ ਬਾਅਦ ਮੁੰਡਾ ਤਾਂ ਪੜ੍ਹਦਾ ਨਹੀਂ ਹੁੰਦਾ, ਮੁੰਡਾ ਸਾਡਾ ਨਲਾਇਕ ਹੁੰਦਾ। ਇਹ ਇਹਨਾਂ ਦੇ ਕੇਸ ਨਹੀਂ, ਮੈਂ ਜੋ ਜਨਰਲ ਆਪਣੇ ਇੰਡੀਆ 'ਚ ਚੱਲਦਾ ਆ, ਮੁੰਡੇ ਤੋਂ ਬੈਂਡ ਲੈ ਨਹੀਂ ਜਾਂਦੇ, ਫਿਰ ਮੁੰਡੇ ਵਾਲੇ ਕੋਲ ਪੈਸਾ ਹੁੰਦਾ, ਕੁੜੀ ਪੈਸੇ। ਸਿਮਰਨ, ਮੇਰਾ ਤੁਹਾਨੂੰ ਸਵਾਲ ਹੈ ਕਿ ਕੋਈ ਸੌਦੇਬਾਜ਼ੀ ਤੇ ਵਿਆਹ ਹੋ ਜੇ ਔਰ ਫਿਰ ਕੁੜੀ ਦਾ ਉੱਥੇ ਜਾ ਕੇ ਮਨ ਬਦਲ ਜੇ, ਕੁੜੀ ਨਹੀਂ ਚਾਹੁੰਦੀ ਮੁੰਡੇ ਨੂੰ ਬੁਲਾਉਣਾ, ਪਰ 30 ਲੱਖ ਰੁਪਏ ਮੁੰਡੇ ਦੇ ਪਰਿਵਾਰ ਨੇ ਲਾਤਾ ਸੀ, ਕੀ ਉਹਨੂੰ ਇਹ ਲਿਬਰਟੀ ਹੋਣੀ ਚਾਹੀਦੀ ਹੈ ਕਿ ਉਸ ਤੋਂ ਬਾਅਦ ਉਹ ਜਵਾਬ ਦੇ ਦੇ ਔਰ ਆਪਣੀ ਜ਼ਿੰਦਗੀ ਅਲੱਗ ਤੋਂ ਜੀ ਲੇ? ਕਿਉਂਕਿ ਇਸ ਕੇਸ ਦੇ ਵਿੱਚ ਕੁੜੀ ਕਹਿੰਦੀ ਮੇਰੇ ਕੋਲ 30 ਲੱਖ ਰੁਪਏ ਲੈ ਲਓ ਵਾਪਸ, ਪਰ ਮੈਨੂੰ ਡਿਪੋਰਟ ਨਾ ਕਰੋ। ਨਹੀਂ ਦੇਖੋ, ਉਹਨਾਂ ਨੇ ਪੈਸੇ ਲਾਏ ਆ, ਪਹਿਲੀ ਗੱਲ ਇਹਦਾ ਮਤਲਬ ਇਹ ਹੋ ਸਕਦਾ ਕਿ ਉੱਥੇ ਮੈਂ ਕੀ ਗੱਲ ਕਹਿ ਰਹੀ ਹਾਂ, ਇਹਦੇ ਵਿੱਚ ਦੋਨੋਂ ਪਰਿਵਾਰ ਕਸੂਰਵਾਰ ਨੇ, ਕੁੜੀ ਦਾ ਫਾਦਰ ਵੀ ਕਸੂਰਵਾਰ ਆ ਕਿ ਉਹਨੇ ਕੁੜੀ ਨੂੰ ਬਾਹਰ ਭੇਜਣ ਦੀ ਖਾਤਰ, ਜਾਂ ਉਸ ਸਮੇਂ ਜੇ ਕੁੜੀ ਕੋਲ ਪੈਸੇ ਨਹੀਂ ਸੀ ਉਹ ਲੋਨ ਲੈ ਲੈਂਦੀ, ਕਿਸੇ ਦੀ ਜ਼ਿੰਦਗੀ ਬਰਬਾਦ ਕਰਨ ਦਾ ਹੱਕ ਤਾਂ ਉਹਨੂੰ ਕਿਸੇ ਨੇ ਨਹੀਂ ਨਾ ਦਿੱਤਾ। ਇਹ ਚੀਜ਼ ਵੀ ਹੈਗੀ, ਇੱਕ ਮੁੰਡੇ ਦੀ ਤਾਂ ਪੂਰੀ ਜ਼ਿੰਦਗੀ ਬਰਬਾਦ ਹੋ ਗਈ ਉਹਦੇ ਕਰਕੇ। ਅੱਜ ਉਹ 30 ਲੱਖ ਰੁਪਏ ਆਫਰ ਕਰਦੀ ਹੈ, ਗੱਲ ਉਹ ਪਹਿਲਾਂ ਬੋਲ ਦਿੰਦੀ ਵੀ ਮੈਂ ਨਹੀਂ ਬੁਲਾਉਣਾ ਹੈਗਾ, ਨਾਲੇ ਉਹਨੂੰ ਬੁਲਾਉਣ ਦੇ ਵਿੱਚ ਤਾਂ ਕੋਈ ਹਰਜ ਨਹੀਂ ਸੀ, ਜਦ ਵਿਆਹ ਕੇ ਲਈ ਗਈ ਆ ਤੇ ਉਹਨੂੰ ਬਾਹਰ ਲੈ ਜਾਂਦੀ, ਉਹਦੇ ਵਿੱਚ ਕੀ ਉਹਦਾ ਮਤਲਬ ਘੱਟ ਦਾ ਵੀ ਕੀ ਸੀਗਾ। ਅੱਜ ਉਹ 30 ਲੱਖ ਰੁਪਏ ਆਫਰ ਕਰਦੀ, ਉਹਦੇ 30 ਲੱਖ ਰੁਪਏ ਨਾਲ ਉਹ ਮੁੰਡੇ ਦੀ ਜ਼ਿੰਦਗੀ ਨਹੀਂ ਵਾਪਸ ਆ ਰਹੀ। ਸੋ ਜਿੰਨੀ ਉਹ ਕਸੂਰਵਾਰ ਹੈਗੀ ਆ, ਉਹਨੂੰ ਉਹਦੀ ਸਜ਼ਾ ਮਿਲਣੀ ਵੀ ਚਾਹੀਦੀ ਹੈ, ਰਿਪੋਰਟ ਹੋਣਾ ਨਹੀਂ ਹੋਣਾ, ਪਰ ਉਹਦੇ ਉੱਤੇ ਵੈਟਰਨ ਸੁਸਾਇਟੀ ਦਾ ਹੈਗਾ ਆ, ਉਹ ਤਾਂ ਫਿਰ ਕਾਰਵਾਈ ਹੋਣੀ ਚਾਹੀਦੀ ਹੈ, ਅੱਗੇ ਕੋਰਟ ਨੇ ਡਿਸਾਈਡ ਕਰਨਾ ਹੈ। ਭੱਟੀ ਸਾਹਿਬ, ਤੁਸੀਂ ਕੁਝ ਐਡ ਕਰਨਾ ਚਾਹੁੰਦੇ ਹੋ? ਅਰੇਸ਼ ਭਾਜੀ, ਮੈਂ ਚੀਜ਼ਾਂ ਐਡ ਕਰਨੀਆਂ ਚਾਹੂੰਗਾ, ਹਰ ਪੱਖੋਂ ਦੋਵੇਂ ਪੱਖੋਂ ਮੈਂ ਗੱਲ ਕਰਨੀ ਚਾਹਾਂਗਾ। ਪਹਿਲੀ ਚੀਜ਼ ਇਹ ਹੈ ਕਿ ਵੀ ਇਹ ਭਾਜੀ ਹਰਵਿੰਦਰ ਨੇ ਕਿਹਾ ਕਿ ਵੀ ਇਹਨਾਂ ਦੀ ਮੈਰਿਜ ਹੋ ਗਈ, ਮੈਂ ਏਜ ਪੁੱਛੀ ਕਿ ਵੀ ਏਜ ਮੁੰਡੇ ਦੀ ਉਸ ਟਾਈਮ ਤੇ ਕੀ ਸੀਗੀ। ਸੋ ਮੈਨੂੰ ਨਹੀਂ ਪਤਾ ਇਹ ਵਾਲੀ ਚੀਜ਼ ਜਿਹੜੀ ਐਮਬੈਸੀ ਮੰਗਦੀ ਹੈ, ਰਾਈਟ। ਇੱਕ ਬੰਨੇ ਜੇਕਰ ਮੈਂ ਲਾਅ ਪੁਆਇੰਟ ਆਫ ਵਿਊ ਗੱਲ ਕਰਾਂ, ਮੇਰੇ ਨਾਲ ਸਿਮਰਜੀਤ ਭੈਣ ਜੀ ਹੋਣੀ ਵੀ ਐਗਰੀ ਕਰਨਗੇ ਸ਼ਾਇਦ, ਕਿ ਵੀ ਲਾਅ ਸਾਨੂੰ ਮੈਰਿਜ ਸਾਨੂੰ ਜਿਹੜਾ ਵਾ ਵਾਈਫ ਦੇ ਨਾਲ, ਜਨਾਨੀ ਦੇ ਨਾਲ ਰਿਲੇਸ਼ਨਸ਼ਿਪ ਬਣਾਉਣ ਦੀ ਪਰਮਿਸ਼ਨ ਨਹੀਂ ਦਿੰਦਾ। ਉਹ ਸਾਡਾ ਹਰ ਇੱਕ ਦਾ ਇੰਡੀਵਿਜੂਅਲ ਕੰਸੈਂਟ ਹੈ ਕਿ ਵੀ ਅਸੀਂ ਰਿਲੇਸ਼ਨਸ਼ਿਪ ਰੱਖਣੀ ਹੈ ਕਿ ਨਹੀਂ ਰੱਖਣੀ, ਕਿਉਂਕਿ ਮੈਰਿਜ ਸਰਟੀਫਿਕੇਟ ਜਾਂ ਮੈਰਿਜ ਡਸ ਨਾਟ ਗਿਵ ਦ ਪਰਮਿਸ਼ਨ, ਰਾਈਟ। ਸੋ ਨਾਓ ਔਨ ਅਨਦਰ ਹੈਂਡ ਕਿ ਜਿਹੜੀ ਹਾਈ ਕਮਿਸ਼ਨ ਹੈ, ਐਮਬੈਸੀ ਹੈ, ਉਹ ਇਹ ਮੰਗਦੀ ਹੈ ਕਿ ਮੀਆਂ ਬੀਬੀ ਤੁਹਾਡਾ ਜੈਨੂਇਨ ਰਿਸ਼ਤਾ ਹੈਗਾ ਕਿ ਨਹੀਂ ਹੈਗਾ। ਜੈਨੂਇਨ ਰਿਸ਼ਤੇ ਤੋਂ ਉਹਨਾਂ ਦਾ ਮਤਲਬ ਤੁਹਾਡੀ ਅਖਬਾਰਾਂ ਦੀਆਂ ਉਹ ਕਟਿੰਗਾਂ, ਤੁਹਾਡਾ ਮੈਰਿਜ ਸਰਟੀਫਿਕੇਟ, ਤੁਹਾਡਾ ਤਹਿਸੀਲਦਾਰ ਦਾ ਸਰਟੀਫਿਕੇਟ, ਤੁਹਾਡੀਆਂ ਫੋਟੋਆਂ ਨਹੀਂ ਹੈ। ਉਹਦਾ ਮਤਲਬ ਇਹ ਹੈ ਕਿ ਮੀਆਂ ਬੀਬੀ ਇੱਕੋ ਕਮਰੇ 'ਚ ਇੱਕੋ ਛੱਤ ਥੱਲੇ ਸੁੱਤੇ ਆ, ਉਹਨੂੰ ਤੁਸੀਂ ਕਿਸੇ ਵੀ ਕਾਗਜ਼ ਦੇ ਉੱਤੇ ਪੇਸ਼ ਨਹੀਂ ਕਰ ਸਕਦੇ, ਉਹ ਸਿਰਫ ਮੀਆਂ ਬੀਬੀ ਨੂੰ ਹੀ ਹੈ। ਸੋ ਇਹ ਹਰਵਿੰਦਰ ਹੁਣਾਂ ਨੂੰ ਪਤਾ ਹੋਏਗਾ ਕਿ ਵੀ ਇਹ ਮੀਆਂ ਬੀਬੀ ਇਕੱਠੇ ਇੱਕੋ ਘਰ 'ਚ ਇੱਕੋ ਛੱਤ ਥੱਲੇ ਇੱਕੋ ਕਮਰੇ ਸੁੱਤੇ ਸੀ ਇਕੱਠੇ ਕਿ ਨਹੀਂ। ਜਦੋਂ 10 ਦਿਨ ਵਾਸਤੇ ਵੀ ਇੰਡੀਆ ਆਈ ਕਿ ਸਿਰਫ ਵਿਆਹ ਕਰਕੇ ਜੀ, ਉਹਦੇ ਬਾਅਦ 'ਚ ਕੁੜੀ ਆਪਣੇ ਘਰੇ ਸੀਗੀ, ਵੀਜ਼ਾ ਲੱਗ ਗਿਆ ਤੇ ਠੀਕ ਹੈ, ਜੇ ਵੀਜ਼ਾ ਨਹੀਂ ਲੱਗਾ ਤਾਂ ਉਹਦੇ ਬਾਅਦ 'ਚ। ਤੀਸਰੀ ਚੀਜ਼ ਕਿ ਜਿਹੜੀ ਆਪਣੀ ਗੱਲ ਰੱਖੋ ਭੱਟੀ ਸਾਹਿਬ, ਹਰਵਿੰਦਰ ਜੀ ਨੂੰ ਇਸ ਗੱਲ ਬਹੁਤ ਵੱਡੀ ਗੱਲ ਹੈ ਜਿਸ ਗੱਲ ਨੂੰ ਅੱਜ ਆਪਾਂ ਡਿਸਕਸ ਕਰ ਰਹੇ ਹਾਂ। ਮੈਂ ਚਾਹੁੰਦਾ ਬਹੁਤ ਸਾਰੇ ਲੋਕ ਹੋਰ ਵੀ ਇਸ ਗੱਲ ਦੇ ਉੱਤੇ ਨਜ਼ਰ ਟਿਕਾਏ ਹੋਣਗੇ। ਹਰਵਿੰਦਰ ਜੀ, ਇਹ ਗੱਲ ਕਲੀਅਰ ਕਰ ਦਿਓ। ਵੀਰ ਜੀ, ਉਹ ਸਾਡੇ ਘਰੇ ਘੱਟੋ ਘੱਟ 5 ਦਿਨ ਰਹਿ ਕੇ ਗਈ ਆਰਾਮ ਨਾਲ, ਲਾਡੀ ਦੇ ਨਾਲ ਰਹੀ ਆ, ਲਾਡੀ ਦੇ ਬੈੱਡ ਤੇ, ਲਾਡੀ ਦੇ ਰੂਮ 'ਚ ਸੌਂਦੀ ਰਹੀ ਆ ਲਾਡੀ ਦੇ ਨਾਲ। ਸੋ ਦੈਟ ਇਹਦੇ ਵਿੱਚ ਹੋਰ ਵੀ ਮੈਂ ਧਿਆਨ ਦੇਣਾ ਚਾਹੁੰਦੀ ਹਾਂ ਸਾਰਿਆਂ ਦੇ। ਜਦੋਂ ਵਿਆਹ ਹੋਇਆ ਸੀ ਤਾਂ ਤੁਹਾਡੀ ਇਹ ਕਲੈਰਿਟੀ ਸੀ ਕਿ ਸੌਦੇ ਦਾ ਰਿਸ਼ਤਾ, ਪਰ ਤੁਸੀਂ ਕਿਹਾ ਕਿ ਜੇ ਨਹੀਂ ਵੀ ਬਾਹਰ ਜਾਂਦੀ ਤਾਂ ਵੀ ਤੁਸੀਂ ਨੌ ਬਣਾ ਕੇ ਘਰੇ ਰੱਖਣੀ ਸੀ। ਹਾਂ ਵੀਰੇ, ਗੱਲ ਉਹਦੇ ਡੈਡੀ ਦੀ ਚੈਨਲ ਤੇ ਮੰਨ ਕੇ ਮੈਂ ਉਹਨਾਂ ਦੇ ਵਿੱਚ ਚਾਹੇ ਉਹ ਮੈਂ ਕਿਹਾ ਹੈਗਾ, ਮੈਂ ਸਾਲ ਦਾ ਤਾਂ ਕੋਰਟਸ਼ਿਪ ਦੀਦੀ ਇੱਕ ਮਿੰਟ, ਸਿਮਰ ਦੀਦੀ ਮੈਂ ਬੋਲਣਾ ਤੋਂ ਬਾਅਦ। ਸਿਮਰ ਦੀਦੀ ਮੈਂ ਬੋਲਣਾ ਜੀ ਆਪਣੀ ਗੱਲ ਰੱਖੋ। ਹਾਂ ਨਹੀਂ, ਵਿੱਚ ਫਿਰ ਮੈਨੂੰ ਚਲੋ ਸੀਨੀਅਰ ਨੇ ਪਹਿਲਾਂ ਉਹਨਾਂ ਦੀ ਸੁਣ ਲੈਣੇ, ਕੋਈ ਵੱਡੀ ਗੱਲ ਨਹੀਂ, ਇੱਥੇ ਕਿਹੜਾ ਕੋਈ ਲੜਾਈ ਝਗੜਾ ਕਰਨਾ ਹੈਗਾ। ਰੱਖੋ ਪਹਿਲਾਂ ਮੈਂ ਮੱਕਰ ਸਾਹਿਬ 10 ਦਿਨ ਲਈ ਆਈ ਸੀ ਵੀਰੇ ਉਰੇ, ਟੋਟਲ 10 ਦਿਨ ਲਈ। ਮੈਂ ਤੁਹਾਨੂੰ ਪਹਿਲਾਂ ਵੀ ਗੱਲ ਕਹੀ ਸੀ, ਉਹ ਕਹਿੰਦੀ ਮੇਰੀ ਨੌਕਰੀ ਦਾ ਪੰਗਾ ਵੀ ਮੈਂ ਵੱਧ ਛੁੱਟੀ ਲੈ ਨਹੀਂ ਸਕਦੀ। ਮਤਲਬ ਮੀਨਿੰਗ ਉਹ ਸ਼ਾਇਦ ਰਾਜੂ 5 ਨੂੰ ਆਈ ਸੀ, 5 ਨੂੰ ਇੰਡੀਆ ਆਈ ਆ ਭਾਜੀ, 7 ਨੂੰ ਵਿਆਹ ਹੋਇਆਗਾ ਤੇ 8 ਨੂੰ 7 ਨੂੰ ਸਾਡੇ ਘਰੇ ਆ ਗਈ ਤੇ 2 ਦਿਨ ਇੱਥੇ ਰਹੀ ਹੈ। ਫਿਰ ਉੱਥੇ ਵਾਗੀ 2 ਦਿਨ ਉੱਥੇ ਰਹੀ ਉਹ, ਫਿਰ ਉਹਦਾ ਬਰਥਡੇ ਸੀਗਾ ਤੇ ਲਾਡੀ ਜਾ ਕੇ ਉਹਨੂੰ ਲੈ ਆਇਆ ਉੱਥੋਂ, ਫਿਰ ਸਾਡੇ ਘਰੇ ਰਹੀ ਹੈਗੀ। ਇੱਥੋਂ ਹੀ ਉਹ ਦਿੱਲੀ ਗਈ ਆ ਸਾਡੇ ਘਰੋਂ। ਤਾਂ ਹੁਣ ਤੁਹਾਡੀ ਫੈਮਿਲੀ ਕੀ ਚਾਹੁੰਦੀ ਹੈ? ਰਿਪੋਰਟ ਕੀਤਾ ਜਾਵੇ ਇੰਡੀਆ ਆ ਕੇ? ਤੁਸੀਂ ਟ੍ਰਾਇਲ ਚਾਹੁੰਦੇ ਹੋ ਕੁੜੀ ਦੇ ਉੱਤੇ ਕਿ ਕੇਸ ਚੱਲੇ? ਮੱਕਰ ਸਾਹਿਬ ਦੇਖੋ, ਗੱਲ ਇੱਕ ਤਾਂ ਤੁਸੀਂ ਥੋੜੀ ਇੱਕ ਸ਼ਬਦ ਤੁਸੀਂ ਗਲਤ ਵਰਤ ਗਏ। 40 ਲੱਖ ਨਹੀਂ ਲੱਗਿਆ ਆਪਣਾ ਵੀਰੇ, ਆਪਣਾ 24 ਤੋਂ 25 ਲੱਖ ਰੁਪਏ ਲੱਗਿਆ। ਕੱਲ ਚੈਨਲ ਤੇ ਵੀ ਗੱਲ ਬੋਲੀ ਗਈ, ਫਿਰ ਅਗਲਾ ਕਹਿੰਦਾ ਵੀ ਕੱਲ ਕੁਛ ਕਹਿੰਦੇ ਨੇ ਤੇ ਅੱਜ ਕੁਛ ਕਹਿੰਦੇ ਨੇ। ਇਹ ਗੱਲ ਨੂੰ ਕਲੀਅਰ ਕਰੋ, ਆਪਣਾ 24 ਤੋਂ 25 ਲੱਖ ਰੁਪਏ ਲੱਗਿਆ ਹੈ ਸਾਰਾ, ਠੀਕ ਹੈ ਨਾ।
ਤੇ ਦੂਜੀ ਗੱਲ, ਜੋ ਸਾਡਾ ਪੁੱਤ ਵਾ ਗਿਆ ਉਹ ਤੇ ਜਹਾਜ਼ਾਂ 'ਚ ਘੁੰਮਦੀ ਫਿਰਦੀ ਹੈ, ਵੀਰੇ ਅਸੀਂ ਕਿੱਥੋਂ ਚਾਹਾਂਗੇ? ਉਹ ਆ ਕੇ ਜੇ ਸਾਡੇ ਮੁੰਡੇ 'ਚ ਗਲਤੀ ਹੈ, ਸਾਡੇ ਮੁੰਡੇ 'ਚ ਕਿੰਨੀਆਂ ਗਲਤੀਆਂ ਨੇ, ਉਹ ਆ ਕੇ ਚੈਨਲ ਤੇ ਬੋਲੇ। ਸਾਡੇ ਮੁੰਡੇ ਨੇ ਇਹਨੂੰ ਗਾਲਾਂ ਕੱਢੀਆਂ ਨੇ, ਕੋਈ ਚੈਟ 'ਚ ਗਲਤ ਬੋਲੇ, ਸਾਰਾ ਲਿਆ ਕੇ ਚੈਨਲ ਤੇ ਬੈਠੇ ਸੋਨੂੰ WhatsApp ਕਰੇ, ਸਾਡੇ ਪਰਿਵਾਰ ਨੂੰ ਕਰੇ ਵੀ ਇੱਥੇ ਮੇਰੇ ਨਾਲ ਲਵਪ੍ਰੀਤ ਗਲਤ ਸੀਗਾ। ਉਹ ਮੀਆਂ ਬੀਬੀ ਸੀ ਭਰਾਵਾ, ਲੜਾਈ ਝਗੜਾ ਮੀਆਂ ਬੀਬੀ ਤਾਂ ਹੁੰਦਾ ਹੈ, ਕਿਹਦਾ ਨਹੀਂ ਹੁੰਦਾ? ਸਾਡਾ ਵੀ ਹੁੰਦਾ ਭਰਾਵਾ, ਸਭ ਦਾ ਹੁੰਦਾ ਹੈਗਾ, ਇਹ ਕੋਈ ਮੈਟਰ ਨਹੀਂ ਹੁੰਦਾ ਬੜਾ ਵੱਡਾ। ਜੇ ਉਹਨੇ ਫੋਨ ਮੰਗਿਆ, ਲਵਪ੍ਰੀਤ ਨੇ ਫੋਨ ਮੰਗਿਆ, ਅਸੀਂ 25 ਲੱਖ ਲਾ ਕੇ ਉਹ ਭੇਜੀ ਆ, ਉਹ ਤੇ ਵਰਕ ਪਰਮਿਟ ਤੇ ਉਹ ਖੁਦ ਕਹਿੰਦੀ ਆ ਕਿ ਮੈਂ 11 ਘੰਟੇ ਕੰਮ ਕਰਦੇ ਆ। 11 ਘੰਟਿਆਂ ਦੇ ਪੈਸੇ ਜਾਂਦੇ ਕਿੱਥੇ ਆ ਭਰਾ ਮੇਰਿਆ? ਉਹ ਚੋਂ ਕੁਝ ਪੈਸਾ ਕੱਢ ਕੇ ਲਾਡੀ ਨੇ ਲਿਖਿਆ ਵੀ ਮੈਨੂੰ $200-300 ਭੇਜ ਦੇ ਤੇ ਕੁਝ ਮੈਂ ਆਪਣੇ ਕੋਲੋਂ ਕਰ ਲੂੰਗਾ, ਮੈਂ ਫੋਨ ਲੈ ਲੂੰਗਾ। ਦੂਜੀ ਗੱਲ, ਜੇ ਉਹਨੇ ਪੈਸੇ ਵੀ ਮੰਗੇ ਯਾਰ, ਉਹਦੀ ਘਰ ਵਾਲੀ ਤੋਂ ਪੈਸੇ ਮੰਗ ਰਿਹਾ, ਉਹਦਾ ਸਹੁਰਾ ਸਾਹਿਬ ਕਹਿ ਰਹੇ ਨੇ ਸਾਡੀ ਕੁੜੀ, ਭਰਾਵਾ ਤੁਹਾਡੀ ਕੁੜੀ ਉਦੋਂ ਤੀ ਜਿੰਨਾ ਚਿਰ ਤੁਸੀਂ ਨੰਦ ਨੀਤੀ ਕਰੇ, ਉਹ ਹੁਣ ਸਾਡੀ ਨੂੰਹ ਹੈ, ਸਾਡੇ ਘਰ ਦੀ। ਉਹ ਲਾਡੀ ਦਾ ਉਹਦਾ ਮੈਟਰ ਹੈ, ਉਹ ਤੋਂ ਕੁਝ ਮੰਗੇ, ਉਹ ਉਹਨੂੰ ਕੁਝ ਦੇਵੇ। ਤੇ ਲਾਡੀ ਨੇ 3 ਵਾਰ ਉਹਨੂੰ ਪੈਸੇ ਵੀ ਭੇਜਿਆ। ਪਹਿਲਾਂ ਇੱਕੋ ਦਾ ਭਰਾ ਭੂਆ ਦਾ ਮੁੰਡਾ ਵਿੱਕੀ, ਜਿਹੜਾ ਕਹਿ ਰਹੀ ਹੈ ਚੈਨਲ ਤੇ ਕਿ ਮੈਂ ਵਿੱਕੀ ਨੂੰ ਪੈਸੇ ਭੇਜਦੀ ਸੀ, ਉਹ ਭਰਾਵਾ ਕਰਜ਼ਾ ਸੀ, ਵਿੱਕੀ ਤੋਂ ਲੈਤਾ ਸੀ ਉਹਨੂੰ ਦੇਣ ਨੂੰ। ਫਿਰ ਮੇਰਾ ਭਰਾ ਦਾ ਮੁੰਡਾ ਬੋਵੀ, ਉਹ ਤੋਂ ਪੈਸੇ ਇਹਨੂੰ ਦਵਾਏ ਸੀਗੇ, ਇਹਨੇ ਉਹਦੇ ਵੀ ਪੈਸੇ ਮੋੜਿਆ। ਇਹ ਆਪਣੀ ਬੇਅੰਤ ਇੱਕ ਸਿੰਗਲ ਚੀਜ਼ ਭੈਣੇ ਪ੍ਰੂਫ ਨਹੀਂ ਕਰ ਸਕਦੀ ਵੀ ਇਹ ਲਾਡੀ ਨੂੰ ਪੈਸੇ ਭੇਜ ਦਿੱਤੀ। ਉਹਨਾਂ ਦੀ ਇੰਟਰਵਿਊ ਕੱਲ ਬੇਅੰਤ ਦੀ ਜਿਹੜੀ ਇੱਕ ਇੰਟਰਵਿਊ ਸਾਹਮਣੇ ਆਈ ਹੈ, ਉਹਦੇ ਵਿੱਚ ਉਹ ਇਹ ਚੀਜ਼ਾਂ ਦਾ ਜ਼ਿਕਰ ਕਰ ਰਹੀ ਹੈ ਕਿ ਇੱਕ ਤਾਂ ਮੈਨੂੰ ਗੱਲਬਾਤ ਕਰਨ ਦੇ ਲਈ ਪ੍ਰੈਸ਼ਰ ਅਪ ਕੀਤਾ ਜਾਂਦਾ ਸੀਗਾ ਕਿ ਫੈਮਿਲੀ ਨਾਲ ਨਹੀਂ ਕੀਤੀ। ਉਹਦੀ ਚੈਟ ਦੇ ਵਿੱਚ ਵੀ ਕਈ ਜਗ੍ਹਾ ਦੇਖਿਆ ਉਹਨੇ ਗੱਲ ਕਰਨ ਦੀ ਕੋਸ਼ਿਸ਼ ਵੀ ਕੀਤੀ। ਦੂਜੇ ਪਾਸੇ ਇਹਦਾ ਜਵਾਬ ਦੀ ਮਿੱਠੀ ਲੈ ਲਿਓ। ਫੋਨ ਮੰਗਣ ਦੇ ਮੇਰਾ ਇੱਕ ਸਵਾਲ ਸੁਣ ਲਵੋ, ਉਸ ਤੋਂ ਬਾਅਦ ਤੁਹਾਡਾ ਮੈਂ ਪੱਖ ਜਾਣਦੀ ਹਾਂ। ਜੀ। ਦੂਜੇ ਪਾਸੇ ਉਹ ਇਹ ਵੀ ਕਹਿੰਦੀ ਹੈ ਕਿ ਭੂਆ ਦੇ ਬੇਟੇ ਨੂੰ ਪੈਸੇ ਭੇਜਣ ਦੇ ਲਈ, ਜਿਹੜਾ ਬਾਰ-ਬਾਰ ਲਵਪ੍ਰੀਤ ਮੈਨੂੰ ਕਹਿੰਦਾ ਸੀ ਵੀ ਤੂੰ ਉਹਨਾਂ ਨੂੰ ਪੈਸੇ ਨਹੀਂ ਭੇਜਦੀ, ਉਹ ਕਹਿੰਦੀ ਹੈ ਕਿ ਮੈਂ ਤੁਹਾਡੇ ਜਿਹੜੇ ਲਵਪ੍ਰੀਤ ਦੇ ਭੂਆ ਦੇ ਬੇਟੇ ਨੂੰ ਵੀ 2-3 ਵਾਰੀ ਪੈਸੇ ਪਾਏ ਆ। ਦੂਜੇ ਪਾਸੇ ਸਮਾਨ ਮੰਗਵਾਉਣ ਦੇ ਲਈ ਇਹ ਚੀਜ਼ ਕਹੀਆਂ ਜਾਂਦੀਆਂ ਸੀਗੀਆਂ ਕਿ ਮੈਂ ਆਪਣੇ ਦੋਸਤਾਂ ਨੂੰ ਦਿਖਾਉਣਾ ਵਾ, ਉਹ ਕਹਿੰਦੇ ਆ ਕਿ ਤੇਰੀ ਘਰ ਵਾਲੀ ਬਾਹਰ ਹੈ ਤੇ ਕਿਉਂ ਨਹੀਂ। ਇਹ ਚੀਜ਼ਾਂ ਦੇ ਕਿਤੇ ਨਾ ਕਿਤੇ ਇਹ ਵੀ ਸਮਝ ਸਕਦੇ ਕਿ ਮੈਚਿਓਰਿਟੀ ਲੈਵਲ ਦੀ ਵੀ ਕਿਤੇ ਨਾ ਕਿਤੇ ਕਮੀ ਆਉਂਦੀ ਹੈ। ਜੇ ਰਿਸ਼ਤਾ ਹੈਗਾ ਵਧੀਆ ਔਰ ਸੋਚ ਸਮਝ ਕੇ ਕੀਤਾ ਗਿਆ ਤੇ ਉਹਦੇ ਵਿੱਚ ਮੀਆਂ ਬੀਵੀ ਨੂੰ ਦੂਜੇ ਨੂੰ ਤਾਂ ਸ਼ੋਅ ਕਰਨ ਦੀ ਲੋੜ ਨਹੀਂ ਆ ਕਿ ਕੌਣ ਕਿਹਨੂੰ ਕਿੰਨਾ ਸਮਾਨ ਭੇਜ ਰਿਹਾ। ਤੇ ਭੂਆ ਦੇ ਬੇਟੇ ਵਾਲਾ ਮੈਟਰ ਕੀ ਆ? ਕਿਉਂਕਿ ਲਵਪ੍ਰੀਤ ਜਿਹੜੀ ਬੇਅੰਤ ਕੌਰ ਆ ਉਹ ਬੋਲਦੀ ਆ ਇੰਟਰਵਿਊ ਦੇ ਵਿੱਚ। ਦੀਦੀ ਹਾਂ, ਹੁਣ ਮੈਂ ਬੋਲਦਾ, ਜਿਹੜੇ ਤੁਹਾਨੂੰ ਮੈਂ ਦੱਸ ਕੇ ਹਟਿਆ ਨਾ ਦੀਦੀ, ਇਹਨੇ ਵਿੱਕੀ ਉਸ ਟਾਈਮ ਆਸਟ੍ਰੇਲੀਆ ਸੀਗਾ, $170 ਉਹਨੇ ਉੱਥੋਂ ਉਹਦੇ ਖਾਤੇ 'ਚ ਟ੍ਰਾਂਸਫਰ ਕਰੇ। ਮੇਰੇ ਕੋਲ ਸਲਿੱਪ ਆ, ਸ਼ਾਇਦ ਮੱਕਰ ਸਾਹਿਬ ਮੈਂ ਤੁਹਾਨੂੰ ਭੇਜ ਵੀ ਦਿੱਤੀ ਸੀ। $150 ਉਹਨੇ ਉਹਨੂੰ ਟ੍ਰਾਂਸਫਰ ਕਰਿਆ ਸੀ, ਉਹਦਾ ਅਕਾਊਂਟ ਬੰਦ ਹੋ ਗਿਆ। ਵਿੱਕੀ ਇੱਥੇ ਆ ਗਿਆ, ਲਾਕਡਾਊਨ 'ਚ ਫਸ ਗਿਆ। ਠੀਕ ਹੈ। ਇੱਕ ਤੁਸੀਂ ਦੂਜਾ ਸਵਾਲ ਕੀ ਕਰਿਆ ਸੀ, ਮੈਂ ਭੁੱਲ ਗਿਆ ਥੋੜਾ ਜਿਹਾ। ਇਹੀ ਕਿ ਸਮਾਨ ਮੰਗਵਾਉਣ ਦੇ ਲਈ ਉਹ ਬਾਰ-ਬਾਰ ਕਹਿੰਦਾ ਸੀਗਾ ਕਿ ਲਵਪ੍ਰੀਤ ਕਿ ਮੈਂ ਆਪਣੇ ਦੋਸਤਾਂ ਨੂੰ ਦਿਖਾਉਣਾ ਹੈ। ਹਾਂ ਦੀਦੀ ਚਲੋ ਮੈਂ ਤੁਹਾਡੇ ਤੇ ਲਾ ਲੈਣਾ, ਮਤਲਬ ਕਿ ਤੁਸੀਂ ਕੈਨੇਡਾ ਤੋਂ ਇੰਡੀਆ ਆਵੋ, ਤੁਹਾਡੀ ਮੈਰਿਜ ਹੋਵੇ ਤੇ ਤੁਸੀਂ ਆਪਣੇ ਹਸਬੰਡ ਲਈ ਇੱਕ ਸਿੰਗਲ ਟੀ-ਸ਼ਰਟ ਵੀ ਲੈ ਕੇ ਆਵੋ ਤੇ ਤੁਹਾਨੂੰ ਫਰੈਂਡ ਪੁੱਛਣ, ਤੁਹਾਡੇ ਸੌਰੀ ਨਹੀਂ ਤੁਹਾਡੇ ਘਰ ਵਾਲੇ ਫਰੈਂਡ ਪੁੱਛਣ ਵੀ ਯਾਰ ਭਾਬੀ ਕੈਨੇਡਾ ਤੋਂ ਆਈ ਸੀ, ਤੈਨੂੰ ਕੀ ਲੈ ਕੇ ਆਈ ਹੈ? ਉਹ ਕਦੋਂ ਕਹਿੰਦਾ ਯਾਰ ਮੈਨੂੰ ਤੱਕ ਜਰਾਬਾਂ ਤੱਕ ਨਹੀਂ ਲੈ ਕੇ ਆਈ। ਤੁਸੀਂ ਸੋਚ ਲਓ ਭਾਈ, ਇਹ ਚੀਜ਼ਾਂ ਤਾਂ ਨਹੀਂ ਮੈਟਰ ਕਰਦੀਆਂ, ਇਹ ਤਾਂ ਹੁਣ ਬਿਨਾਂ ਗੱਲ ਤੋਂ ਦੀਦੀ ਜੇ ਆਪਾਂ 7 ਬਗਾਨੇ ਨੂੰ ਕਹਿ ਦਈਏ ਨਾ, 7 ਬਗਾਨੇ ਨੂੰ ਉਹ ਵੀ ਚੀਜ਼ ਲਿਆ ਦਿੰਦਾ ਹੁੰਦਾ $10-20 ਦੀ। ਉਹ ਉਹਦੇ ਘਰ ਵਾਲਾ ਸੀਗਾ, ਸਾਲ ਭਰ ਹੋਏ ਕਰੇ ਸੀਗਾ ਵੀ ਉਹ ਇੰਟਰਸਟਿਡ ਹੀ ਨਹੀਂ ਵਿਆਹ ਦੇ ਵਿੱਚ। ਫਿਰ ਤੁਸੀਂ ਵਿਆਹ ਕੀਤਾ ਹੀ ਕਿਉਂ? ਜੇ ਉਹ ਵਿਆਹ ਦੇ ਵਿੱਚ ਵੀ 5 ਜਦੋਂ ਦੀਦੀ ਵਿਆਹ ਚੀਜ਼ ਨਹੀਂ ਲੈ ਕੇ ਆਉਂਦੀ ਫਿਰ ਵਿਆਹ ਕਰਦੇ ਹੀ ਨਾ। ਭੈਣ ਮੇਰੀ ਉਦੋਂ ਹੀ ਗੱਲ ਕਰ ਲੈਂਦੇ, ਮੇਰੀ ਗੱਲ ਪੈਸੇ ਵਾਪਸ ਕਰ ਦੋ। ਗਲਤੀਆਂ ਦੇਖੋ, ਮੈਨੂੰ ਦੁੱਖ ਆ ਕਿ ਤੁਹਾਡੇ ਮੁੰਡੇ ਦੀ ਡੈਥ ਹੋਈ ਆ, ਤੁਸੀਂ ਆਪਣਾ ਇੱਕ ਭਾਈ ਖੋਇਆ ਆ, ਪਰ ਜੋ ਸੱਚ ਆ, ਜੋ ਫੈਕਟ ਆ, ਫੈਕਟ ਆ। ਠੀਕ ਹੈ, ਤੁਸੀਂ ਉਹਦੇ ਨਾਲ ਜ਼ਬਰਦਸਤੀ ਨਹੀਂ ਕਰ ਸਕਦੇ। ਪਹਿਲਾਂ ਤਾਂ ਉਸ ਕੁੜੀ ਦੀ ਏਜ ਦੇਖੋ। ਠੀਕ ਹੈ, ਤੁਸੀਂ ਕਿਹਾ ਕਿ ਉਹਨੇ ਆਪਦਾ ਕਰਜ਼ਾ ਲਿਆ। ਕਰਜ਼ਾ ਤਾਂ ਦੇਖੋ, ਇੱਕ ਪਾਸੇ ਤੁਸੀਂ ਕਹਿ ਰਹੇ ਹੋ ਪੈਸੇ ਲਾ ਕੇ ਭੇਜਿਆ, ਫਿਰ 11 ਘੰਟੇ ਕੰਮ ਕਰਦੇ। ਤੁਸੀਂ ਕੈਨੇਡਾ ਦੀ ਕਦੇ ਲਾਈਵ ਜਾ ਕੇ ਦੇਖਿਓ, ਮੇਰਾ ਪਰਿਵਾਰ ਉੱਥੇ ਰਹਿੰਦਾ, ਮੈਂ ਵੀ ਕੈਨੇਡਾ ਰਹੀ ਹਾਂ। ਠੀਕ ਆ, ਮੈਨੂੰ ਪਤਾ ਵੀ ਉੱਥੇ ਦੀ ਲਾਈਫ ਕਿੰਨੀ ਸਟਰਗਲ ਵਾਲੀ ਆ। ਜੀ ਮੇਰੀ ਭੈਣ ਬਣੇ 15 ਸਾਲਾਂ ਦੀ ਅਮਰੀਕਾ ਰਹਿੰਦੀ ਹੈ। ਹੋਰ ਕਿੰਨੀਆਂ ਚੀਜ਼ਾਂ ਦੇ ਖਰਚੇ ਹੁੰਦੇ ਆ ਉੱਥੇ ਯੂਨੀਵਰਸਿਟੀ। ਤੁਸੀਂ ਇੱਕ ਵਾਰ 24 ਲੱਖ ਰੁਪਏ ਖਰਚਿਆ, ਉਹ ਤਾਂ ਉਹਨਾਂ ਨੇ ਆਪ ਹੀ ਕਰ ਲਿਆ ਸੀ। ਇਸ ਪੂਰੀ ਸਿਚੁਏਸ਼ਨ ਤੇ ਫਿਰ ਫੋਨ ਮੈਂ ਜਵਾਬ ਭੈਣ ਮੇਰੀ ਤੈਨੂੰ ਮੈਂ ਜਵਾਬ ਦਿੰਨਾ, ਸਾਰੀਆਂ ਗੱਲਾਂ ਦੇ ਜਵਾਬ ਦਿੰਨਾ, ਮੈਨੂੰ ਟਾਈਮ ਦੇ। ਜੀ ਹਰਵਿੰਦਰ ਜੀ ਤੁਸੀਂ ਆਪਣੀ ਗੱਲ ਰੱਖੋ, ਖੁੱਲਾ ਸਮਾਂ ਹੈ। ਹਰਵਿੰਦਰ ਜੀ ਤੁਸੀਂ ਮੱਕਰ ਸਾਹਿਬ ਮੇਰੀ ਗੱਲ, ਮੱਕਰ ਸਾਹਿਬ ਜਿਹੜੀ ਉਹਦੀ ਫੀਸ ਸੀ ਨਾ, ਮੈਨੂੰ ਇੰਗਲਿਸ਼ ਦੇ ਸ਼ਬਦ ਨਹੀਂ ਆਉਂਦੇ, ਮੈਂ 10ਵੀਂ ਪਾਸ ਆਂਗਾ ਕਿਉਂਕਿ ਮੈਂ ਤੁਹਾਨੂੰ ਦੇਸੀ ਤਰੀਕੇ ਨਾਲ ਸਮਝਾ ਦਿੰਦਾ। ਕਾਲਜ ਦੀ ਫੀਸ ਕਹਿੰਦੇ 9 ਖੁੱਲਾ ਸਮਾਂ, ਤੁਸੀਂ ਆਪਣੀ ਪੂਰੀ ਗੱਲ ਰੱਖੋ। ਹਾਂ ਚਲੋ ਮੈਂ ਮੇਰੀ ਭੈਣ ਦਾ ਜਵਾਬ ਦਿੰਦਾ। ਮੈਂ ਬਹੁਤ ਰਿਸਪੈਕਟ ਕਰਦਾ ਭੈਣ ਦੀ, ਮੇਰੇ ਤੋਂ ਸੀਨੀਅਰ ਹੈ। ਜਿਹੜੀ ਯੂਨੀਵਰਸਿਟੀ ਦੀ ਫੀਸ ਹੁੰਦੀ ਹੈ ਤਕਰੀਬਨ ਜਿੱਥੇ ਗਈ ਹੈ ਮਤਲਬ 9 ਤੋਂ 10 ਲੱਖ ਰੁਪਇਆ ਸੀ, ਭਰਿਆ ਸੀ 13 ਲੱਖ ਜਾਂ 14 ਲੱਖ ਰੁਪਈਆ। ਉਹ ਪੈਸੇ ਦੇ ਵਰਤਣ ਨੂੰ ਸੀ ਨਾ, ਇਹਨੇ ਉਹ ਵੀ ਵਰਤ ਲਏ। ਜਿਹੜੇ ਅਸੀਂ ਹੋਰ ਪੈਸੇ ਭੇਜੇ ਨੇ ਉਹ ਵੀ ਵਰਤ ਲਏ।
ਜਿਹੜੇ ਇਹਨੇ ਕਮਾਏ ਸੀ, ਇਹਦਾ ਖਰਚਾ ਟੋਟਲ ਕਿੱਥੋਂ ਚੱਕ ਰਿਹਾ? ਜਿਹੜੇ ਇਹਨੇ ਕਮਾਏ ਨੇ ਉਹ ਕਿੱਥੇ ਨੇ? ਭਾਈ ਨੂੰ ਆਈਫੋਨ ਲੈ ਕੇ ਦਿੱਤਾ ਹੋਇਆਗਾ, ਸਾਡੇ ਮੁੰਡੇ ਨੂੰ ਫੋਨ ਨਹੀਂ ਦਿਖਾਇਆ। ਤਾਂ ਕੀ ਇੱਕ ਮੈਂ ਨੰਬਰ ਦਿੱਤਾ ਤੁਹਾਨੂੰ, ਨੰਬਰ ਚੈੱਕ ਕਰ ਲਿਓ, ਆਈਫੋਨ ਚੱਲ ਰਿਹਾ। ਹਰਵਿੰਦਰ ਜੀ ਤੁਹਾਡੇ ਵੱਲ ਵਾਪਸ ਆ ਰਿਹਾ। ਭੱਟੀ ਸਾਹਿਬ ਇੱਥੋਂ ਇਹ ਵੀ ਜੱਜ ਕਰਦਾ ਕਿ ਬਹੁਤ ਛੋਟੀ ਉਮਰ ਦੇ ਵਿੱਚ ਜਦੋਂ ਵਿਆਹ ਕਰ ਦਿੱਤਾ ਗਿਆ ਤਾਂ ਐਸਪੀਰੇਸ਼ਨਸ ਬੱਚੇ ਦੀਆਂ ਬਹੁਤ ਜ਼ਿਆਦਾ ਸੀਗੀਆਂ, ਮੈਂਟਲੀ ਉਹ ਹੈਂਡਲ ਹੀ ਨਹੀਂ ਕਰ ਪਾਇਆ ਇਸ ਪ੍ਰੋਬਲਮ ਨੂੰ, ਔਰ ਉਹਨੂੰ ਐਡਾ ਵੱਡਾ ਸਟੈਪ ਲੈਣਾ ਪੈ ਗਿਆ। ਮੈਂ ਮਾਫੀ ਚਾਹੁੰਦਾ ਜੀ, ਅੱਜ ਮੈਂ ਬਹੁਤ ਕਲੀਅਰ ਜੀ ਆਪਣੀ ਸਟੇਟਮੈਂਟ ਰੱਖਣੀ ਚਾਹਾਂਗਾ ਜੀ ਕਿ ਜੋ ਹਰਵਿੰਦਰ ਭਾਜੀ ਦੀ ਗੱਲ ਸੁਣੀ ਹੈ ਕਿ ਜੀ ਇਹ ਨਾਬਾਲਗ ਸੀਗੇ ਤੇ ਇਹਨਾਂ ਦਾ ਆਪਾਂ ਰੋਕਾ ਕਰਤਾ, ਕੁੜੀ ਨੂੰ ਬਾਹਰ ਭੇਜਤਾ ਵਿਸ਼ਵਾਸ ਪੱਤਰ ਦੇ ਉੱਤੇ। ਕੁੜੀ ਬਾਹਰ ਚਲੀ ਗਈ, ਬਾਹਰ ਜਾਣ ਤੋਂ ਬਾਅਦ ਉਹਨੇ ਆਪਣੀ ਪੜ੍ਹਾਈ ਖਤਮ ਕੀਤੀ ਜਾਂ ਕਰ ਰਹੀ ਸੀਗੀ। ਇਹਨਾਂ ਨੇ ਕਿਹਾ ਕਿ ਓਕੇ ਹੁਣ ਬਾਲਗ ਹੋ ਗਏ, ਚਲੋ ਆਓ ਬੱਚੇ ਤੁਹਾਡਾ ਵਿਆਹ ਕਰ ਦਈਏ। ਕੁੜੀ ਉੱਥੋਂ ਟਿਕਟ ਲੈ ਕੇ ਮੁੰਡੇ ਵਾਸਤੇ ਜਰਾਬ ਵੀ ਲਿੱਤੇ ਬਿਨਾਂ ਜਿਹੜਾ ਵਾ ਇੰਡੀਆ ਪਹੁੰਚੀ। ਇੰਡੀਆ ਆ ਕਰਕੇ ਵਿਆਹ ਕੀਤਾ, ਵਿਆਹ ਕਰਕੇ 5 ਦਿਨ ਇਹ ਮੁੰਡੇ ਦੇ ਨਾਲ ਰਹੀ, ਮੁੰਡੇ ਦੇ ਨਾਲ ਰਹਿ ਕਰਕੇ ਮੁੜ ਤੋਂ ਵਾਪਸ ਚਲ ਗਈ ਕਿਉਂਕਿ ਉਹਨੂੰ ਕੰਮ ਤੋਂ ਛੁੱਟੀ ਨਹੀਂ ਮਿਲਦੀ। ਸੋ ਦੈਟ ਸ਼ੋਜ਼ ਇਨ ਕਲੀਅਰ ਇੰਟੈਂਸ਼ਨ ਕਿ ਵੀ ਇਹ ਵਿਆਹ ਦਾ ਜਿਹੜਾ ਸੀਗਾ ਕਿ ਵੀ ਇੱਕ ਜ਼ਮਾਨਾ ਹੁੰਦਾ ਸੀ ਕਿ ਵੀ ਇਹਨਾਂ ਦੇ ਨਾਲ ਇਹ ਵੀ ਕਿਹਾ ਕਿ ਵੀ ਜੀ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਦੇਣ ਲੈਣ ਨੂੰ ਕੁਝ ਨਹੀਂਗਾ, ਕਿ ਵੀ ਸਾਡੇ ਕੋਲ ਕੁੜੀ ਦੀ ਪੜ੍ਹਾਈ ਹੈ। ਸੋ ਇਟਸ ਲਾਈਕ ਸਾਰੇ ਪੱਖਾਂ ਨੂੰ ਆਪਾਂ ਸਾਹਮਣੇ ਰੱਖ ਕਰਕੇ ਕਿ ਵੀ ਆਪਣੇ ਮੁੰਡੇ ਨੂੰ ਬਾਹਰ ਭੇਜ ਦਾਂਗੇ, ਦੋਵੇਂ ਬੱਚੇ ਬਾਹਰ ਜਾ ਕੇ ਸੈੱਟ ਹੋ ਜਾਣਗੇ। ਕਿਉਂਕਿ ਮੇਨ ਪਿੰਡਾਂ ਦੇ ਵਿੱਚ ਕੀ ਹੁੰਦੀ, ਬੱਚੇ ਬਾਹਰ ਜਾਣਗੇ, ਵਿਆਹ ਵੀ ਜਾਣਗੇ ਤੇ ਬੱਚੇ ਬਾਹਰ ਸੈੱਟ ਹੋ ਜਾਣਗੇ ਕਿ ਵੀ ਇੱਥੇ ਆਪਾਂ ਪੈਸੇ ਲਾ ਕੇ 24 ਲੱਖ ਲਾ ਕੇ ਕਾਰੋਬਾਰ ਕਰਨਾ ਬੈਟਰ ਹੈ, ਬੱਚਿਆਂ ਦੇ ਬਾਹਰ ਪੈਸੇ ਲਾ ਦਈਏ, ਬੱਚੇ ਬਾਹਰ ਜਾ ਕੇ ਸੈੱਟ ਹੋ ਜਾਣਗੇ। ਬਦਕਿਸਮਤੀ ਉੱਥੇ ਹੋ ਗਈ ਕਿ ਇੱਕ ਜ਼ਮਾਨੇ ਦੇ ਵਿੱਚ ਕੁੜੀ ਵਾਲੇ ਦਾਜ ਦਿੰਦੇ ਸੀ, ਅੱਜ ਦੀ ਰੇਟ ਦੇ ਵਿੱਚ ਮੁੰਡੇ ਵਾਲੇ ਆਪਣੇ ਕੋਲੋਂ ਦਾਜ ਦੇ ਰੂਪ ਦੇ ਵਿੱਚ ਹੀ ਪੈਸੇ ਲਾ ਕਰਕੇ ਕੁੜੀ ਨੂੰ ਬਾਹਰ ਭੇਜਦੇ ਆ। ਸੋ ਉਹਨਾਂ ਕਹੇ ਉਹ ਕਿਸੇ ਵੇਲੇ ਉਹ ਜਿਹੜਾ ਕਹਿ ਲਓ ਕਿ ਵੀ ਆਪਣੇ ਮੁੰਡੇ ਦਾ ਸੂਤ ਕਰਨ ਦੇ ਚੱਕਰ ਚ ਕੀਤੀ, ਚਲੋ ਦੋਵੇਂ ਇਕੱਠੇ ਹੋ ਜਾਣਗੇ ਜਾਂ ਕੁੜੀ ਦਾ ਸੂਤ ਕਰਨ ਦੇ ਚੱਕਰ ਦੇ ਵਿੱਚ ਇੱਕੋ ਪਿਕਚਰ ਵੀ ਆਈ ਸੀ ਨਾ ਜੱਟ ਵਰਸਸ ਆਇਲਸ। ਸੋ ਇਹ ਸੇਮ ਸਟੋਰੀ ਟੁੱਕੀ ਹੈ ਜੀ ਉੱਥੇ। ਬਟ ਇੱਥੇ ਅਨਫੋਰਚੂਨੇਟ ਚੀਜ਼ ਇਹ ਹੋ ਗਈ ਹੈ ਕਿ ਵੀ ਇੱਥੇ ਇੱਕ ਘਰ ਦਾ ਇੱਕ ਮਾਂ ਦਾ ਬੱਚਾ ਚਲਾ ਗਿਆ। ਮੇਨ ਹੈ ਕਿ ਇਮੈਚੁਰਿਟੀ ਲੈਵਲ ਆਫ ਆਪਣਾ ਕਹਿ ਲਓ ਕਿ ਵੀ ਮੁੰਡੇ ਦਾ ਵੀ ਔਰ ਕੁੜੀ ਦਾ ਵੀ, ਕਿਉਂਕਿ ਇੱਕ ਦੀ ਉਮਰ 24 ਸਾਲ ਹੈ ਤੇ ਇੱਕ ਦੀ ਉਮਰ ਮੇਰਾ ਖਿਆਲ 18-19 ਸਾਲ ਕਹਿੰਦੇ ਹੁਣੇ ਬਾਲਗ ਹੋਈ ਹੈ। ਠੀਕ ਹੈ, ਇੱਕ ਉਸ ਬੱਚੇ ਦਾ ਮੈਚੁਰਿਟੀ ਲੈਵਲ ਕੀ ਹੋਊਗਾ ਕਿ ਮੀਆਂ ਬੀਬੀ ਲੜਦੇ ਆ ਅੱਜ ਦੀ ਜਨਰੇਸ਼ਨ ਦੇ ਤੇ ਜਿਹੜੇ ਕਹਿ ਲਓ ਕਿ ਵੀ ਮੀਆਂ ਬੀਬੀ ਤਾਂ ਬਹੁਤ ਦੂਰ ਦੀ ਗੱਲ ਹੈ, ਅੱਜ ਦੀ ਜਨਰੇਸ਼ਨ ਦੇ ਜਿਹੜੇ ਅਫੇਅਰਸ ਕਹਿ ਲਓ ਜਾਂ ਵੈਸੇ ਹੀ ਫਰੈਂਡਸ਼ਿਪ ਕਹਿ ਲਓ, ਛੋਟੀ ਗੱਲ ਦੇ ਉੱਤੇ ਉਹ ਬ੍ਰੇਕਅਪ ਵਰਡ ਯੂਜ਼ ਕਰਦੇ ਗਏ। ਤੇ ਇੱਕ ਟਾਈਮ ਸੀਗਾ ਕਿ ਵੀ ਮੀਆਂ ਬੀਬੀ 'ਚ ਵੱਡੀਆਂ ਲੜਾਈਆਂ ਵੀ ਹੋ ਜਾਂਦੀਆਂ ਸੀ ਕਿ ਉਹ ਚੱਲਦਾ ਸੀ, ਚੱਲਿਆ ਅੰਡਰਸਟੈਂਡਿੰਗ ਵਰਡ ਸੀਗਾ। ਅੱਜ ਦੀ ਡੇਟ 'ਚ ਅੰਡਰਸਟੈਂਡਿੰਗ ਦਾ ਤੇ ਬੱਚਿਆਂ ਨੂੰ ਯੂ ਵੀ ਨਹੀਂ ਪਤਾ ਹੈਗਾ। ਖਾਸ ਕਰਕੇ ਅਸੀਂ 18 ਸਾਲ ਔਰ 24 ਸਾਲ ਦੇ ਬੱਚੇ ਤੋਂ ਜਿਹੜੇ ਕਿ ਬਿਨਾਂ ਮਾਂ ਪਿਓ ਤੋਂ ਰਹਿ ਰਹੇ ਆ, ਜਿਨ੍ਹਾਂ ਉੱਤੇ ਜਿਨ੍ਹਾਂ ਨੂੰ ਗਾਈਡ ਕਰਨ ਵਾਲਾ ਵੀ ਕੋਈ ਨਹੀਂ, ਜਿਨ੍ਹਾਂ ਨੂੰ ਗਾਈਡ ਕਰਨ ਵਾਲੇ ਵੀ 18 19 20 21 ਸਾਲ ਦੇ, ਤੁਸੀਂ ਉਹਨਾਂ ਤੋਂ ਕੀ ਐਕਸਪੈਕਟ ਕਰਦੇ ਹੋ ਭਾਜੀ? ਪਰ ਕੀ ਹਰਵਿੰਦਰ ਜੀ ਤੁਹਾਨੂੰ ਇਹ ਲੱਗਦਾ ਵੀ ਇਹ ਪ੍ਰੀ ਪਲਾਨਡ ਸੀਗਾ, ਵੀ ਇਹ ਸੋਚ ਕੇ ਕੀਤਾ ਗਿਆ ਇਸ ਤਰ੍ਹਾਂ, ਜਾਂ ਫਿਰ ਸਿਚੁਏਸ਼ਨਲ ਹੋ ਗਿਆ? ਕੀ ਮਤਲਬ ਮੈਨੂੰ ਵਿਸਤਾਰ ਨਾਲ ਸਮਝਾਓ, ਮੈਨੂੰ ਸਮਝ ਨਹੀਂ ਲੱਗੀ ਗੱਲ। ਤੁਹਾਨੂੰ ਲੱਗਦਾ ਵੀ ਇਹ ਪਹਿਲਾਂ ਤੋਂ ਮਿੱਥਿਆ ਹੋਇਆ ਸੀ, ਪਰਿਵਾਰ ਨੇ ਸੋਚਿਆ ਸੀ ਵੀ ਇਸੇ ਤਰ੍ਹਾਂ ਕਰਨਾ ਹੈ, ਇਹ ਇਸ ਤਰ੍ਹਾਂ ਲੱਗਦਾ, ਜਾਂ ਤੁਹਾਨੂੰ ਲੱਗਦਾ ਕਿ ਨਹੀਂ ਪਰਿਵਾਰ ਦੀ ਪਹਿਲਾ ਥਾਟ ਸਹੀ ਸੀਗਾ ਪਰ ਹੌਲੀ ਅੱਗੇ ਜਾ ਕੇ ਮਨ ਬਦਲ ਗਿਆ? ਨਹੀਂ, ਪਰਿਵਾਰ ਦਾ ਹੀ ਪਹਿਲਾਂ ਬਹੁਤ ਸੋਹਣਾ ਸੀ, ਜਦੋਂ ਵਿਆਹ ਕਰਾਉਣ ਆਈ ਹੈ ਉਦੋਂ ਵੀ ਪੂਰਾ ਵਧੀਆ ਸੀਗਾ। ਜਦੋਂ ਵਿਆਹ ਕਰਾਉਣ ਤੋਂ ਬਾਅਦ ਦੀ ਲਾਸਟ ਫੀਸ ਭਰੀ ਗਈ ਹੈ, ਉੱਥੋਂ ਇਹਨੇ ਕੰਮ ਖਰਾਬ ਕਰਿਆ ਭਾਜੀ। 25 ਨਵੰਬਰ ਤੋਂ ਸ਼ੁਰੂ ਕਰਿਆ। ਲਾਡੀ ਨੇ ਇਹਨੂੰ ਲਿਖਿਆ, ਕਹਿੰਦਾ ਵੀ ਮੈਨੂੰ ਲੋਕ ਕਹਿੰਦੇ ਨੇ ਤੂੰ ਕੈਨੇਡਾ ਨਹੀਂ ਜਾਣਾ, ਤੇਰਾ ਵਾਹਨ ਵਿਕੂਗਾ, ਵੀ ਮੇਰੇ ਕੋਲੇ ਸੁਸਾਈਡ ਕਰਨ ਦਾ ਇੱਕ ਆਖਰੀ ਰਾਸਤਾ ਹੈਗਾ। ਇਹਨੇ ਲਾਡੀ ਨੂੰ ਥੰਬਸ ਅਪ ਕਰਿਆ, ਮੇਰੇ ਕੋਲ ਸਾਰੀਆਂ ਚੈਟਾਂ ਪਈਆਂ, ਕਢਾਈਆਂ, ਬੈਕਅਪ ਮਾਰਿਆ ਪਿਆ, ਜਿਹੜੇ ਵੀਰ ਨੂੰ ਚਾਹੀਦਾ ਮੈਂ ਬੈਕਅਪ ਭੇਜ ਦੂੰਗਾ ਦੋਨੇ ਫੋਨਾਂ ਦਾ, ਹੈਨਾ। ਲਾਡੀ ਇਹਦੇ ਮਿੰਤਾਂ ਕਰਦਾ, ਇਹ ਕਰਦੀ ਜੈਸ ਨੋ। ਜਦੋਂ ਲਾਡੀ ਕਹਿੰਦਾ ਯਾਰ ਮੇਰੀ ਮੰਮੀ ਨਾਲ ਗੱਲ ਕਰ ਲੈ, ਮੇਰੇ ਨਾਲ ਫੋਨ ਕਰ ਲਾ, ਕਹਿੰਦੀ ਤੇ ਮੇਰੀ ਮੰਮੀ ਨਾਲ ਗੱਲ ਚੱਲ ਰਹੀ ਹੈ ਪਿੰਡ, ਇਹਨੂੰ ਫੋਨ ਨਹੀਂ ਸੀ ਕਰਦੀ। ਲਾਡੀ ਦੀ ਡੈਥ 22 ਦੀ ਰਾਤ 23 ਤਰੀਕ ਨੂੰ ਮਾਰਨਿੰਗ 2:02 ਤੇ ਲਾਡੀ ਇਹਨੂੰ ਫੋਨ ਕਰਨ ਲੱਗ ਜਾਂਦਾ ਭਾਜੀ। 8 ਤੋਂ 9 ਕਾਲਾਂ ਕਰਦਾ ਸ਼ਾਮ ਦੇ 4:45 ਵਜੇ ਤੱਕ। ਉਦੋਂ ਤੱਕ ਇਹ ਕੁੜੀ ਕਦੇ ਰਿਜੈਕਟ ਕਰ ਦਿੰਦੀ ਹੈ, ਕਦੇ ਚੱਕਦੀ ਨਹੀਂ ਫੋਨ ਇਹਦਾ। ਫਿਰ ਇਹ ਲਾਉਂਦਾ ਆਪਦੀ ਫੁੱਫੜ ਜੀ ਨੂੰ, ਜਾਣ ਕੇ ਆਪਣੇ ਵਿਚੋਲੇ ਨੂੰ, ਫਿਰ ਇਹ ਵਿੱਕੀ ਨੂੰ ਲਾਉਂਦਾ ਆਪਦੀ ਭੂਆ ਦੇ ਮੁੰਡੇ ਨੂੰ, ਫਿਰ ਸਨੀ ਨੂੰ ਫੋਨ ਲਾਉਂਦੇ। ਸਾਰੇ ਪਰਸਨ ਇਹਨੂੰ ਫੋਨ ਲਾਉਂਦੇ ਨੇ ਵੀ ਤੂੰ ਲਾਡੀ ਦਾ ਫੋਨ ਚੱਕ ਕੇ ਇੱਕ ਵਾਰੀ ਗੱਲ ਕਰ ਲੈ, ਵੀ ਚੱਕਰ ਵੀ ਤੈਨੂੰ ਜਿੱਦ ਕਰ ਰਿਹਾ ਤੇਰੇ ਨਾਲ ਗੱਲ ਕਰਨ ਦੀ। ਦੂਜੀ ਗੱਲ ਇਹ ਕੁੜੀ ਨੇ ਕਿਹਾ ਕਿ ਲਾਡੀ ਜਿੱਦ ਕਰਦਾ ਮੇਰੇ ਨਾਲ 8-10 ਘੰਟੇ ਗੱਲ ਕਰੇ। ਫਿਰ ਸਾਡੇ ਵਿਚੋਲਾ ਸਾਹਿਬ, ਸਾਡੇ ਜੀਜਾ ਜੀ ਦੀ ਉਹਦੀ ਮੰਮੀ ਪਿੰਡ ਗਈ, ਉਹਨੂੰ ਕਹਿੰਦੀ ਵੀ ਲਾਡੀ ਮੈਨੂੰ ਤੰਗ ਕਰਦਾ, ਮੈਨੂੰ ਕਹਿੰਦਾ ਹੈਗਾ ਵੀ ਮੈਨੇ ਇੰਨੇ ਘੰਟੇ ਮੇਰੇ ਨਾਲ ਗੱਲ ਕਰ। ਲਾਡੀ ਬੇਵਕੂਫ ਨਹੀਂ ਸੀ, ਉਹ ਪੜ੍ਹਿਆ ਲਿਖਿਆ ਸੀ। ਫਿਰ ਲਾਡੀ ਨੇ ਚੈਟ 'ਚ ਲਿਖਿਆ ਯਾਰ ਵੀ ਤੂੰ ਮੈਨੂੰ ਝੂਠਾ ਸਾਬਤ ਕਰਨਾ ਚਾਹੁੰਦੇ, ਮੈਂ ਤਾਂ ਤੇਥੋਂ 20 ਮਿੰਟ ਮੰਗਣਾ, ਵੀ ਮੇਰੇ ਨਾਲ 20 ਮਿੰਟ ਰੋਜ਼ ਫੋਨ ਤੇ ਗੱਲ ਕਰ ਲਿਆ ਕਰ, ਇੰਨਾ ਤਾਂ ਮੇਰਾ ਹੱਕ ਆ, ਮੈਂ ਤੇਰਾ ਪਤੀ ਆ। ਉਹ ਚੈਟਾਂ ਪਈਆਂ ਨੇ, ਮੈਂ ਸਭ ਨੂੰ ਭੇਜਣ ਨੂੰ ਤਿਆਰ ਆ। ਮੈਂ ਚਾਹੁੰਦਾ ਘੁੰਮਣ ਸਾਹਿਬ ਆਏ ਨੇ। ਘੁੰਮਣ ਸਾਹਿਬ ਤੁਹਾਡਾ ਸਵਾਗਤ ਹੈ ਸ਼ੋਅ ਦੇ ਉੱਤੇ। ਬਹੁਤ ਸੰਜੀਦਗੀ ਦੇ ਨਾਲ ਅਸੀਂ ਇਸ ਸ਼ੋਅ ਨੂੰ ਅੱਗੇ ਵਧਾ ਰਹੇ ਹਾਂ। ਆਖਰੀ ਕੁਝ ਮਿੰਟਸ ਨੇ, ਹਾਲਾਂਕਿ
ਤੁਹਾਡਾ ਇੱਥੇ ਮੈਂ ਵਰਜਨ ਚਾਹੁੰਦਾ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਇਹਨਾਂ ਕੇਸਸ ਦੇ ਵਿੱਚ ਰਾਈਟ ਜਾਂ ਰੋਂਗ ਦਾ ਫੈਸਲਾ ਕਿਵੇਂ ਹੋਊਗਾ? ਮੁੰਡੇ ਦੀ ਗੱਲ ਜਦੋਂ ਸੁਣ ਰਹੇ ਆ ਤਾਂ ਮੁੰਡਾ ਬਿਲਕੁਲ ਠੀਕ ਲੱਗ ਰਿਹਾ ਹੈ। ਕੁੜੀ ਦੇ ਪੁਆਇੰਟ ਆਫ View ਤੇ ਸਿਮਰਨ ਗਿੱਲ ਹੋਣਾ ਨੇ ਵੀ ਦੱਸਿਆ ਕਿ ਬਹੁਤ ਪ੍ਰੈਸ਼ਰ ਉੱਥੇ ਵੀ ਹੁੰਦੇ ਆ ਔਰ ਇੱਕ ਜਾਨ ਚਲੀ ਗਈ, ਸੁਸਾਈਡ ਕਰ ਗਿਆ, ਤਾਂ ਰਾਈਟ ਜਾਂ ਰੋਂਗ ਦਾ ਫੈਸਲਾ ਕਿਵੇਂ ਕਰਾਂਗੇ? ਹੈਲੋ, ਤੁਹਾਡੇ ਤੱਕ ਆਵਾਜ਼ ਪਹੁੰਚ ਰਹੀ ਹੈ GS ਘੁੰਮਣ ਜੀ? ਮੇਰੇ ਖਿਆਲ ਜਦ ਤੱਕ ਉਹਨਾਂ ਤੱਕ ਆਵਾਜ਼ ਪਹੁੰਚਦੀ ਆ ਅਸੀਂ ਅੱਗੇ ਜਿਹੜੀ ਹੈ ਗੱਲਬਾਤ ਕਰ ਸਕਦੇ। ਇਹਦੇ ਵਿੱਚ ਮੈਚੁਰਿਟੀ ਲੈਵਲ ਸਿਮਰਨ ਜੀ, ਹੈਲੋ, ਇਹੀ ਸਵਾਲ ਇਹ ਸੇਮ ਕੁਐਸਚਨ ਭੱਟੀ ਸਾਹਿਬ ਨੂੰ ਤੇ ਸਿਮਰਨ ਹੋਣਾ ਨੂੰ ਹੈ ਮੇਰਾ। ਸਿਮਰਨ, ਪਹਿਲਾਂ ਤੁਹਾਡੇ ਤੋਂ ਜਵਾਬ ਚਾਹੁੰਦਾ, ਰਾਈਟ ਜਾਂ ਰੋਂਗ ਦਾ ਫੈਸਲਾ ਕਿਵੇਂ ਕਰਾਂਗੇ? ਵੀਰੇ ਮੈਨੂੰ ਲੱਗਾ ਕਿ ਰਾਈਟ ਰੋਂਗ ਦਾ ਦੇਖੋ, ਆਪਾਂ ਜੇ ਕਹਿ ਰਹੀਏ ਕਿ ਸੋਸ਼ਲ ਮੀਡੀਆ ਦੇ ਉੱਤੇ ਜਾਂ ਮੀਡੀਆ ਦੇ ਵਿੱਚ ਜਾ ਕੇ ਆਪਾਂ ਪ੍ਰੂਫ ਦਿਖਾ ਕੇ ਇੱਕ ਦੂਜੇ ਦੇ ਉੱਤੇ ਚਿੱਕੜ ਛੱਡ ਕੇ ਕਰ ਲਾਂਗੇ, ਉਵੇਂ ਤਾਂ ਨਹੀਂ ਹੋਣਾ, ਕਿਉਂਕਿ ਫਾਈਨਲੀ ਡਿਸੀਜਨ ਤਾਂ ਕੋਰਟ ਨੇ ਲੈਣਾ ਆ। ਸੋ ਮੈਨੂੰ ਲੱਗਦਾ ਕਿ ਇਹਨਾਂ ਚੀਜ਼ਾਂ ਦਾ ਡਿਸੀਜਨ ਕੋਰਟ ਦੇ ਉੱਤੇ ਛੱਡ ਦੇਣਾ ਚਾਹੀਦਾ ਆ। ਜੇ ਕੁੜੀ ਕਲਪਰੇਟ ਆ ਤਾਂ ਕੋਰਟ ਨੂੰ ਸਜ਼ਾ ਦੇਗੀ, ਜੇ ਕੁੜੀ ਸਿਮਰਨ ਹੁਣੇ ਡਿਸਕਨੈਕਟ ਹੋ ਗਏ। ਭੱਟੀ ਸਾਹਿਬ, ਮੈਂ ਚਾਹੁੰਦਾ ਕਿ ਤੁਸੀਂ ਇਸ ਸਵਾਲ ਦਾ ਜਵਾਬ ਦਿਓ, ਔਰ ਕੀ ਕੁੜੀ ਡਿਪੋਰਟ ਹੋਣੀ ਚਾਹੀਦੀ ਹੈ? ਓਕੇ ਜੀ, ਕੁੜੀ ਦੀ ਡੈਪੋਟੇਸ਼ਨ ਹੋਣੀ ਚਾਹੀਦੀ ਹੈ ਨਹੀਂ ਚਾਹੀਦੀ ਹੈ, ਉਹ ਇੱਕ ਉਹਦੇ ਆਨਸਰ ਦੇ ਉੱਤੇ ਆਣਾ। ਬਟ ਜੇਕਰ ਉਹ ਡੈਪੋਟੇਸ਼ਨ ਦਾ ਜੇਕਰ ਅਸੀਂ ਪ੍ਰੋਸੀਜਰ ਹੈ, ਮਤਲਬ ਉਹ ਪ੍ਰੋਸੀਜਰ ਹਜੇ ਤੱਕ ਮੈਨੂੰ ਸੋਸ਼ਲ ਮੀਡੀਆ ਤੇ ਜਾਂ ਮਤਲਬ ਜਿੰਨੀਆਂ ਵੀ ਮੈਂ ਹਜੇ ਤੱਕ ਇਹਦੇ ਬਾਰੇ ਨਿਊਜ਼ ਜਾਂ ਵੀਡੀਓਜ਼ ਦੇਖਿਆ ਵਾ, ਉਹ ਕਿਤੇ ਵੀ ਮੈਨੂੰ ਕਿਤੇ ਲੈਜਿਟਿਮੇਟ ਜਾਂ ਰਾਈਟ ਰਸਤਾ ਨਹੀਂ ਕੀਤਾ। ਜਦ ਤੱਕ ਮਤਲਬ ਇੱਥੋਂ ਦੀ ਗਵਰਨਮੈਂਟ ਲਿਖ ਕੇ ਨਹੀਂ ਦਿੰਦੀ ਕਿ ਇਹਦੇ ਬੱਚੇ ਦਾ ਵੀਜ਼ਾ ਕੈਂਸਲ ਕੀਤਾ ਜਾਵੇ ਔਰ ਇਹਨੂੰ ਵਾਪਸ ਭੇਜਿਆ ਜਾਵੇ, ਤਦ ਤੱਕ ਉੱਥੋਂ ਦੀ ਗਵਰਨਮੈਂਟ ਮੈਨੂੰ ਨਹੀਂ ਲੱਗਦਾ ਕਿ ਆਪਣੇ ਸਟੂਡੈਂਟ ਦੇ ਪ੍ਰਤੀ ਕੋਈ ਵੀ ਐਕਸ਼ਨ ਲੈਣ ਵਾਲੇ ਲਈ ਉੱਥੇ ਸਟੈਂਡ ਲਏਗੀ। ਹੁਣ ਆ ਜਾਂਦਾ ਕਿ ਇਹ ਪੂਰੇ ਦੇ ਵਿੱਚ ਜੀ ਕਸੂਰਵਾਰ ਕੌਣ ਹੈ? ਕਸੂਰਵਾਰ ਮਤਲਬ ਜਿਹੜਾ ਵਾ ਇਹ ਕੁੜੀ ਹੈ ਕਿ ਮੁੰਡਾ ਹੈ? ਮੈਂ ਕਹਿੰਦਾ ਜੀ ਦੋਵੇਂ ਕਸੂਰਵਾਰ ਨਹੀਂ ਹੈ, ਦੋਵਾਂ ਦੇ ਪਰਿਵਾਰ ਕਸੂਰਵਾਰ ਹੈ। ਪਰਿਵਾਰ ਇਸ ਕਰਕੇ ਕਸੂਰਵਾਰ ਹੈ ਕਿਉਂਕਿ ਜਿਨ੍ਹਾਂ ਨੇ ਰੁਪਈਏ ਲਾਏ ਉਹਨਾਂ ਨੂੰ ਪਤਾ ਹੈ ਕਿ ਉਹਨਾਂ ਨੇ ਰੁਪਈਏ ਕਿਉਂ ਲਾਏ। ਜਿਨ੍ਹਾਂ ਨੇ ਧੀ ਦਿੱਤੀ ਉਹਨਾਂ ਨੇ ਵੀ ਸੋਚ ਵਿਚਾਰ ਕੇ ਦਿੱਤੀ ਕਿ ਭਾਈ ਜੇ ਬਾਹਰ ਰੁੜ ਗਈ ਤੇ ਬਹੁਤ ਵਧੀਆ, ਜੇ ਨਹੀਂ ਚੱਲ ਗਈ ਤੇ ਬਹੁਤ ਵਧੀਆ, ਸਾਡੇ ਮੁੰਡੇ ਦਾ ਵੀ ਸਰਜੂ ਤੇ ਜਿਨ੍ਹਾਂ ਦਾ ਮੁੰਡਾ ਪੈਸੇ ਲਾਉਂਦਾ ਪਿਆ ਉਹਨਾਂ ਦਾ ਵੀ ਸਰਜੂ। ਤੇ ਜੇਕਰ ਨਹੀਂ ਲੱਗੀ ਤੇ ਇਹ ਦੂਜੇ ਮੁੰਡੇ ਵਾਲਿਆਂ ਨੇ ਤਾਂ ਕਮਿਟਮੈਂਟ ਕਰ ਹੀ ਦਿੱਤੀ ਹੈ ਕਿ ਭਾਈ ਤੇਰਾ ਜਿਹੜਾ ਹੈਗਾ ਵਾ ਕਿ ਤੈਨੂੰ ਅਸੀਂ ਵਸਾਵਾਂਗੇ ਇੱਥੇ, ਠੀਕ ਹੈ ਜੀ। ਸੋ ਕੁੜੀ ਵਾਲਿਆਂ ਦਾ ਤਾਂ ਦੋਵੇਂ ਬੰਨੇ ਸੂਤ ਆਉਂਦਾ ਸੀ ਤੇ ਮੁੰਡੇ ਵਾਲਿਆਂ ਦਾ ਜਿਹੜਾ ਵਾ ਕਹਿ ਲਓ ਕਿ ਇੰਟੈਂਸ਼ਨ ਹੈ ਕਿ ਜੀ ਆਪਣਾ ਮੁੰਡਾ ਸਿੱਧਾ ਨਹੀਂ ਜਾਂਦਾ, ਚਲੋ ਜੀ ਆਪਾਂ ਇੱਕੋ ਕੁੜੀ ਅਜੇ ਅਲੜ ਹੈ, ਇਹਨੇ ਅਜੇ ਬਾਲਗ ਹੋਣਾ ਹੀ ਹੈ ਤੇ ਬੱਚਾ ਸ਼ੁਰੂ ਤੋਂ ਹੀ ਆਪਣੇ ਘਰਾਂ ਦੇ ਵਿੱਚ ਹੋਵੇ ਤੇ ਫਿਰ ਆਪਣੇ ਤਰੀਕੇ ਦੇ ਨਾਲ ਪਲ ਵੱਟ ਜਾਂਦਾ। ਮੈਂ ਵੀ ਇੱਕ ਪਿੰਡ ਤੋਂ ਆਉਂਦਾ, ਮੈਨੂੰ ਵੀ ਪਤਾ ਕਿ ਵੀ ਪਿੰਡਾਂ ਦਾ ਕਿੱਦਾਂ ਦਾ ਮਾਹੌਲ ਹੈ ਜਾਂ ਕਿੱਦਾਂ ਦੀ ਸੋਚ ਹੈ ਜਾਂ ਕਿੱਦਾਂ ਆਪਾਂ ਚੱਲਦੇ ਗਏ। ਤੇ ਕਸੂਰਵਾਰ ਇਹਦੇ ਵਿੱਚ ਸਾਡੇ ਮਾਪੇ ਆ ਜੀ, ਮਤਲਬ ਉਹ ਹੋਰ ਕੋਈ ਕੁੜੀ ਮੁੰਡਾ ਬਾਅਦ ਚੋਂ ਆਉਂਦੇ ਆ। ਦੈਨ ਉਹਦੇ ਬਾਅਦ ਜੋ ਇਸ ਬੱਚੇ ਦੇ ਘਰ ਦਾ, ਜਿਸ ਬੰਦੇ ਦੇ ਘਰ ਦਾ ਜੀ ਨਹੀਂ ਰਿਹਾ ਜੀ, ਉਹਦੀ ਭਰਵਾਈ ਕੋਈ ਨਹੀਂ ਕਰ ਸਕਦਾ। ਸੋ ਉਹ ਵੀ ਇੱਕ ਸਿਚੁਏਸ਼ਨ ਸੀ ਕਿ ਹੀਟ ਆਫ ਦਾ ਮੂਵਮੈਂਟ ਸੀ ਜਦੋਂ ਕੁੜੀ ਨੇ ਮੁੰਡੇ ਦੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ। ਜਿੱਦਾਂ ਹਰਵਿੰਦਰ ਭਾਈ ਨੇ ਕਿਹਾ ਕਿ ਉਹਨੇ ਕਿਹਾ ਕਿ ਸੁਸਾਈਡ ਤੋਂ ਸਿਵਾਏ ਹੁਣ ਮੇਰੇ ਕੋਲ ਕੋਈ ਰਸਤਾ ਨਹੀਂ, ਉਹ ਮੈਸੇजेस ਦੀ ਚੈਟ ਹੈ ਤੇ ਉਹਨੇ ਅੱਗੇ ਸਮਝਾ ਭੇਜਦਾ ਸੰਭਾਲ ਸਕਦੀ ਸੀ ਸਿਚੁਏਸ਼ਨ ਨੂੰ ਉਸ ਵੇਲੇ। ਮੈਚੁਰਿਟੀ ਦੇ ਨਾਲ ਮੈਚੁਰਿਟੀ ਜੇਕਰ ਹੁੰਦੀ, ਕੋਈ ਚੰਗਾ ਬੰਦਾ ਉੱਤੇ ਸਮਝਾਉਣ ਵਾਲਾ ਹੁੰਦਾ ਤਾਂ ਬਿਲਕੁਲ ਸਿਚੁਏਸ਼ਨ ਸਮਝ ਜਾਂਦੀ ਸੀ। ਹਰਵਿੰਦਰ ਜੀ, ਤੁਸੀਂ ਇਸ ਤੇ ਕੁਝ ਕਹਿਣਾ ਚਾਹ ਰਹੇ? ਜ਼ਰੂਰ ਜਾਣਨਾ ਚਾਹੁੰਦੀ ਹਾਂ ਸਿਮਰਨਜੋਤ ਜੀ, ਮੈਂ ਇੱਕ ਗੱਲ ਇਹਨਾਂ ਤੋਂ ਜ਼ਰੂਰ ਕਲੀਅਰ ਕਰਨਾ ਚਾਹੁੰਦੀ ਹਾਂ ਕਿਉਂਕਿ ਇਹ ਇਮੀਗ੍ਰੇਸ਼ਨ ਸੈਂਟਰ ਨਾਲ ਸੰਬੰਧਿਤ ਔਰ ਦੋਨੋਂ ਤਰ੍ਹਾਂ ਦੇ ਜਿਹੜੇ ਲਾਅ ਇਹਨਾਂ ਦੇ ਧਿਆਨ ਦੇ ਵਿੱਚ ਹੈਗੇ ਆ। ਡਿਪੋਰਟ ਵਰਡ ਬਹੁਤ ਜ਼ਿਆਦਾ ਆ ਰਿਹਾ ਇਸ ਵੇਲੇ ਲੋਕਾਂ ਦੀ ਜ਼ੁਬਾਨ ਤੇ ਕਿ ਉਹਨਾਂ ਨੂੰ ਰਿਪੋਰਟ ਕਰ ਦਿੱਤਾ ਜਾਊਗਾ, ਹੁਣ ਤਾਂ ਕੁੜੀ ਉੱਥੇ ਰਹਿ ਹੀ ਨਹੀਂ ਸਕੂਗੀ, ਕੈਨੇਡੀਅਨ ਗਵਰਨਮੈਂਟ ਉਹਨੂੰ ਸਜ਼ਾ ਦੇਊਗੀ। ਇਹ ਇੰਨਾ ਆਸਾਨ ਹੈਗਾ ਕਿ ਜੇ ਕੋਈ ਇੱਧਰ ਸੁਸਾਈਡ ਕਲਪਰੇਟ ਬਣਿਆ ਦਾ ਕੁੜੀ ਨੂੰ ਤੁਹਾਨੂੰ ਕੱਢ ਦਿੱਤਾ ਜਾਊਗਾ ਉੱਥੋਂ? ਕਿਹੜੇ ਬੇਸਿਸ ਦੇ ਉੱਤੇ ਕੁੜੀ ਡਿਪੋਰਟ ਹੋਏਗੀ? ਕੁੜੀ ਨੇ ਕੋਈ ਆਪਣੀ ਇਨਫੋਰਮੇਸ਼ਨ ਗਲਤ ਦਿੱਤੀ ਹੈ, ਕੁੜੀ ਨੇ ਕੁਝ ਪੜ੍ਹਾਈ 'ਚ ਗਲਤ ਕੀਤੀ, ਕੋਈ ਨੇ ਫਰਾਡੂਲੈਂਟ ਤਰੀਕੇ ਨਾਲ ਵੀਜ਼ਾ ਲਿੱਤਾ, ਕੁੜੀ ਨੇ ਕੋਈ ਫਰਾਡੂਲੈਂਟ ਵੀਜ਼ਾ ਦੇ ਆਪਣੇ ਰਾਈਟਸ ਨੂੰ ਗਲਤ ਐਕਸਰਸਾਈਜ਼ ਕੀਤਾ। ਇੱਥੇ ਬੈਠ ਕਰਕੇ ਗੱਲਾਂ ਕਰਨੀਆਂ ਬਹੁਤ ਸੌਖੀਆਂ। ਮੈਂ ਜਿਸ ਵੀਜ਼ੇ ਦੇ ਉੱਤੇ ਆ, ਮੈਂ ਉਹਦੇ ਵੀਜ਼ਾ ਦੇ ਰਾਈਟਸ ਨੂੰ ਬ੍ਰੀਚ ਕੀਤਾ। ਜੇ ਕੀਤਾ ਤੇ ਮੈਨੂੰ ਡੈਪੋਟੇਸ਼ਨ ਹੋਣੀ ਚਾਹੀਦੀ ਹੈ। ਜੇਕਰ ਮੈਂ ਰਾਈਟਸ ਨਹੀਂ ਕੀਤਾ ਹੋਤਾ ਹੈ, ਯਸ ਮੇਰੇ ਉੱਤੇ ਇੱਕ ਐਲੀਗੇਸ਼ਨ ਹੈ, ਉਹਦੇ ਬੇਸਿਸ ਦੇ ਉੱਤੇ FIR ਦਰਜ ਹੋ ਗਈ ਹੈ। ਉਹ FIR ਦਾ ਟ੍ਰਾਇਲ ਚੱਲੇਗਾ,
ਉਹ FIR ਨੂੰ ਮੇਰੇ ਪੇਰੈਂਟਸ ਜਾਂ ਬਾਕੀ ਬੰਦੇ ਰਿਪਰੈਜ਼ੈਂਟ ਕਰਨਗੇ ਕਿ ਮੇਰਾ ਨਾਮ ਲੈ ਕਰਕੇ ਕਿਸੇ ਨੇ ਸੁਸਾਈਡ ਕੀਤਾ। ਉਹ ਕੋਰਟ ਡਿਸਾਈਡ ਕਰੇਗੀ ਕਿ ਮੈਂ ਗਿਲਟੀ ਹਾਂ ਕਿ ਨਹੀਂ, that I been called here, that I am required for the trial in court or not in India। ਇਹ ਕੋਰਟ ਲਿਖ ਕੇ ਦਿੰਦੀ ਹੈ, then ਇਹਨੂੰ ਕੋਈ ਰੋਕ ਨਹੀਂ ਸਕਦਾ। ਘੁੰਮਣ ਸਾਹਿਬ ਆਵਾਜ਼ ਆ ਰਹੀ ਹੈ ਤੁਹਾਡੇ ਤੱਕ? ਘੁੰਮਣ ਸਾਹਿਬ ਨਾਲ ਅਸੀਂ ਲਗਾਤਾਰ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਆਵਾਜ਼ ਆ ਰਹੀ ਹੈ ਜੀ ਤੁਹਾਡੇ ਤੱਕ ਹੁਣ? ਹਰਵਿੰਦਰ ਜੀ ਤੁਸੀਂ ਕੁਝ ਐਡ ਕਰ ਰਹੇ ਸੀ, ਆਖਰੀ ਕੁਝ ਮਿੰਟਸ ਨੇ ਸਾਡੇ ਕੋਲੇ, ਸਮਾਂ ਘੱਟ ਹੈ। ਹਰਵਿੰਦਰ ਜੀ ਤੁਸੀਂ ਕੁਝ ਐਡ ਕਰ ਰਹੇ ਸੀਗੇ। ਚੱਲ ਕਹਿਣਾ ਲਵਪ੍ਰੀਤ ਨੇ ਨਾ ਇੱਕ ਜਗ੍ਹਾ ਤੇ ਜਮਾ ਨੂੰ ਛਾਪ ਤੇ ਸ਼ਬਦ ਚਿੱਟੇ ਅੱਖਰਾਂ 'ਚ ਲਿਖਿਆ, ਕਹਿੰਦਾ ਵੀ ਜੇ ਤੇਰਾ ਕਿਸੇ ਨੇ ਇੱਥੇ ਰਿਲੇਸ਼ਨ ਆ ਮੈਨੂੰ ਕੋਈ ਚੱਕਰ ਨਹੀਂ, ਮੈਂ ਤੇਰੇ ਕੰਮ 'ਚ ਕੋਈ ਇੰਟਰਫੇਅਰ ਨਹੀਂ ਕਰੂੰਗਾ, ਪਰ ਮੈਨੂੰ ਪਲੀਜ਼ ਇੱਕ ਵਾਰ ਇੱਥੋਂ ਲਿਆ ਕੇ ਇੱਥੇ ਛੱਡ ਦੇ, ਮੈਨੂੰ ਕੋਈ ਚੱਕਰ ਨਹੀਂ, ਤੂੰ ਜਿਹਦੇ ਨਾਲ ਹੈਗਾ ਰਹਿ ਪੈ। ਉਹ ਵੀ ਚੈਟ 'ਚ ਨਹੀਂ ਲਿਖਿਆ ਹੋਇਆਗਾ। ਤੇ ਮੈਨੂੰ ਸਿਮਰਨ ਇਹ ਮੇਰਾ ਸਵਾਲ ਹੈ ਕਿ ਕੀ ਕੁੜੀ ਨੂੰ ਹੱਕ ਹੈਗਾ ਕਿ 30 ਲੱਖ ਦਾ ਸੌਦਾ ਹੋਇਆ, 25 ਲੱਖ ਦਾ ਸੌਦਾ ਹੋਇਆ, ਕੁੜੀ ਕੈਨੇਡਾ ਚਲੀ ਗਈ, PR ਹੋ ਗਈ, ਮੈਂ ਹਾਈਪੋਥੈਟੀਕਲ ਗੱਲ ਕਰ ਰਿਹਾ, ਇਹਨਾਂ ਦੇ ਕੇਸ ਦੀ ਗੱਲ ਨਹੀਂ ਕਰ ਰਿਹਾ, ਕਿ ਮੰਨ ਲਓ PR ਹੋ ਜਾਂਦੀ ਔਰ ਉਸ ਤੋਂ ਬਾਅਦ ਕੁੜੀ ਦਾ ਕਿਤੇ ਹੋਰ ਅਫੇਅਰ ਹੋ ਜਾਏ ਜਾਂ ਉਹਦਾ ਦਿਲ ਆ ਜਾਏ ਕਿਤੇ ਹੋਰ, ਔਰ ਉਹ 22 ਉਮਰ ਹੈ ਉਹਦੀ, ਕਿ ਉਹਦੇ ਕੋਲੇ ਕੁੜੀ ਕੋਲੇ ਹੱਕ ਹੈਗਾ ਕਿ ਆਪਣੀ ਜੀਵਨ ਜੀ ਸਕੇ ਉਸ ਤਰ੍ਹਾਂ, ਔਰ ਉਹ ਪਿੱਛੇ ਜਵਾਬ ਦੇ ਦੇ, ਜਾਂ ਫਿਰ ਕੁੜੀ ਦੀ ਇੱਕ ਮੋਰਾਲਿਟੀ ਬਣਦੀ ਹੈ ਕਿ ਉਹ ਮੁੰਡੇ ਨੂੰ ਐਟਲੀਸਟ ਕੈਨੇਡਾ ਲੈ ਕੇ ਜਾਂਦੀ। ਭੱਟੀ ਸਾਹਿਬ ਤੁਸੀਂ ਜਵਾਬ ਦੇ ਦਿਓ, ਮੇਰੇ ਖਿਆਲ ਸਿਮਰਨ ਹੋਣਾ ਹੀ ਡਿਸਕਨੈਕਟ ਹੋ ਗਿਆ। ਭਾਜੀ ਇਹ ਦੋ ਚੀਜ਼ਾਂ ਦਾ ਮਿਕਸਚਰ ਦਾ ਜਵਾਬ ਦਿੱਤਾ ਹੀ ਨਹੀਂ ਜਾ ਸਕਦਾ। ਤੁਸੀਂ ਇੱਕ ਬੰਨੇ ਮੋਰੈਲਿਟੀ ਕਹਿ ਰਹੇ ਹੋ, ਇੱਕ ਬੰਨੇ ਮੇਰੀ ਪਰਸਨਲ ਕਹਿ ਰਹੇ ਹੋ, ਤੀਸਰਾ ਬੰਦਾ ਤੁਸੀਂ ਲਾਅ ਬੰਨੇ ਕਹਿ ਰਹੇ ਹੋ। ਲਾਅ ਮੈਨੂੰ ਇਜਾਜ਼ਤ ਦਿੰਦਾ ਵਾ, ਮੇਰਾ ਇੰਡੀਆ ਦਾ ਲਾਅ ਵੀ ਮੈਨੂੰ ਇਜਾਜ਼ਤ ਦਿੰਦਾ ਵਾ ਇਹ ਚੀਜ਼ ਵਾਸਤੇ। then ਉਹਦੇ ਬਾਅਦ ਚ ਦੂਸਰੀ ਚੀਜ਼ ਆ ਜਾਂਦੀ ਹੈ ਕਿ ਮੋਰੈਲਿਟੀ ਬੇਸਿਸ ਦੇ ਉੱਤੇ ਹਿਊਮੈਨਿਟੀ, ਇਨਸਾਨੀਅਤ ਮੈਨੂੰ ਇਸ ਚੀਜ਼ ਦੀ ਇਜਾਜ਼ਤ ਬਿਲਕੁਲ ਨਹੀਂ ਦਿੰਦੀ ਕਿ ਜੀ ਮੈਂ ਕਿਸੇ ਦੇ ਬੱਚੇ ਨੂੰ ਬਲੀ ਦਾ ਉਹ ਬੱਕਰਾ ਬਣਾ ਕਰਕੇ ਉੱਥੇ ਗਈ ਆ ਤੇ ਉੱਥੇ ਜਾ ਕਰਕੇ ਮੈਂ ਰੁਪਈਆ 30 ਲੱਖ ਕਿਸੇ ਦਾ ਲਵਾ ਕੇ ਪੂਰੀ ਜ਼ਮੀਨ ਗਹਿਣੇ ਪਵਾ ਕੇ ਵੇਚ ਕੇ ਉੱਥੇ ਪਹੁੰਚ ਗਈ ਆ ਐਂਡ ਮੇਰੀ ਜੈਨੂਇਨ ਮੈਰੀ ਸੀ ਤੇ ਕਿਸੇ ਮਾਂ ਦਾ ਪੁੱਤ ਮੈਂ ਉੱਥੇ ਮਰਨੇ ਲਾਤਾ। ਮੇਰਾ ਜ਼ਮੀਰ ਇਸ ਚੀਜ਼ ਦਾ ਮੈਨੂੰ ਇਜਾਜ਼ਤ ਬਿਲਕੁਲ ਨਹੀਂ ਦਿੰਦਾ। ਹੁਣ ਆ ਜਾਂਦੇ ਅਸੀਂ ਲਾਅ ਪੁਆਇੰਟ ਦੇ ਉੱਤੇ ਐਮਬੈਸੀ ਇਹ ਕਹਿ ਰਹੀ ਹੈ ਕਿ ਤੁਸੀਂ 1 ਸਾਲ ਦੀ ਫੀਸ ਭਰਨੀ ਹੈ, 1 ਸਾਲ ਦਾ GIC ਭਰਨਾ, ਔਰ ਕੁੜੀ ਦੇ ਆਪਣੇ ਖਾਤੇ ਚੋਂ ਗਿਆ ਵਾ, ਉਹ ਇਹਨਾਂ ਦੇ ਕਿਸੇ ਦੇ ਵੀ ਖਾਤੇ ਚੋਂ ਨਹੀਂ ਗਿਆ, ਇਹਨਾਂ ਦੇ ਖਾਤੇ ਚੋਂ ਕੁੜੀ ਨੂੰ ਗਿਆ, ਸਰਕਾਰ ਜਾਂ ਕਾਲਜ ਨੂੰ ਕੁੜੀ ਦੇ ਖਾਤੇ ਚੋਂ ਗਿਆ। ਸੋ ਉਹਨਾਂ ਨੂੰ ਮਤਲਬ ਹੈ ਕਿ ਪੈਸੇ ਉਹਨਾਂ ਕੋਲ ਕਿੱਥੋਂ ਆਏ ਜਿਹੜੇ ਕਿ ਕੁੜੀ ਦੇ ਖਾਤੇ ਚੋਂ ਆਏ। ਹੁਣ ਉਹ ਅਸੀਂ ਦਿੱਤੇ ਗਿਆ, ਸੋ ਉੱਥੋਂ ਦਾ ਲਾਅ ਅਗੇਂਸਟ ਨਹੀਂ ਹੈ। ਯੈਸ, ਜੇਕਰ ਇਹ ਆਪਣੀ FIR ਦੇ ਵਿੱਚ ਇੱਕ ਵਰਡ ਐਡ ਕਰਾਉਂਦੇ ਆ ਕਿ ਜੀ ਇਹ ਹਿਊਮਨ ਟ੍ਰੈਫਿਕਿੰਗ ਨਾਲ ਇਨਵੋਲਡ ਹੈ ਇਦਾਂ ਦੇ ਕੇਸਾਂ ਦੇ ਵਿੱਚ ਕਿ ਵੀ ਜੀ ਇਹ ਕੁੜੀ ਨੇ ਇਹ ਸੌਦਾ ਕੀਤਾ, ਜੀ ਕੁੜੀ ਮੇਰੇ ਮੁੰਡੇ ਨੂੰ ਲੈ ਕੇ ਜਾਣ ਨੂੰ ਤਿਆਰ ਸੀ ਪਰ ਮੇਰਾ ਮੁੰਡਾ ਵੀ ਇਨਵੋਲਵ ਸੀ, ਤੇ ਦੋ ਧਿਰਾਂ ਦੇ ਉੱਤੇ FIR ਬਣਦੀ ਹੈ, ਕਰਵਾਉਣ ਵਾਲੇ ਤੇ ਵੀ ਔਰ ਕਰਨ ਵਾਲੇ ਤੇ ਵੀ, ਤੇ ਹਿਊਮਨ ਟ੍ਰੈਫਿਕਿੰਗ ਆਉਂਦੀ ਹੈ। ਸਿਮਰਨ ਆਖਰੀ ਜਵਾਬ ਇਸੇ ਗੱਲ ਦਾ ਜਵਾਬ ਤੁਹਾਡੇ ਤੋਂ ਚਾਹੁੰਦਾ ਸਿਮਰਨ। ਜੀ ਮੇਰਾ ਲਾਈਨ ਕੱਟ ਗਈ ਸੀ, ਸੌਰੀ। ਮੈਂ ਦੇਖੋ ਵਿਆਹ ਕੋਈ ਸੌਦਾ ਤਾਂ ਹੁੰਦਾ ਨਹੀਂਗਾ। ਮੱਕੜ ਭਾਜੀ ਰਿਪੀਟ ਕਰਿਓ, ਮੈਨੂੰ ਸੁਣ ਨਹੀਂ ਰਿਹਾ। ਹੈਲੋ, ਗੱਲ ਸੀ ਕਿ ਜੇ ਸੌਦਾ ਹੋ ਗਿਆ ਵਿਆਹ ਦਾ, ਕੁੜੀ ਕੈਨੇਡਾ ਚਲੀ ਗਈ, ਉੱਥੇ ਜਾ ਕੇ ਉਹਦਾ ਕਿਸੇ ਹੋਰ ਨਾਲ ਗੱਲਬਾਤ ਹੋ ਜਾਂਦੀ ਹੈ, ਉਹਦਾ ਦਿਲ ਕਿਤੇ ਆ ਜਾਂਦਾ ਹੈ, ਕਿਸੇ ਨਾਲ ਅਫੇਅਰ ਹੋ ਜਾਂਦਾ ਹੈ, ਕੀ ਉਹਨੂੰ ਇਹ ਰਾਈਟ ਹੁੰਦਾ ਹੈ ਕਿ ਉਹ ਪਿੱਛੇ ਆਪਦਾ ਰਿਸ਼ਤਾ ਤੋੜ ਦੇ, ਜਾਂ ਮੋਰੈਲਿਟੀ ਕਹਿੰਦੀ ਹੈ ਕਿ ਜਿਹਨੇ 30 ਲੱਖ ਲਾ ਕੇ ਭੇਜਿਆ ਸੀ ਉਹਨੂੰ ਐਟਲੀਸਟ ਕੈਨੇਡਾ ਬੁਲਾਵੇ? ਉਹ ਦੇਖੋ ਇਹਦਾ ਹਰ ਬੰਦੇ ਦੀ ਆਪਣੀ ਹਰ ਬੰਦੇ ਦੀ ਵੀ ਆਪਣੀ ਮੋਰੈਲਿਟੀ ਇਹਨਾਂ ਚੀਜ਼ਾਂ ਦੇ ਵਿੱਚ ਵੀ ਕਿਹੜਾ ਇਨਸਾਨ ਕੀ ਸੋਚਦਾ ਆ। ਮੈਂ ਪਹਿਲਾਂ ਵੀ ਕਿਹਾ ਕਿ ਪਰਿਵਾਰ ਗਲਤ ਆ, ਪਰਿਵਾਰਾਂ ਨੇ ਇੱਕ ਵਿਆਹ ਵਰਗੇ ਪਵਿੱਤਰ ਰਿਸ਼ਤੇ ਨੂੰ ਇੱਕ ਸੌਦਾ ਬਣਾ ਕੇ ਰੱਖਤਾ, ਤੇ ਜੇ ਸੌਦਾ ਹੀ ਕੀਤਾ ਸੀਗਾ, ਹੁਣ ਕੁੜੀ ਦੇ ਪੈਸੇ ਵਾਪਸ ਕਰਨ ਨੂੰ ਤਿਆਰ ਆ ਉਹਨਾਂ ਦੇ, ਫਿਰ ਪੈਸੇ ਲੈ ਲਓ। ਉਹਦਾ ਜੇ ਆਪਾਂ ਗੱਲ ਕਰੀਏ ਵੀ ਡਿਪੋਰਟ ਦੀ ਗੱਲ ਕਰਦੇ ਆ, ਫਿਰ ਜ਼ਿੰਦਗੀ ਨਾਲ ਤਾਂ ਉਹਦੇ ਨਾਲ ਵੀ ਖੇਡਿਆ ਗਿਆ, ਜ਼ਿੰਦਗੀ ਨਾਲ ਉਹਦੇ ਨਾਲ ਵੀ ਖੇਡਿਆ ਗਿਆ। ਪਹਿਲਾਂ ਉਹਨੂੰ ਕਠਪੁਤਲੀ ਬਣਾ ਕੇ ਪੜਨ ਦੇ। ਆਖਰੀ ਇਸੇ ਗੱਲ ਦਾ ਜਵਾਬ ਹਰਵਿੰਦਰ ਜੀ, ਤੁਸੀਂ ਇਸ ਗੱਲ ਦਾ ਜਵਾਬ ਦੇਣਾ ਚਾਹੁੰਦੇ ਹੋ? ਆਖਰੀ ਬਿਲਕੁਲ ਆਖਰੀ ਕੋਟ ਹੈ ਕੀ, ਮੈਨੂੰ ਦੁਬਾਰਾ ਰਿਪੀਟ ਕਰੇ ਮਾੜਾ ਜਿਹਾ 1 ਮਿੰਟ। ਸਿਮਰਨ ਹੋਣੇ ਕਹਿ ਰਹੇ ਹੈ ਕਿ ਛੋਟੀ ਉਮਰ ਦੇ ਵਿੱਚ ਕੁੜੀ ਨੂੰ ਵੀ ਬਾਹਰ ਭੇਜ ਦਿੱਤਾ ਗਿਆ, ਉਹਦੀ ਜ਼ਿੰਦਗੀ ਨਾਲ ਵੀ ਖੇਡਿਆ ਗਿਆ, ਉਹਨੂੰ ਵੀ ਉੱਥੇ ਭੇਜਿਆ ਗਿਆ, ਪੈਸੇ ਦੀ ਗੱਲ ਹੋਈ, ਅੱਜ ਉਹ ਡਿਪੋਰਟ ਹੋ ਰਹੀ ਹੈ ਔਰ ਤੁਹਾਡੇ ਵੀ ਪਰਿਵਾਰ ਦਾ ਜੀ ਗਿਆ, ਤਾਂ ਤੁਸੀਂ ਆਖਰੀ ਕੀ ਕਹਿਣਾ ਚਾਹੁੰਦੇ ਹੋ? ਕੁੜੀ ਨੇ ਵੀ ਕਿਹਾ ਤੂੰ ਇੰਡੀਆ ਆ ਜਾ, ਜੇ ਤੇਰੀ ਨਹੀਂ ਨਿਭਦੀ ਤੂੰ ਸਾਡੇ ਨਾਲ ਨਿਬੇੜ ਲਾ। ਅੱਜ ਤੱਕ ਸਾਡੇ ਕੋਲ ਕੁੜੀ ਦਾ ਐਡਰੈਸ ਨਹੀਂ ਹੈਗਾ, ਸਾਨੂੰ ਐਡਰੈਸ ਨਹੀਂ, ਤਾਂ ਲਾਡੀ ਦੀ ਮੌਤ ਤੋਂ ਬਾਅਦ ਵੀ ਅਸੀਂ ਉਹਨੂੰ ਕਿਹਾ ਸੀ ਇਹਨੂੰ ਐਡਰੈਸ ਭੇਜ ਦੇ, ਐਡਰੈਸ ਨਹੀਂ ਭੇਜਿਆ। ਉਹ ਚੋਰ ਤਾਂ ਕਿਤੇ ਨਾ ਕਿਤੇ ਹੈਗੀ।
ਦੂਜੇ ਲਾਡੀ ਦੇ ਮਾਤਾ ਜੀ ਨੇ? ਨਹੀਂ, ਭੂਆ ਜੀ ਨੇ। ਉਹਨਾਂ ਤੋਂ ਬੋਲਿਆ ਨਹੀਂ ਜਾਣਾ ਵੀਰੇ, ਉਹ ਥੋੜੇ ਢਿੱਲੇ ਰਹਿੰਦੇ ਨੇਗੇ ਜੀ। ਤੁਸੀਂ ਆਖਰ ਦੇ ਵਿੱਚ ਕੁਝ ਕਹਿਣਾ ਚਾਹੁੰਦੇ ਹੋ, ਕੋਈ ਜਿਹੜੀ ਤੁਹਾਡੇ ਦਿਲ ਦੀ ਗੱਲ ਹੈ ਪਰਿਵਾਰ ਦੀ? ਮੈਂ ਸਮਾਪਤ ਕਰ ਰਿਹਾ ਫਿਰ ਅੱਜ ਦੀ ਡਿਸਕਸ਼ਨ। ਮੱਕੜ ਵੀਰ, ਪਹਿਲਾਂ ਤਾਂ ਤੁਸੀਂ ਸਾਨੂੰ ਸਾਰਿਆਂ ਨੂੰ ਬੁਲਾਇਆ, ਸਾਡੀ ਗੱਲ ਰੱਖੀ, ਸਾਨੂੰ ਟਾਈਮ ਦਿੱਤਾ, ਇਹਦੇ ਲਈ ਮੈਂ ਤੁਹਾਡੇ ਸਾਰੇ ਟੀਮ ਦਾ ਧੰਨਵਾਦ ਕਰਦਾ। ਆਖਰ ਤੇ ਮੈਂ ਇੱਕੋ ਹੀ ਗੱਲ ਕਹਿਣਾ ਭਰਾਵਾ, ਵੀ ਇਦਾਂ ਦੇ ਵਿਆਹ ਨਾ ਕਰੋ। ਅਸੀਂ ਤਾਂ ਫਸ ਗਏ, ਚਲੋ ਖੁੱਡੀ ਵਾਲੇ ਵੀ ਫਸ ਗਏ, ਅਸੀਂ ਦੋਨੇ ਹੀ ਫਸ ਗਏ ਹੁਣ ਪਰਿਵਾਰ, ਹਨਾ। ਮੈਂ ਆਪਦੇ ਆਪ ਨੂੰ, ਮੈਂ ਜਿੱਦਾਂ ਮੈਂ ਸਾਰੀ ਇੰਟਰਵਿਊ ਸੁਣੀ, ਮੈਨੂੰ ਬਹੁਤ ਸੋਹਣੀ ਲੱਗੀ, ਸਾਰਿਆਂ ਦੇ ਵਿਚਾਰ ਬਹੁਤ ਸੋਹਣੇ, ਸਿਮਰ ਦੀਦੀ ਦੇ, ਭਾਈ ਭੱਟੀ ਦੇ ਵਿਚਾਰ ਬਹੁਤ ਸੋਹਣੇ ਸੀਗੇ, ਅੱਖਾਂ ਜਿਹੀਆਂ ਖੁੱਲੀਆਂ ਨੇ ਮੇਰੀਆਂ ਵੀ ਕੁਝ ਗੱਲਾਂ ਤੋਂ। ਮੈਂ ਅੱਗੇ ਤੋਂ ਇਦਾਂ ਦੇ ਵਿਆਹ, ਛੋਟੇ ਉਮਰ ਦੇ ਵਿਆਹ ਕਰਨ ਦੇ ਵਿੱਚ ਮੈਂ ਕਦੇ ਹੱਕਦਾਰ ਨਹੀਂ ਹੂੰ ਕਿਸੇ ਦਾ। ਤੇ ਦੂਜੀ ਗੱਲ, ਜੇ ਵਿਆਹ ਹੋ ਗਿਆ ਤੀ, ਮਾਂ ਪਿਓ ਨੂੰ ਜਦੋਂ ਫੋਨ ਕਰਦੀ ਤੀ, ਉਹਦਾ ਕੁਛ ਪੁੱਛਣ ਦਾ ਫਰਜ਼ ਸੀ, ਭਾਈ ਤੂੰ ਉਹਦੇ ਸਹੁਰੇ ਫੋਨ ਕਰਦੀ ਐ, ਆਪਦੇ ਘਰ ਵਾਲੇ ਦੇ ਫੋਨ ਤੇ ਤੂੰ ਗੱਲ ਕਰਦੀ ਐ, ਕੁੜੀਏ ਤੂੰ ਖੁਸ਼ ਆ ਉਹ ਤੋਂ? ਜੇ ਉਹਦੀ ਪ੍ਰੋਬਲਮ ਸੀ ਤੇ ਮੰਮੀ ਡੈਡੀ ਨੂੰ ਕਹਿ ਦਿੰਦੀ ਵੀ ਡੈਡੀ ਮੈਂ ਉਹ ਪਰਿਵਾਰ ਤੋਂ ਖੁਸ਼ ਨਹੀਂ ਹੈਗੀ, ਵੀ ਮੈਂ ਉਹ ਮੁੰਡੇ ਨੂੰ ਲੈ ਕੇ ਨਹੀਂ ਜਾਣਾ, ਤੁਸੀਂ ਉਹਨਾਂ ਦਾ ਪਿੰਡ ਜਾਓ, ਗੱਲ ਕਰੋ, ਨਿਮੇੜ ਦਿਓ। ਅਸੀਂ ਨਿਮੇੜ ਲੈਂਦੇ ਭਾਈ, ਅਸੀਂ ਉਹਦਾ ਪੁੱਤ ਥੋੜੀ ਮਰਵਾਉਣਾ ਸੀ ਯਾਰ। ਕੈਨੇਡਾ ਦਾ ਗੱਲ ਹੋਈ ਸੀ, ਪਰ ਪੁੱਤ ਮਰਵਾਉਣਾ ਥੋੜੀ ਸੀਗਾ, ਅਸੀਂ ਉਰੇ ਵਿਆਹ ਲੈਂਦੇ, ਨਿਮੇੜ ਲੈਂਦੇ, ਚਲੋ ਜਿਵੇਂ ਨਿਬੜਦਾ ਘੱਟ ਵੱਧ ਹੋ ਜਾਂਦਾ। ਅਸੀਂ ਲਾਡੀ ਨੇ ਵੀ ਕਿਹਾ ਸੀ, ਕਹਿੰਦਾ ਨਿਮੇੜ ਲੈਂਦੇ ਆ, ਕੁੜੀ ਨੇ ਵੀ ਕਿਹਾ ਵੀ ਤੂੰ ਇੰਡੀਆ ਆ ਜਾਂਦੀ, ਅਸੀਂ ਨਿਮੇੜ ਲੈਂਦੇ, ਤੈਨੂੰ ਪਹਿਲਾਂ ਵੀ ਕਿਹਾ ਸੀ, ਕਲੇਸ਼ ਤਾਂ ਹੁੰਦੀ ਰਹਿੰਦੇ ਨੇ ਘਰਾਂ 'ਚ। ਜੀ ਮੱਕੜ ਸਾਹਿਬ। ਭੱਟੀ ਸਾਹਿਬ, ਆਖਰ ਦੇ ਵਿੱਚ ਤੁਸੀਂ ਆਖਰੀ ਤੁਹਾਡਾ ਕੋਟ ਚਾਹਣਾ ਜੀ ਇਸ ਗੱਲ ਦੇ ਉੱਤੇ, ਇਹਨੂੰ ਸਮਾਪਤ ਕਿਵੇਂ ਕਰਾਂਗੇ? ਹੱਥ ਬੰਨ ਕੇ, ਪੈਰ ਫੜ ਕੇ, ਲੇਟ ਕੇ, ਜਿੱਦਾਂ ਮਰਜ਼ੀ ਕਹ ਲਓ, ਇੱਕ ਬੇਨਤੀ ਹੈ ਕਿ ਧੀਆਂ ਪੁੱਤਾਂ ਦੇ ਸੌਦੇ ਕਰਨੇ ਬੰਦ ਕਰ ਦਿਓ ਬਸ। ਜਦੋਂ ਧੀਆਂ ਪੁੱਤਾਂ ਦੇ ਮੈਂ ਵੀ ਹੱਕਦਾਰ ਆ ਭਰਾ ਸੁਣਗੇ, ਆ ਕਿਸੇ ਵੀ ਮਾਂ ਕੋਲੋਂ ਉਹਦਾ ਪੁੱਤ ਨਹੀਂ ਜਾਊਗਾ, ਕਿਸੇ ਦੀ ਧੀ ਦੇ ਉੱਤੇ ਅਸੀਂ ਐਲੀਗੇਸ਼ਨ ਨਹੀਂ ਲਾ ਸਕਾਂਗੇ। ਇਹ ਸੌਦੇ ਆ। ਅਸੀਂ ਬਾਹਰ ਦੇ ਮੁਲਕਾਂ ਦੇ ਆਪਾਂ ਸੁਪਨੇ ਵੇਖਦੇ, ਬਾਹਰ ਮੁੰਡਾ ਜਾ ਕੇ ਸੈੱਟ ਹੋ ਜਾਊਗਾ, ਕਦੀ ਬਾਹਰ ਜਾ ਕਰਕੇ ਸੋਚਿਆ ਕਿੱਦਾਂ ਸੈੱਟ ਹੋ ਜਾਊਗਾ? ਜੇਕਰ ਕਿਸੇ ਮਾਂ ਦਾ ਪੁੱਤ ਇੱਥੇ 5-6 ਬੈਂਡ ਆਇਲਸ ਦੀ ਜੰਗ ਨਹੀਂ ਜਿੱਤ ਪਾਇਆ, ਬਾਹਰ ਜਾ ਕਰਕੇ ਮਿਹਨਤ ਕਰਕੇ ਕਿੱਦਾਂ ਗੋਰਿਆਂ ਦੇ ਵਿੱਚ ਜਿੱਤ ਲੂਗਾ? ਆਪਾਂ ਪੈਸੇ ਦੀ ਜ਼ਰੂਰਤ ਦੇ ਸਿਰ ਦੇ ਉੱਤੇ, ਆਪਣੇ ਹੰਕਾਰ ਦੇ ਸਿਰ ਦੇ ਉੱਤੇ, ਪੈਸੇ ਦੀ ਜ਼ਰੂਰਤ ਹੰਕਾਰ ਹੀ ਹੁੰਦਾ ਕਿ ਹੰਕਾਰ ਦੇ ਸਿਰ ਦੇ ਉੱਤੇ ਅਸੀਂ ਕਹਿੰਦੇ ਕਿ ਬੱਚੇ ਸੈੱਟ ਹੋ ਜਾਣਗੇ, ਕਦੀ ਨਹੀਂ ਹੁੰਦੇ। ਕਹਿੰਦੇ ਨਹੀਂ, ਗੰਦ ਦੇ ਢੇਰ ਤੇ ਤਾਜ ਮਹਿਲ ਜ਼ਿਆਦਾ ਦੇਰ ਟਿਕ ਨਹੀਂ ਪਾਉਂਦੇ। ਤੇ ਧੀਆਂ ਪੁੱਤਾਂ ਦੇ ਸੌਦੇ ਕਰਨੇ ਬੰਦ ਕਰ ਦਈਏ। ਇਹਨਾਂ ਦੇ ਜੰਮਣ ਦੇ ਉੱਤੇ ਸੁੱਖਣਾ ਸੁੱਕੀਆਂ ਜਾਂਦੀਆਂ ਸੀ। ਸਿਮਰਨਜੋਤ, ਅਸੀਂ ਕਲੀਅਰ ਕਰ ਦਈਏ ਆਪਣੇ ਦਰਸ਼ਕਾਂ ਨੂੰ ਕਿ ਬੇਅੰਤ ਕੌਰ ਦੀ ਫੈਮਿਲੀ ਦੇ ਨਾਲ ਵੀ ਸੰਪਰਕ ਕੀਤਾ ਗਿਆ ਸੀ ਕਿ ਉਹ ਵੀ ਆ ਕੇ ਆਪਣਾ ਪੱਖ ਰੱਖਣ, ਪਰ ਉਹਨਾਂ ਨੇ ਕਿਹਾ ਕਿ ਅਸੀਂ ਇੱਕ ਵਾਰੀ ਜੋ ਜਾਣਕਾਰੀ ਮੀਡੀਆ ਨੂੰ ਦੇਣੀ ਸੀ ਦੇ ਦਿੱਤੀ ਤੇ ਅਸੀਂ ਇਸ ਵਿਸ਼ੇ ਤੇ ਹੋਰ ਜਿਹੜੀ ਇਹ ਗੱਲ ਨਹੀਂ ਕਰਨਾ ਚਾਹੁੰਦੇ। ਬੇਅੰਤ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਉਹ ਨਾਨੀ ਨਹੀਂ ਫੋਨ ਚੱਕਿਆ, ਪਰ ਉਹਨਾਂ ਦੇ ਪਿਤਾ ਜੀ ਔਰ ਉਹਨਾਂ ਦੇ ਭਰਾ ਨੇ ਸਾਫ਼ ਇਨਕਾਰ ਕੀਤਾ। ਰਮਨ ਜੀ, ਤੁਹਾਡੀ ਆਵਾਜ਼ ਬਹੁਤ ਘੱਟ ਆ ਰਹੀ ਹੈ। ਗੱਲ ਨਹੀਂ ਕਰਨਾ ਚਾਹੁੰਦੇ ਜੀ। ਤੁਸੀਂ ਪੂਰੇ ਡਿਸਕਸ਼ਨ ਦੇ ਵਿੱਚ ਆਖਰੀ ਸਮਾਪਤ ਕਰਨ ਦੇ ਨਾਲ ਸੀਗੇ, ਇਸ ਪੂਰੇ ਸੰਜੀਦਾ ਇਸ਼ੂ ਦੇ ਉੱਤੇ ਮੈਂ ਚਾਹੁੰਦਾ ਕਿ ਤੁਸੀਂ ਆਪਣਾ ਪੁਆਇੰਟ ਜ਼ਰੂਰ ਰੱਖੋ ਕਿ ਬਾਤ ਚਲੀ ਜਾਂਦੀ ਹੈ, ਉਸ ਤੋਂ ਬਾਅਦ ਬੁਲਾਉਂਦੀ ਨਹੀਂ, ਜੋ ਪਰਿਵਾਰ ਦਾ ਜੀ ਚਲਾ ਗਿਆ। ਘੁੰਮਣ ਸਾਹਿਬ ਦੀ ਆਵਾਜ਼ ਨਹੀਂ ਆ ਰਹੀ ਵੀਰੇ। ਸੋ ਬਹੁਤ ਧੰਨਵਾਦ ਸਾਰਿਆਂ ਦਾ, ਸਾਰੇ ਸਾਡੇ ਗੈਸਟ ਜਿਹੜੇ। ਹਰਵਿੰਦਰ ਜੀ, ਤੁਹਾਡਾ ਵੀ ਬਹੁਤ ਸ਼ੁਕਰੀਆ। ਕੋਈ ਗੱਲ ਨਹੀਂ ਵੀਰ ਜੀ, ਅੱਗੇ ਦੁਬਾਰਾ ਜ਼ਰੂਰ ਤੁਸੀਂ ਫੋਨ ਕਰਿਓ ਭਰਾ, ਜ਼ਰੂਰ ਬੈਠਾਂਗੇ। ਸਾਹਮਣੇ ਆਇਆ ਇਸ ਚੀਜ਼ ਦੇ ਉੱਤੋਂ ਪੂਰੀ ਚਰਚਾ ਦੇ ਵਿੱਚ। ਮੇਰੀ ਇੱਕ ਬੇਨਤੀ ਹੈ ਵੀਰ ਬਣ ਕੇ, ਇੱਕ ਤਾਂ ਉਹਨਾਂ ਦੀ ਕੁੜੀ ਵਾਲਿਆਂ ਦੀ ਫੈਮਿਲੀ, ਇੱਕ ਬੇਅੰਤ, ਇੱਕ ਸਾਡੀ ਫੈਮਿਲੀ, ਸਾਨੂੰ ਇੱਕੋ ਜ਼ਰੂਰ ਇਸ ਪਲੇਟਫਾਰਮ ਤੇ ਸਾਰਿਆਂ ਨੂੰ ਇਕੱਠਿਆ ਕਰਿਆ ਜਾਵੇ। ਹਰਵਿੰਦਰ ਜੀ, ਅਸੀਂ ਇਹ ਜਾਣਕਾਰੀ ਦੇ ਦਿੱਤੀ ਹੈ ਕਿ ਬੇਅੰਤ ਦੇ ਨਾਲ ਔਰ ਬੇਅੰਤ ਦੇ ਪਰਿਵਾਰ ਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਉਹਨਾਂ ਦੇ ਪਰਿਵਾਰ ਨੇ ਸਾਫ਼ ਇਨਕਾਰ ਕੀਤਾ ਕਿ ਅਸੀਂ ਇੱਕ ਵਾਰੀ ਮੀਡੀਆ ਦੇ ਸਾਹਮਣੇ ਜੋ ਜਾਣਕਾਰੀ ਦੇਣੀ ਸੀ ਦੇ ਦਿੱਤੀ ਆ। ਸੋ ਦੁਬਾਰਾ ਅਸੀਂ ਇੱਦਾਂ ਦੀ ਕੋਈ ਵੀ ਗੱਲ ਮੀਡੀਆ ਦੇ ਸਾਹਮਣੇ ਨਹੀਂ ਕਰਨਾ ਚਾਹੁੰਦੇ। ਸੋ ਉਹਨਾਂ ਦਾ ਪੱਖ ਲੈਣ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਉਹਨਾਂ ਨੇ ਇਸ ਚੀਜ਼ ਤੋਂ ਡਿਨਾਈ ਕੀਤਾ। ਮੈਂ ਦੀਦੀ, ਮੈਂ ਰਿਪੀਟ ਕਰਦਾ, ਮੈਂ ਇਹੀ ਗੱਲ ਕਹਿੰਦਾ ਵੀ ਜੇ ਦੁਬਾਰਾ ਉਹ ਰਾਜੀ ਹੁੰਦੇ ਨੇ ਨਾ, ਬੇਅੰਤ ਰਾਜੀ ਹੁੰਦੀ ਹੈ, ਉਹਦੀ ਫੈਮਿਲੀ ਰਾਜੀ ਹੁੰਦੀ ਹੈ, ਤਾਂ ਮੈਨੂੰ ਫੋਨ ਕਰ ਦਿਓ ਵੀ ਕੱਲ ਅਸੀਂ ਸਟੂਡੀਓ ਬੈਠਣਾ, ਮੈਂ ਉਹਦਾ ਰੈਡੀ ਹੋ ਜਾਊਗਾ। ਜੀ ਜੀ, ਜ਼ਰੂਰ। ਸੋ ਇਸ ਪੂਰੀ ਚਰਚਾ ਦੇ ਵਿੱਚੋਂ ਇਹ ਚੀਜ਼ਾਂ ਨਿਕਲ ਕੇ ਜ਼ਰੂਰ ਆਉਂਦੀਆਂ ਕਿ ਚਾਹੇ ਪਰਿਵਾਰਾਂ ਦੇ ਪ੍ਰਭਾਵ ਹੇਠ ਸਹੀ ਛੋਟੀ ਛੋਟੀ ਉਮਰ ਦੇ ਵਿੱਚ ਜਦੋਂ ਖਾਸ ਤੌਰ ਤੇ ਮੁੰਡਿਆਂ ਨੂੰ ਇਹ ਸੁਪਨੇ ਦਿਖਾ ਦਿੱਤੇ ਜਾਂਦੇ ਆ ਕਿ ਕੋਈ ਗੱਲ ਨਹੀਂ, ਅਸੀਂ ਪੈਸਾ ਲਾਉਂਦੇ ਆ, ਕੋਈ ਕੁੜੀ ਲੱਭਦੇ ਆ ਤੇ ਕੈਨੇਡਾ ਚਲੇ ਜਾਣਾ, ਬਿਨਾਂ ਮਿਹਨਤ ਕੀਤਿਆਂ, ਬਿਨਾਂ ਕੁਝ ਕੀਤਿਆਂ, ਐਡੇ ਐਡੇ ਸੁਪਨੇ ਦਿਖਾ ਕੇ ਤੇ ਪਰੋਸਿਆ ਹੋਇਆ ਸਾਰਾ ਕੁਝ ਸਾਹਮਣੇ ਮਿਲ ਜਾਵੇ ਤੇ ਸੁਪਨੇ ਬਿਨਾਂ ਸ਼ੱਕ ਵੱਡੇ ਹੁੰਦੇ ਆ ਤੇ ਉਮੀਦਾਂ ਵੀ ਵੱਡੀਆਂ ਹੋ ਜਾਂਦੀਆਂ ਤੇ ਜਦੋਂ ਪੂਰੀਆਂ ਨਹੀਂ ਹੁੰਦੀਆਂ ਤੇ ਫਿਰ ਇੰਨੀ ਛੇਤੀ ਹੌਸਲੇ ਟੁੱਟਦੇ ਆ ਕਿ ਬਾਅਦ ਦੇ ਵਿੱਚ ਕਈ ਵਾਰ ਨਤੀਜੇ ਇਹੋ ਜਿਹੇ ਭੁਗਤਣੇ ਪੈਂਦੇ ਆ ਜਿਹਦੇ ਵਿੱਚ ਇੱਕ ਪਰਿਵਾਰ ਨਹੀਂ
ਦੋ ਪਰਿਵਾਰ ਪਰੇਸ਼ਾਨ ਹੁੰਦੇ ਆ ਤੇ ਉਹਦੇ ਵਿੱਚੋਂ ਦੋ ਜੀਆਂ ਦੀ ਜ਼ਿੰਦਗੀ ਜਿਹੜੀ ਆ ਬੁਰੇ ਤਰੀਕੇ ਨਾਲ ਖਰਾਬ ਹੁੰਦੀ ਆ। ਸੋ ਇਹਦੀ ਇੱਕ ਵੱਡੀ ਉਦਾਹਰਨ ਜਿਹੜੀ ਆ ਉਹ ਲਵਪ੍ਰੀਤ ਔਰ ਬੇਅੰਤ ਦੀ ਜ਼ਿੰਦਗੀ ਸਾਹਮਣੇ ਆ। ਸੋ ਹੁਣ ਵੀ ਇੱਕ ਕੋਸ਼ਿਸ਼ ਹੋਣੀ ਚਾਹੀਦੀ ਹੈ ਖਾਸ ਤੌਰ ਤੇ ਪੰਜਾਬੀ ਭਾਈਚਾਰੇ ਦੀ, ਜਿਸ ਤਰੀਕੇ ਨਾਲ ਹੁਣ ਹੜ੍ਹ ਆਇਆ ਹੋਇਆ ਕਿ ਆਇਲਸ ਕੀਤੀਆਂ ਹੋਈਆਂ ਕੁੜੀਆਂ ਦੇ ਨਾਲ ਰਿਸ਼ਤੇ ਜੋੜੇ ਜਾਂਦੇ ਤੇ ਉਸ ਤੋਂ ਬਾਅਦ ਕੁਝ ਇਦਾਂ ਦਾ ਮੰਜ਼ਰ ਦੇਖਣ ਨੂੰ ਮਿਲਦਾ। ਸੋ ਮੈਚਿਓਰਿਟੀ ਲੈਵਲ ਜ਼ਰੂਰ ਪਰਖ ਲੈਣਾ ਚਾਹੀਦਾ, ਤੁਹਾਡੇ ਬੱਚੇ ਵਿਆਹ ਦੇ ਲਾਇਕ ਹੈਗੇ ਆ ਜਾਂ ਨਹੀਂ ਹੈਗੇ, ਉਹ ਸਮਝਦਾਰੀ ਜਿਹੜਾ ਦਾ ਲੈਵਲ ਹੈਗਾ ਉਹ ਬਣ ਚੁੱਕਾ ਜਾਂ ਨਹੀਂ ਬਣ ਚੁੱਕਾ, ਸਾਰੀਆਂ ਚੀਜ਼ਾਂ ਗੌਰ ਕਰਨ ਦੇ ਲਈ ਹੈਗੀਆਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਦੇ ਲਈ। GS ਘੁੰਮਣ ਜੀ ਦੇ ਨਾਲ ਸੰਪਰਕ ਨਹੀਂ ਹੋ ਪਾਇਆ, ਸਿਮਰਜੀਤ ਕੌਰ ਗਿੱਲ, ਹਰਵਿੰਦਰ ਜੀ, ਗੁਰਿੰਦਰ ਭੱਟੀ ਜੀ, ਸਿਮਰਨਜੋਤ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਸਾਥ ਦੇਣ ਦੇ ਲਈ। ਸੋ ਇਸ ਤਰੀਕੇ ਦੀਆਂ ਹੋਰ ਚਰਚਾਵਾਂ ਲੈ ਕੇ ਬਾਰ-ਬਾਰ ਤੁਹਾਡੇ ਸਾਹਮਣੇ ਹਾਜ਼ਰ ਹੋਣ ਦੀ ਕੋਸ਼ਿਸ਼ ਕਰਦੇ ਰਵਾਂਗੇ। ਤਦ ਤੱਕ ਕੋਸ਼ਿਸ਼ ਕਰੀਏ ਕਿ ਕੁਝ ਬਦਲ ਜਾਈਏ ਤੇ ਕੁਝ ਆਪਣਾ ਆਸਾ-ਪਾਸਾ ਵੀ ਬਦਲ ਲਈਏ ਤਾਂ ਕਿ ਪਰਿਵਾਰਾਂ ਨੂੰ ਜਾਂ ਸਾਡੇ ਆਪਣਿਆਂ ਨੂੰ ਇਦਾਂ ਦਾ ਖਮਿਆਜ਼ਾ ਨਾ ਭੁਗਤਣਾ ਪਵੇ ਜਿਸ ਤਰੀਕੇ ਦਾ ਖਮਿਆਜ਼ਾ ਲਵਪ੍ਰੀਤ ਔਰ ਬੇਅੰਤ ਦੀ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਭੁਗਤਣਾ ਪਿਆ। ਸੋ ਤੁਸੀਂ ਹਮੇਸ਼ਾ ਲਈ ਦੇਖਦੇ ਰਹੋ ਔਨ ਏਅਰ। ਫਿਲਹਾਲ ਦਿਓ ਇਜਾਜ਼ਤ, ਸ਼ੁਕਰੀਆ।